ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਨਾਮ ਹਰਵਿੰਦਰ ਸਿੰਘ ਹੈ। ਅੱਜ ਦੇ ਸਾਡਾ ਜਿਹੜਾ ਪ੍ਰੋਗਰਾਮ ਹੈ ਇਹਦਾ ਨਾਮ ਹੈ ਟਿਪਸ ਫਾਰ ਗੁੱਡ ਲਾਈਫ, ਸੁਖੀ ਜੀਵਨ ਦੇ ਰਾਜ। ਤੇ ਵਾਇਸ ਆਫ ਮਾਨਵਤਾ ਦਾ ਪ੍ਰੋਗਰਾਮ ਹੈ ਜਿਹਨੂੰ ਕੋਆਰਡੀਨੇਟ ਕਰ ਰਹੇ ਨੇ ਸਰਦਾਰ ਮੇਘਰਾਜ ਸਿੰਘ ਹੁਣੀ। ਤੇ ਇਹਨਾਂ ਦਾ ਜਿਹੜਾ ਟੀਵੀ ਤੇ ਨਿਊਜ਼ ਪ੍ਰੋਗਰਾਮ ਹੈ ਉਹਦੇ ਵਿੱਚ ਪਲੀਜ਼ ਤੁਸੀਂ ਇਹਨੂੰ ਸੁਣੋ, ਜ਼ੋਰਾਂ ਸ਼ੋਰਾਂ ਨਾਲ ਸਜਾ ਦਿਓ ਤੇ ਆਪਣੇ ਵਿਚਾਰ ਦੱਸੋ ਤੇ ਤਨ ਮਨ ਧਨ ਨਾਲ ਜਿੰਨਾ ਮਦਦ ਵੀ ਕਰ ਸਕਦੇ ਹੋ ਉਹ ਵੀ ਤੁਸੀਂ ਕਰੋ ਇਹਦੇ ਵਿੱਚ। ਤੇ ਅੱਜ ਤਾਂ ਇਸ ਪ੍ਰੋਗਰਾਮ ਨੂੰ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ। ਸੋ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਪਿਛੋਕੜ ਦੇ ਮੁਤਾਬਕ ਗ੍ਰੀਟਿੰਗਸ ਐਂਡ ਵੈਲਕਮ ਟੂ ਦਾ ਪ੍ਰੋਗਰਾਮ। ਜਿੰਨੇ ਵੀ ਆ ਤੁਸੀਂ ਸੱਜਣ ਆਏ ਹੋ ਸਾਰੇ, ਤੇ ਜੋ ਵੀ ਜਿੱਥੇ ਬੈਠਾ ਕੋਈ ਮਾਈ ਭਾਈ ਸੁਣ ਰਿਹਾ, ਸਾਰਿਆਂ ਨੂੰ ਜੀ ਆਇਆਂ ਅੱਜ ਦੇ ਪ੍ਰੋਗਰਾਮ ਦੇ ਵਿੱਚ। ਸਾਰਿਆਂ ਨੂੰ ਇੱਕ ਵਾਰ ਫੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅੱਜ ਦੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਸਪੈਸ਼ਲ ਗੈਸਟ ਵੀ ਨੇ, ਡਾਕਟਰ ਕਲਿਆਣ ਸਿੰਘ ਕਲਿਆਣ ਫਰਮ ਪਾਕਿਸਤਾਨ ਤੋਂ। ਤੇ ਜੀ ਆਇਆਂ ਨੂੰ ਜੀ ਉਹਨਾਂ ਨੂੰ ਵੀ ਜੀ। ਬਾਕੀ ਜਿਹੜੇ ਸਾਡੇ ਰੈਗੂਲਰ ਜਿਹੜੇ ਵਕਤਾਕਾਰ ਨੇ ਉਹਨੂੰ ਵੀ ਜੀ ਆਇਆਂ ਨੂੰ। ਅੱਜ ਦਾ ਜਿਹੜਾ ਪ੍ਰੋਗਰਾਮ ਅਸੀਂ ਜਿਸ ਤਰ੍ਹਾਂ ਪਿਛਲੀ ਵਾਰ ਗੱਲ ਕੀਤੀ ਸੀ, ਅਸੀਂ ਬਾਬਾ ਫਰੀਦ ਜੀ ਨੂੰ ਜਿਹਦਾ ਕਿ ਸਿੱਖ ਧਰਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੇ ਨਾਲ ਜਿਹੜਾ ਉਹਨਾਂ ਦੇ ਜਿਹੜੇ ਸਿਧਾਂਤ ਸੀ, ਸ਼ਲੋਕ ਸੀ, ਗੁਰੂ ਅਰਜਨ ਦੇਵ ਜੀ ਮਾੜੀ ਇਕੱਠੀ ਕੀਤੀ ਜੋ ਇਤਿਹਾਸ ਦੱਸ ਰਿਹਾ। ਤੇ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਇੱਕ ਪ੍ਰਮੁੱਖ ਭਗਤਾਂ ਦੇ ਵਿੱਚੋਂ ਉਹਨਾਂ ਦੀ ਜਿਹੜੀ ਬਾਣੀ ਆ ਲਿਆਂਦੀ। ਇਟ ਟਾਕਸ ਅਬਾਊਟ ਬੇਸਿਕਲੀ ਜਿਹੜਾ ਹੈ ਬਈ ਜਿੱਥੇ ਜਿਹੜੇ ਭਗਤ ਨੇ ਨਾ ਜੀ ਸਾਰੇ, ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਵਾਲੀ ਗੱਲ ਆ ਜਿਹੜੀ ਗੁਰੂ ਮਹਾਰਾਜ ਨੇ ਆਪਦੇ ਜੀਵਨ ਦੇ ਵਿੱਚ ਕਰਕੇ ਦਿਖਾਤੀ ਸਾਨੂੰ, ਹਾਂਜੀ। ਤੇ ਉਹ ਜਿਹੜੀ ਭਗਤ ਬਾਣੀ ਆ ਉਹਦੇ ਉੱਤੇ ਅਸੀਂ, ਕਿਉਂਕਿ ਉਹਨਾਂ ਦਾ ਜਨਮ ਦਿਨ ਪਿੱਛੇ ਜੇ ਆਇਆ ਸੀ, ਆਪਾਂ ਸਾਰਿਆਂ ਨੇ ਵਿਚਾਰ ਕੀਤਾ ਵੀ ਕਿਉਂ ਨਾ ਅਸੀਂ ਉਹਨਾਂ ਨੂੰ ਮਨਾਈਏ। ਇਹ ਜਿਹੜਾ ਹਫਤਾ ਦਾ ਪ੍ਰੋਗਰਾਮ ਆ ਸਾਡਾ ਬੁੱਧਵਾਰ ਸ਼ਾਮ ਦਾ, ਉਹਨਾਂ ਦੇ ਲਾਈਫ ਐਂਡ ਲੈਗੇਸੀ ਨੂੰ ਡੈਡੀਕੇਟ ਕਰੀਏ, ਸਪੈਸ਼ਲੀ ਇਨ ਲਾਈਟ ਆਫ ਗੁਰਮਤ ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਸੋ ਆਪ ਨੂੰ ਸਾਰਿਆਂ ਨੂੰ ਇੱਕ ਵਾਰ ਫੇਰ ਜੀ ਆਇਆ। ਸਭ ਤੋਂ ਪਹਿਲਾਂ ਵਿਲਾਸ ਮੈਂ ਭਾਈ ਸੁੱਚਾ ਸਿੰਘ ਹੁਣਾਂ ਨੂੰ ਕਿ ਉਹਨਾਂ ਦੇ ਜਿਹੜੇ ਸ਼ੇਖ ਫਰੀਦ ਜੀ ਦੇ ਬਾਰੇ ਆਪਦੇ ਜਿਹੜੇ ਸ਼ਲੋਕ ਨੇ, ਸਪੈਸ਼ਲੀ ਉਹਨਾਂ ਦੇ ਕੋਈ 118 120 ਕਾਫੀ 100 ਤੋਂ ਉੱਪਰ ਸ਼ਲੋਕ ਨੇ ਜਿਹਦੇ ਵਿੱਚ ਗੁਰੂ ਪਾਤਸ਼ਾਹ ਦੇ ਵੀ ਜਵਾਬ ਨੇ ਵਿੱਚ ਉਹ ਸ਼ਲੋਕਾਂ ਦੇ ਵਿੱਚ, ਕਿਉਂਕਿ ਉਹਨਾਂ ਸਾਰੇ ਸ਼ਲੋਕਾਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ, ਗੁਰੂ ਅੰਗਦ ਦੇਵ ਜੀ ਦਾ, ਗੁਰੂ ਅਮਰਦਾਸ ਜੀ ਦਾ, ਗੁਰੂ ਰਾਮਦਾਸ ਜੀ ਦਾ, ਗੁਰੂ ਅਰਜਨ ਦੇਵ ਜੀ ਦਾ, ਉਹਦੇ ਵੀ ਵਿੱਚ ਉਹਨਾਂ ਨੇ ਸ਼ਲੋਕ ਵਿੱਚ ਐਡ ਕੀਤੇ ਨੇ। ਜਿੱਥੇ ਜਿੱਥੇ ਕਿਤੇ ਲੋੜ ਸੀ ਭਗਤ ਫਰੀਦ ਜੀ ਦੇ ਵਿਚਾਰਾਂ ਦੇ ਵਿੱਚ, ਕਿਤੇ ਲੱਗਦਾ ਸੀ ਵੀ ਕੋਈ ਸ਼ੰਕਾ ਹੈ ਜਾਂ ਕਲੈਰਿਟੀ ਨਹੀਂ ਹੈ, ਗੁਰੂ ਮਹਾਰਾਜ ਨੇ ਆਪਣੇ ਵਿੱਚ ਸ਼ਲੋਕ ਐਡ ਕਰਕੇ ਉਹਨੂੰ ਫਰਦਰ ਕਲੈਰੀਫਾਈ ਕਰਤਾ ਤਾਂ ਕਿ ਸੰਗਤਾਂ ਦੇ ਮਨਾਂ ਦੇ ਵਿੱਚ, ਆਡੀਅנס ਦੇ ਮਨਾਂ ਦੇ ਵਿੱਚ ਕਿਸੇ ਗੱਲ ਦਾ ਕੋਈ ਭੁਲੇਖਾ ਨਾ ਰਹੇ, ਕਲੈਰਿਟੀ ਆ ਜੀ। ਸੋ ਉਹਨਾਂ ਨੂੰ ਲੈਂਦੇ ਹੋਏ ਮੈਂ ਆਸਕ ਸਾਡੇ ਵਿਦਵਾਨ ਸੱਜਣ ਭਾਈ ਸੁੱਚਾ ਸਿੰਘ ਜੀ ਹੁਣਾਂ ਨੂੰ ਕਿ ਸ਼ੇਖ ਫਰੀਦ ਜੀ ਦੇ ਉੱਤੇ ਪਲੀਜ਼ ਉਹਨਾਂ ਦੇ ਖਾਸ ਕਰਕੇ ਸ਼ਲੋਕਾਂ ਦੇ ਉੱਤੇ ਜਿੰਨਾ ਵੀ ਤੁਸੀਂ ਕਵਰ ਕਰ ਸਕਦੇ ਹੋ ਉਹਨਾਂ ਨੂੰ ਕਵਰ, ਦੈਨ ਵੀ ਵਿਲ ਗੋ ਫਾਰਵਰਡ ਨੈਕਸਟ 5 ਤੋਂ 6 ਮਿੰਟਾਂ ਦੇ ਲਈ। ਭਾਈ ਸੁੱਚਾ ਸਿੰਘ ਜੀ। ਹਾਂਜੀ, ਸਭ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਸੋ ਭਗਤ ਫਰੀਦ ਜੀ, ਇਸ ਤਰ੍ਹਾਂ ਇਹਨਾਂ ਦੇ ਬਾਰੇ ਚ ਕਿਹਾ ਜਾਂਦਾ ਹੈ ਕਿ ਜੀ ਗੁਰੂ ਨਾਨਕ ਦੇਵ ਜੀ ਤੋਂ ਕੁਛ ਵਿਦਵਾਨ ਮੰਨਦੇ ਕਿ 4 ਪੀੜ੍ਹੀਆਂ ਪਹਿਲਾਂ ਸੀ, ਕੁਛ ਵਿਦਵਾਨ ਇਹ ਮੰਨਦੇ ਆ ਕਿ ਨਹੀਂ 12 ਪੀੜ੍ਹੀਆਂ ਪਹਿਲਾਂ ਸੀ। ਸੋ ਜੇ 4 ਪੀੜ੍ਹੀਆਂ ਪਹਿਲਾਂ ਤੇ ਉਹਦਾ ਮਤਲਬ 100 ਸਾਲ ਹੋ ਜਾਂਦਾ, 12 ਪੀੜ੍ਹੀਆਂ ਬਹੁਤ ਜ਼ਿਆਦਾ ਹੋ ਜਾਂਦਾ। ਇੰਨਾ ਸਮਾਂ ਗੁਰੂ ਮਹਾਰਾਜ ਤੋਂ ਪਹਿਲਾਂ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਜਿਹੜੀ ਦਿਵਯ ਦ੍ਰਿਸ਼ਟੀ ਹੈ ਉਹ ਦੇਖ ਰਹੀ ਹੈ ਕਿ ਇਹੋ ਜਿਹੇ ਮਹਾਂਪੁਰਖ ਇਸ ਧਰਤੀ ਦੇ ਉੱਪਰ ਹੋਏ ਤੇ ਜਿਨ੍ਹਾਂ ਨੂੰ ਬਹੁਤੇ ਲੋਕ ਜਾਣਦੇ ਪਹਿਚਾਣਦੇ ਨਹੀਂ। ਉਹਨਾਂ ਦੀ ਜਿਹੜੀ ਆਤਮਿਕ ਸੂਝ, ਆਤਮਿਕ ਗਿਆਨ, ਜਿਹੜਾ ਪ੍ਰਮਾਤਮਾ ਦੇ ਨਾਲ ਮਿਲਾਪ ਹੈ, ਉਹਦੀ ਬੈਕਗਰਾਊਂਡ ਜਿਹੜੀ ਹੈ ਉਹ ਮੁਸਲਮਾਨ ਧਰਮ ਦੇ ਵਿੱਚੋਂ ਆ ਰਹੀ ਹੈ, ਠੀਕ ਹੈ ਜੀ। ਲੇਕਿਨ ਗੁਰੂ ਮਹਾਰਾਜ ਜਿਹੜਾ ਸਿਰਫ ਇਹ ਦੇਖਦੇ ਕਿਸੇ ਵੀ ਭਗਤ ਦਾ ਪਿਆਰ, ਤੇ ਸੈਕੰਡਲੀ ਇਹ ਦੇਖਦੇ ਹੈ ਕਿ ਉਸ ਦਾ ਜਿਹੜੀ ਜਰਨੀ ਹੈ, ਜਿਹੜਾ ਪ੍ਰਮਾਤਮਾ ਦੇ ਨਾਲ ਇੱਕ ਹੋਣਾ, ਜੇ ਉਹ ਹੋ ਗਿਆ ਤੇ ਉਹਦੀ ਬੈਕਗਰਾਊਂਡ ਡਜ਼ ਨਾਟ ਮੀਨ ਐਨੀਥਿੰਗ ਦੈਨ। ਸੋ ਉਹਦਾ ਜਿਹੜਾ ਇੱਕ ਜੀਵਨ ਦੀ ਜਾਂਚ ਜਿਹੜੀ ਉਹ ਆਪ ਜਿਉਂਦਾ ਹੈ, ਜਾਂ ਜਿਸ ਬ੍ਰੌਟਅਪ ਦੇ ਵਿੱਚੋਂ ਉਹ ਪਲਦਾ ਬੜਾ ਹੁੰਦਾ ਹੈ, ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਰਹਿ ਜਾਂਦਾ। ਉਹ ਸਾਡੇ ਵਾਸਤੇ ਅਗਾਂਹ ਫਰਦਰ ਜਿਹੜੀ ਸੋਚ ਵਿਚਾਰ ਦੀ ਗੱਲ ਹੁੰਦੀ ਹੈ। ਲੇਕਿਨ ਤੇ ਜਿਹੜਾ ਫਰੀਦ ਜੀ ਦਾ ਜਿਹੜਾ ਇੰਨਾ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਇੰਨਾ ਪਹਿਲਾਂ ਹੋ ਚੁੱਕਣਾ ਸਰੀਰਕ ਤੌਰ ਤੇ, ਉਸ ਵਕਤ ਵੀ ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਦੇ ਕੋਲੇ
ਜਿੱਥੋਂ ਇਹ ਪਾਕਪਟਨ ਜਿਹੜਾ ਸ਼ਹਿਰ ਹੈ, ਪਾਕਪਟਨ ਦੇ ਵਿੱਚ ਜਾ ਕੇ ਤੇ ਬਾਬਾ ਸ਼ੇਖ ਬ੍ਰਹਮ ਜੀ ਇਹਨਾਂ ਦੀ ਗੱਦੀ ਦੇ ਉਸ ਵੇਲੇ ਵਿਰਾਜਮਾਨ ਸੀ, ਤੇ ਬਾਬਾ ਸ਼ੇਖ ਬ੍ਰਹਮ ਜੀ ਕੋਲੋਂ ਗੁਰੂ ਨਾਨਕ ਦੇਵ ਜੀ ਨੇ ਬਾਬਾ ਫਰੀਦ ਜੀ ਦੀ ਬਾਣੀ ਸਾਰੀ ਲਈ ਤੇ ਉਸ ਬਾਣੀ ਨੂੰ ਜਿਹੜਾ ਆਪਣੇ ਨਾਲ ਰੱਖਿਆ। ਫਿਰ ਜਦੋਂ ਟਾਈਮ ਆਉਂਦਾ ਗੁਰੂ ਅੰਗਦ ਦੇਵ ਜੀ ਦਾ, ਫਿਰ ਉਹ ਉਹਨਾਂ ਨੂੰ ਦਿੱਤੀ ਜਾਂਦੀ ਹੈ। ਉੱਥੋਂ ਉਹ ਫਿਰ ਸਫ਼ਰ ਕਰਦੀ ਕਰਦੀ ਗੁਰੂ ਅਰਜਨ ਦੇਵ ਜੀ ਤੱਕ ਪਹੁੰਚਦੀ ਹੈ, ਤੇ ਗੁਰੂ ਅਰਜਨ ਦੇਵ ਜੀ ਉਸ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੰਪਾਇਲ ਕਰਦੇ ਆ। ਤੇ ਇਹਨਾਂ ਦੀ ਬਾਣੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਸਾ ਰਾਗ ਤੋਂ ਸ਼ੁਰੂ ਹੁੰਦੀ ਹੈ ਜੀ। ਸੋ ਆਸਾ ਰਾਗ ਤੋਂ ਪਹਿਲਾਂ ਜਿਹੜੇ ਰਾਗ ਉਹਨਾਂ ਦੇ ਵਿੱਚ ਸ਼੍ਰੀ ਰਾਗ, ਉਸ ਦੇ ਵਿੱਚ ਬਾਣੀ ਨਹੀਂ ਇਹਨਾਂ ਦੀ, ਤੇ ਕੌੜੀ ਰਾਗ ਦੇ ਵਿੱਚ ਵੀ ਨਹੀਂ, ਲੇਕਿਨ ਜਿਹੜਾ ਆਸਾ ਰਾਗ ਤੋਂ ਜਿਹੜੀ ਸ਼ੁਰੂ ਹੁੰਦੀ, ਜਿਹੜੀ ਅਸੀਂ ਗੱਲ ਕਰਦੇ ਹਾਂ ਸ਼ਲੋਕਾਂ ਦੀ, ਇਹ ਹੈਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਟੁਵਰਡਸ ਐਂਡ ਤਕਰੀਬਨ 1360 ਪੰਨੇ ਤੇ ਸ਼ਾਇਦ ਹੈਗੇ, ਨੰਬਰ ਜੇ ਮੈਨੂੰ ਕਰੈਕਟਲੀ ਯਾਦ ਨਾ ਹੋਵੇ ਤਾਂ ਪਲੀਜ਼ ਮਾਫ ਕਰਨਾ, ਤਾਂ ਅਰਾਊਂਡ 1360 ਔਰ 62 ਇੱਥੇ ਹੈਗੇ ਆ ਜੀ। ਹਾਂਜੀ, ਸੋ ਹੁਣ 130 ਜਿਹੜੇ ਸ਼ਲੋਕ ਹੈ ਬਾਬਾ ਫਰੀਦ ਜੀ ਦੇ, 130 130, ਤੇ ਉਹ ਜਿਸ ਵੇਲੇ ਗੱਲ ਸ਼ੁਰੂ ਕਰਦੇ ਆ, ਕਮਾਲ ਦੀ ਗੱਲ, ਤੇ ਉਹ ਸਾਡੇ ਜੀਵਨ ਦੀ ਉਸ ਅਟਲ ਸੱਚਾਈ ਤੋਂ ਸ਼ੁਰੂ ਕਰਦੇ ਜਿਸ ਨੂੰ ਦੇਖ ਕੇ ਲੋਕ ਆਮ ਤੌਰ ਤੇ ਡਰਦੇ ਆ, ਮੌਤ ਦਾ ਸਮਾਂ। ਤਾਂ ਗੁਰੂ ਇਹ ਜਿਹੜਾ ਭਗਤ ਕਬੀਰ ਜੀ ਹੈ, ਸੌਰੀ ਫਰੀਦ ਜੀ, ਜਿਹੜਾ ਕਹਿੰਦੇ ਪਹਿਲੇ ਸ਼ਲੋਕ ਦੇ ਵਿੱਚ ਹੀ ਕਿ ਜਿਤ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਏ, ਮਾਲਕ ਜੇ ਕੰਨੀ ਸੁਣੀ ਦਾ ਮੋਹ ਦਿਖਾਲੇ ਆਏ, ਜਿੰਦ ਨਿਮਾਣੀ ਕੱਢੀਐ ਹੱਡਾਂ ਕੂ ਕੜਕਾਏ, ਸਾਹੇ ਲਿਖੇ ਨਾ ਚੱਲਣੀ ਜਿੰਦੋਂ ਕੂ ਸਮਝਾਏ, ਜਿੰਦ ਵੋਟੀ ਮਰਨ ਵਰ ਲੈ ਜਾਸੀ ਪਰਣਾਏ, ਆਪਣ ਹੱਥੀਂ ਜੋਲ ਕੈ ਗਲ ਲੱਗੈ ਧਾਏ, ਵਾਲੋਂ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ, ਫਰੀਦਾ ਕੀੜੀ ਪਵੰਦੀ ਖੜਾ ਨਾ ਆਪ ਮੁਹਾਏ। ਸੋ ਇੱਕ ਚੀਜ਼ ਮੈਂ ਇਹਦੇ ਵਿੱਚ ਜਿਹੜੀ ਨਾ ਵਿਆਖਿਆ ਤੀ, ਤਾਂ ਆਈ ਥਿੰਕ ਇੰਨੀ ਜ਼ਿਆਦਾ ਲੋੜ ਨਹੀਂ ਹੈ ਸਾਨੂੰ, ਸਾਰੇ ਆਪ ਜੀ ਵੀ ਸਿਆਣੇ ਸੱਜਣ ਹੋ ਤੇ ਇਹਨਾਂ ਦੀ ਅਰਥ ਵਗੈਰਾ ਤੇ ਸਾਰੀ ਕਈ ਜਗ੍ਹਾ ਤੋਂ ਪੜ੍ਹ ਲੈਂਦੇ। ਜਿਹੜੀ ਇੱਕ ਚੀਜ਼ ਜਿਹੜੀ ਹੈ ਨਾ ਨੁਕਤਾ ਇਹਦੇ ਵਿੱਚ ਆਉਂਦਾ, ਇਸ ਪਹਿਲੇ ਸ਼ਲੋਕ ਦੇ ਵਿੱਚ ਹੀ ਜਿਹੜੀ ਗੱਲ ਆਈ ਹੈ ਨਾ ਕਿ ਖੰਨਿਓ ਵਾਲੋਂ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ, ਠੀਕ ਹੈ ਜੀ। ਉਹ ਕਹਿੰਦੇ ਕਿ ਪੁਰਸਲਾਤ ਇੰਨੀ ਤੱਕ ਮਹੀਨ, ਇੰਨੀ ਤਿੱਖੀ ਹੈ ਜਿਸ ਤਰ੍ਹਾਂ ਖੰਡੇ ਦੀ ਧਾਰ ਹੋਵੇ, ਉਸ ਦੇ ਉੱਪਰ ਚੱਲਣਾ ਇਹ ਭਗਤ ਦਾ ਜੀਵਨ ਹੁੰਦਾ ਹੈ। ਜਿਸ ਤਰ੍ਹਾਂ ਗੁਰੂ ਅਮਰਦਾਸ ਜੀ ਵੀ ਕਹਿੰਦੇ ਹਨ ਕਿ ਭਗਤਾਂ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ, ਬਹੁਤ ਨਹੀਂ ਬੋਲਣਾ, ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਸੋ ਇੱਥੇ ਵੀ ਉਹੀ ਗੱਲ ਹੈ, ਵਾਲੋਂ ਨਿੱਕੀ ਪੁਰਸਲਾਤ। ਇੱਕ ਚੀਜ਼ ਆਪ ਜੀ ਦਾ ਜਿਹੜਾ ਇਸ ਚੀਜ਼ ਵੱਲ ਮੈਂ ਧਿਆਨ ਲਿਆਉਣਾ ਚਾਹੁੰਦਾ ਕਿ ਪੁਰਸਲਾਤ, ਤਾਂ ਪੁਰਸਲਾਤ ਜਿਹੜਾ ਹੈ, ਜਿਸ ਤਰ੍ਹਾਂ ਪੰਜਾਬੀ ਦੇ ਲਿਟਰੇਚਰ ਦੇ ਵਿੱਚ ਕੁਝ ਸ਼ਬਦ ਹੁੰਦੇ ਜਿਨ੍ਹਾਂ ਨੂੰ ਅਸੀਂ ਅਪਭ੍ਰੰਸ਼ ਸ਼ਬਦ ਕਹਿੰਦੇ ਆ, ਅਪਭ੍ਰੰਸ਼। ਸੋ ਜਿਹੜਾ ਸਹੀ ਸ਼ਬਦ ਤੋਂ ਜ਼ੁਬਾਨ ਦੇ ਉੱਪਰ ਚੜ੍ਹਦਾ ਪੁੱਠੇ ਤਰੀਕੇ ਦੇ ਨਾਲ ਜਾਂ ਹੋਰ ਤਰੀਕੇ ਦੇ ਨਾਲ, ਤੇ ਉਹ ਜ਼ੁਬਾਨ ਤੇ ਚੜਿਆ ਹੋਇਆ ਆਮ ਤੌਰ ਤੇ ਲਿਟਰੇਚਰ ਦੇ ਵਿੱਚ ਕੁਝ ਸਮਾਂ ਪਾ ਕੇ ਲਿਟਰੇਚਰ ਦੇ ਵਿੱਚ ਉਹ ਉਸੇ ਤਰ੍ਹਾਂ ਹੀ ਐਜ਼ ਇਟ ਇਜ਼ ਆ ਜਾਂਦਾ, ਤੇ ਅਸਲ ਜਿਹੜਾ ਸ਼ਬਦ ਉਹਦਾ ਤੋਂ ਹੋਰ ਤਰ੍ਹਾਂ ਹੁੰਦਾ। ਸੋ ਹੁਣ ਜਿਹੜਾ ਪੁਰਸਲਾਤ ਨਹੀਂ ਹੈ ਸ਼ਬਦ, ਅਸਲ ਦੇ ਵਿੱਚ ਜਿਹੜਾ ਹੈਗਾ ਪੁਲ ਸਿਰਾਤ, ਦੋ ਸ਼ਬਦ ਹੁੰਦੇ। ਪੁਲ ਸਿਰਾਤ ਦਾ ਮਤਲਬ ਹੁੰਦਾ 16 ਦਾ ਪੁਲ। ਤੋ ਇਹ ਜਿਹੜਾ ਮੁਸਲਮਾਨ ਧਰਮ ਦੀ ਮੰਨਤ ਹੈਗੀ ਹੈ, ਮੰਨਦੇ ਆ ਉਹਦੇ ਵਿੱਚ ਕਿ ਅਗਾਂਹ ਜਾ ਕੇ ਕੋਈ ਤਿੱਖਾ ਜਾਂ ਜਿਹੜਾ 16 ਦਾ ਪੁਲ ਬਣਿਆ ਹੋਇਆ ਉਸ ਦੇ ਉੱਪਰੋਂ ਸਾਨੂੰ ਲੰਘਣਾ ਪੈਂਦਾ, ਤੇ ਇਹ ਉਹਨਾਂ ਦਾ ਆਪਣਾ ਖਿਆਲ ਹੈ। ਲੇਕਿਨ ਇਹ ਜਿਹੜਾ ਅਪਭ੍ਰੰਸ਼ ਹੋ ਕੇ ਸ਼ਬਦ ਉਸ ਵਕਤ ਤੱਕ ਪੁਲ ਸਿਰਾਤ ਤੋਂ ਪੁਰਸਲਾਤ ਬਣ ਗਿਆ ਸੀ, ਪੁਰਸਲਾਤ, ਤੇ ਉਹੀ ਸ਼ਬਦ ਉਸ ਵੇਲੇ ਇਹਦੇ ਵਿੱਚ ਆਉਂਦਾ। ਤੇ ਇੱਕ ਜਿਹੜਾ ਲਿਟਰੇਰੀ ਮਾਰਕ ਆ ਜਿਹੜਾ ਪੰਜਾਬੀ ਦਾ, ਇਹ ਵੀ ਇਹਦੇ ਵਿੱਚ ਸਾਨੂੰ ਜਾਣਨ ਦੇ ਵਾਸਤੇ ਮਿਲਦਾ। ਤੇ ਇੱਥੇ ਜਿਹੜਾ ਫਰੀਦ ਜੀ ਕਹਿੰਦੇ ਕਿ ਉਹ ਇੰਨੀ ਜ਼ਿਆਦਾ ਤਿੱਖੀ ਹੈ ਧਾਰ, ਮਤਲਬ ਇੰਨਾ ਔਖਾ ਕਠਨ ਜੀਵਨ ਹੈ ਕਿ ਅਗਰ ਉਸ ਦੇ ਉੱਪਰ ਕੀੜੀ ਵੀ, ਇੰਨੀਆਂ ਛੋਟੀਆਂ ਲੱਤਾਂ ਜਿਸ ਦੀਆਂ, ਉਹ ਵੀ ਕਿਤੇ ਖੜ ਜਾਵੇ ਤੇ ਉਹਦੇ ਵੀ ਲੱਤ ਵੱਢੀ ਜਾਵੇ, ਮਤਲਬ ਉਹਦਾ ਵੀ ਸਰੀਰ ਜਿਹੜਾ ਖਤਮ ਹੋ ਜਾਵੇ। ਸੋ ਫਰੀਦਾ ਕੀੜੀ ਪਵੰਦੀ ਖੜਾ ਨਾ ਆਪ ਨੂੰ ਆਏ, ਤੂੰ ਕਹਿੰਦੇ ਤੂੰ ਉੱਥੇ ਕਿਵੇਂ ਖੜੇਗਾ। ਸੋ ਮਤਲਬ ਕਿ ਇਸ ਦੁਨੀਆ ਦੇ ਵਿੱਚ ਰਹਿੰਦਿਆਂ ਕੁਛ ਕਰ ਗੁਜ਼ਰਨ ਦੇ ਵਾਸਤੇ ਜਿਹੜਾ ਫਰੀਦ ਜੀ ਸਾਨੂੰ ਜਿਹੜਾ ਇਹ ਸਮਝਾਉਂਦੇ ਆ ਇਹਨਾਂ ਸ਼ਬਦਾਂ ਦੇ ਵਿੱਚ, ਇਹਨਾਂ ਬਚਨਾਂ ਦੇ ਅੰਦਰ। ਤੇ ਅਗਾਂਹ ਜਾ ਕੇ ਜਿਹੜੀ ਦੂਸਰੇ ਆਈ ਥਿੰਕ ਦੂਸਰੇ ਟਾਈਮ ਦੇ ਉੱਪਰ ਗੱਲ ਕਰ ਲਾਂਗੇ ਕਿ ਕੁਛ ਇੱਕ ਖਿਆਲ ਐਸੇ ਹਨ ਜਿਹੜੇ ਇਹ ਨਹੀਂ ਕਹਿ ਸਕਦੇ ਕਿ ਗਲਤ ਸੀਗੇ। ਖਿਆਲ ਸੀਗਾ ਕਿ ਜਿਹੜਾ ਫਰੀਦ ਜੀ ਜਿਸ ਤਰੀਕੇ ਦੇ ਨਾਲ ਗੱਲ ਕਰਦੇ ਆ, ਉਹ ਸ਼ਾਇਦ ਆਮ ਸੰਗਤਾਂ ਨੂੰ, ਪੜ੍ਹਨੇ ਵਾਲਿਆਂ ਨੂੰ ਸ਼ਾਇਦ ਕਿਤੇ ਭੁਲੇਖਾ ਪੈ ਜਾਵੇ ਕਿ ਫਰੀਦ ਜੀ ਕੀ ਕਹਿ ਰਹੇ ਆ। ਸੋ ਜਿਸ ਤਰ੍ਹਾਂ ਕਹਿੰਦੇ ਹਨ ਫਰੀਦਾ ਰਤ
ਰਤ ਨਾ ਨਿਕਲਿਆ ਜੇ ਤਨ ਚੀਰੈ ਕੋਏ। ਹਾਂਜੀ, ਸੋ ਇੱਕ ਰੱਤੀ ਵੀ ਰਤ ਨਹੀਂ ਨਿਕਲਦਾ ਜੇਕਰ ਪਰਮਾਤਮਾ ਦੇ ਨਾਲ ਕੋਈ ਸਰੀਰ ਜੁੜਿਆ ਹੋਇਆ ਹੋਵੇ। ਲੇਕਿਨ ਉਹਨੂੰ ਫਿਰ ਜਿਹੜਾ ਗੁਰੂ ਅਮਰਦਾਸ ਜੀ ਜਿਹੜਾ ਕਰਦੇ ਆ, ਕਰੈਕਟ ਨਹੀਂ ਕਰਦੇ ਕਹਿ ਸਕਦੇ, ਸੋ ਉਹਦੀ ਜਿਹੜੀ ਕਲੈਰੀਫਿਕੇਸ਼ਨ ਦਿੰਦੇ ਆ ਤਾਂ ਉਹ ਕਹਿੰਦੇ ਕਿ ਇਹ ਸਭੋ ਰਤ ਹੈ ਰਤ ਮਿਨ ਤਨ ਨਾ ਹੋਏ, ਜੋ ਰਤੇ ਸ਼ੋ ਆਪਣੇ ਤਿਤਨ ਲੋਭ ਰਤ। ਉਹ ਸਾਨੂੰ ਇਹ ਦੱਸਦੇ ਆ ਕਿ ਜਿਹੜੇ ਫਰੀਦ ਜੀ ਗੱਲ ਕਰਦੇ ਉਹ ਲੋਭ ਰਤ ਦੀ ਕਰਦੇ ਆ ਕਿ ਸਰੀਰ ਦੇ ਵਿੱਚੋਂ ਲੋਭ ਦਾ ਰਤ ਜਿਹੜਾ ਖਤਮ ਹੋ ਜਾਂਦਾ। ਤੋ ਇਸ ਤਰ੍ਹਾਂ ਦੀ ਕਲੈਰੀਫਿਕੇਸ਼ਨ ਜਿਹੜੀ ਹੈ ਉਹ ਕਿਤੇ ਕਿਤੇ ਸਾਨੂੰ ਭਗਤਾਂ ਦੀ ਬਾਣੀ ਦੇ ਵਿੱਚ ਗੁਰੂ ਮਹਾਰਾਜ ਜਿਹੜੀ ਸਾਨੂੰ ਦਿੰਦੇ, ਬਖਸ਼ਿਸ਼ ਕਰ ਦਿੰਦੇ ਸਮਝਾਉਣ ਵਾਸਤੇ, ਤੇ ਉਹ ਆਉਂਦੀ ਜਾਂਦੀ ਰਹਿੰਦੀ ਹੈ ਜੀ। ਤੇ ਉਹਦੇ ਬਾਰੇ ਅਸੀਂ ਫਿਰ ਨੈਕਸਟ ਟਾਈਮ ਗੱਲ ਕਰ ਲੈਂਦੇ ਹਾਂ। ਠੀਕ ਹੈ ਜੀ, ਥੈਂਕ ਯੂ ਭਾਈ ਸੁੱਚਾ ਸਿੰਘ ਜੀ, ਐਪਰੀਸ਼ੀਏਟ ਤੁਹਾਡੇ ਜਿਹੜੇ ਵਿਊ ਪੁਆਇੰਟ ਨੇ। ਵੀ ਵਿਲ ਕਮ ਬੈਕ ਅਗੇਨ। ਸੋ ਸਾਰੇ ਸਪੀਕਰਸ ਪਲੀਜ਼ ਲੈਟਸ ਕੀਪ ਇਨ ਮਾਈਂਡ ਵੀ ਆਪਾਂ 5 ਮਿੰਟ ਤੱਕ ਸੀਮਿਤ ਰੱਖੀਏ, ਫਿਰ ਦੁਬਾਰਾ ਤੇ ਫੇਰ ਆਵਾਂਗੇ, ਜਿਹੜਾ ਲੈਫਟ ਓਵਰ ਟਾਈਮ ਰਹਿ ਜਾਊਗਾ। ਫਰੀਦ ਜੀ ਨੂੰ ਕਈ ਲਿਖਾਰੀ ਨੇ ਉਹ ਸੂਫੀ ਆਖਦੇ ਨੇ, ਹਾਂਜੀ, ਪਰ ਜਿਹੜੇ ਉਹਨਾਂ ਦੇ ਖਿਆਲਤ ਸੀ ਉਹ ਇੰਨੇ ਉੱਚੀ ਕਦਰਾਂ ਕੀਮਤਾਂ ਵਾਲੇ ਸੀ ਕਿ ਉਹਨਾਂ ਨੇ ਕਲੀਅਰਲੀ ਕਹਿਤਾ ਵੀ ਇਹ ਜਿਹੜਾ ਜੀਵਨ ਹੈ, ਸੰਸਾਰੀ ਜੀਵਨ, ਮਨੁੱਖ ਤਾਂ ਭਾਈ ਗਿਣੇ ਮਿਣੇ ਸਵਾਸ ਲੈ ਕੇ ਸੰਸਾਰ ਤੇ ਆਉਂਦਾ, ਤੇ ਮਹਾਰਾਜ ਤਾਂ ਉਹਨੂੰ ਦਰਵੇਸ਼ ਫਕੀਰ ਬਣਨ ਲਈ ਕਹਿੰਦੇ ਨੇ, ਪਰ ਮਾਇਆ ਦੇ ਮੋਹ ਦੀ ਨੀਂਦ ਦੇ ਵਿੱਚ ਇੰਨਾ ਸੁੱਤਾ ਪਿਆ ਕਿ ਵੈਰ ਵਿਰੋਧ ਦੇ ਵਿੱਚ ਹੀ ਤੇ ਜ਼ਿੰਦਗੀ ਜਿਹੜੀ ਆ ਕੁਰਾਹੇ ਪਈ ਰਹਿੰਦੀ ਆ ਉਹਦੀ ਬੰਦੇ ਦੀ। ਤੇ ਫਿਰ ਨਾਲੇ ਕਹਿੰਦੇ ਨੇ ਭਾਈ ਜਿਹੜੇ ਦਰਵੇਸ਼ ਨੇ ਨਾ, ਇਹਨਾਂ ਨੂੰ ਤਾਂ ਜੰਗਲਾਂ 'ਚ ਜਾਣ ਦੀ ਲੋੜ ਨਹੀਂ, ਇਹਨਾਂ ਨੂੰ ਤਾਂ ਘਰ ਬੈਠਾ ਹੀ ਕਿਰਤਕਾਰ ਕਰਨ ਦੀ ਲੋੜ ਹੈ, ਆਪਦੇ ਹਿਰਦੇ ਘਰ ਦੇ ਵਿੱਚ ਜਾ ਕੇ ਰੱਬ ਨੂੰ ਦੇਖਣ ਦੀ ਲੋੜ ਹੈ। ਤੇ ਇਹੋ ਜਿਹੇ ਦਰਵੇਸ਼ਾਂ ਦੇ ਫਿਰ ਲੱਛਣ ਦੱਸੇ, ਉਹਨਾਂ 'ਚ ਸਬਰ ਹੈ, ਸਾਦਗੀ ਹੈ, ਤੇ ਉਹਨਾਂ 'ਚ ਸਹਿਨਸ਼ੀਲਤਾ ਹੈ, ਉਹ ਦੁਨਿਆਵੀ ਲਾਲਚ ਤੋਂ ਉੱਪਰ ਨੇ, ਇੱਕ ਰੱਬ ਦੀ ਆਸ ਹੈ। ਫਰੀਦਾ ਖਲਕ ਮੈਂ ਖਲਕ ਵਸੈ ਬਿਨ, ਉਹ ਤਾਂ ਖਲਕਤ ਦੀ ਸੇਵਾ ਦੇ ਵਿੱਚ ਹੈ, ਖਲਕਤ ਦੇ ਵਿੱਚੋਂ ਉਹ ਪਰਮੇਸ਼ਰ ਨੂੰ, ਰੱਬ ਨੂੰ ਦੇਖਦੇ ਨੇ, ਕਿਸੇ ਦਾ ਦਿਲ ਨਹੀਂ ਦਿਖਾਉਂਦੇ, ਰੱਬ ਦੀ ਯਾਦ ਤਾਜ਼ਾ ਰੱਖਦੇ ਨੇ, ਦੂਜੇ ਦੇ ਹੱਕਾਂ ਨੂੰ ਨਹੀਂ ਮਾਰਦੇ, ਹੱਕ ਦੀ ਕਮਾਈ ਕਰਦੇ ਨੇ। ਬਸ ਇਸ ਤਰ੍ਹਾਂ ਦਾ ਜੀਵਨ ਹੈ, ਇਹ ਜਿਹੇ ਜੀਵਨ ਦੇ ਉੱਤੇ ਜ਼ੋਰ ਹੈ। ਤੇ ਇਹੀ ਗੁਰੂ ਨਾਨਕ ਦਾ ਧਰਮ ਸੀ। ਗੁਰੂ ਨਾਨਕ ਪਾਤਸ਼ਾਹ ਦਾ ਜੀ ਨੇ ਉਹਨਾਂ ਨੂੰ ਇਹ ਜਿਹੇ ਜਿਹੜੇ ਸਿਧਾਂਤ ਸੀ ਇਹਨਾਂ ਨੂੰ ਪਕੜਿਆ ਤਾਂ ਕਿ ਮਨੁੱਖਤਾ ਦਾ ਭਲਾ ਹੋ ਸਕੇ, ਪਾਰ ਉਤਾਰਾ ਹੋ ਸਕੇ। ਬਹੁਤ ਬਹੁਤ ਧੰਨਵਾਦ ਭਾਈ ਸੁੱਚਾ ਸਿੰਘ ਜੀ। ਹੁਣ ਮੈਂ ਆਪ ਕਹਾਂਗਾ ਆਪਣੇ ਡਾਕਟਰ ਕਲਿਆਣ ਸਿੰਘ ਕਲਿਆਣ ਹੋਣਾ ਜੀ, ਤੁਸੀਂ ਵੀ ਭਗਤ ਜੀ ਦੇ ਜਿਹੜੇ ਭਗਤ ਫਰੀਦ ਜੀ ਦੀ ਬਾਣੀ ਦੇ ਵਿੱਚੋਂ ਉਹਨਾਂ ਦੇ ਜਿਹੜੇ ਵਿਚਾਰ ਆ ਸਾਡੇ ਨਾਲ ਸਾਂਝੇ ਕਰੋ। ਜੀ ਆਇਆਂ ਟੂ ਵਾਇਸ ਆਫ ਮਾਨਵਤਾ ਦਾ ਜਿਹੜਾ ਪ੍ਰੋਗਰਾਮ ਆ ਸਾਡਾ ਇਹਦੇ ਉੱਤੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਟਾਕ ਚੱਲ ਰਹੀ ਹੈ ਔਰ ਜਿਹੜੇ ਸਾਡੇ ਬਾਬਾ ਫਰੀਦ ਜੀ ਬਿਲਕੁਲ ਹੀ ਇੱਕ ਐਸੀ ਇੰਪੋਰਟੈਂਟ ਜਿਹੜੀ ਮੁੱਢਲੀ ਸ਼ਖਸੀਅਤ ਕਹਿ ਸਕਦੇ ਹੋ ਪੰਜਾਬੀ ਦੇ ਜਿਹੜੇ ਉਹਦੇ ਵਿੱਚ। ਅੱਛਾ, ਬਹੁਤ ਸਾਰੀਆਂ ਜਿਹੜੀ ਉਹਨਾਂ ਦੀ ਸ਼ਬਦਾਵਲੀ ਹੈ ਉਹ ਅਰਬੀ ਫਾਰਸੀ ਦੇ ਵਿੱਚ ਉਹਨਾਂ ਨੇ ਕਾਫੀ ਵਰਤਿਆ ਹੋਇਆ ਵਾ। ਪੁਲ ਸਰਾਤ ਇਸਲਾਮਿਕ ਸ਼ਰੀਅਤ ਦੇ ਮੁਤਾਬਕ ਉਹਨਾਂ ਦੀ ਜਿਹੜੀ ਹੈ ਜਿਹੜੀ ਉਹਨਾਂ ਦੀ ਆਖਰੀ ਜਿਹੜਾ ਹੈ ਜਿੱਥੇ ਗੁਜ਼ਰ ਕੇ ਹੀ ਸਵਰਗਾਂ ਦੇ ਵਿੱਚ ਦਾਖਲ ਹੋਇਆ ਜਾ ਸਕਦਾ ਹੈ, ਉਹਨੂੰ ਪੁਲ ਸਰਾਤ ਆਖਿਆ ਜਾਂਦਾ ਹੈ। ਔਰ ਇਹ ਇਸਲਾਮ ਦੇ ਧਰਮ ਮੁਤਾਬਕ ਸਭ ਨੇ ਇਸ ਪੁਲ ਸਰਾਤ ਤੋਂ ਗੁਜ਼ਰਨਾ ਹੋਏਗਾ। तो ये एक है। दूसरी गल इंपॉर्टेंट गल है कि 112 श्लोक हैं और दो शब्द हैं, दो रागां दे विच बाबा फरीद जी दे शब्द हैं। सो उन्हां दे टोटल गुरु ग्रंथ साहब च 130 श्लोक हैं, बाकी उन्हां विचों बाकी गुरु साहिबानां दे विच भी शामिल है। और एक इंपॉर्टेंट गल जिहड़ी है कि ये उन्हां दे पोते फरीद सानी कोलों श्री गुरु नानक देव जी ने ਜਿਹੜੇ ਹੈ ਨੇ ਉਹ ਸ਼ਲੋਕ ਇਕੱਠੇ ਕੀਤੇ ਹਨ। ਕਈ ਇੱਥੇ ਸਾਡੇ ਵਿਦਵਾਨਾਂ ਨੇ ਪ੍ਰੋਫੈਸਰ ਪ੍ਰੀਤਮ ਸਿੰਘ ਹੋਰਾਂ ਦੀ ਗੁਰੂ ਗ੍ਰੰਥ ਸਾਹਿਬ ਵਾਲੇ ਬਾਬਾ ਫਰੀਦ ਜੀ ਦੀ ਭਾਲ ਉਹਨਾਂ ਦੀ ਪੁਸਤਕ ਹੈ, ਉਸ ਦੇ ਵਿੱਚ ਵੀ 3 ਵੱਖ-ਵੱਖ ਬਾਬਾ ਫਰੀਦ ਜੀਆਂ ਨੂੰ ਬਿਆਨ ਕੀਤਾ ਹੈ। ਔਰ ਇੱਕ ਬਾਬਾ ਫਰੀਦ ਜੀ ਪਾਕਪਟਨ ਵਾਲੇ, ਇੱਕ ਬਿਹਾਰ ਵਾਲੇ ਔਰ ਇੱਕ ਮਹਾਰਾਸ਼ਟਰ ਵਾਲੇ, ਤਿੰਨਾਂ ਨੂੰ ਹੀ ਦੱਸਿਆ ਹੈ ਕਿ ਹੋ ਸਕਦਾ ਕਿ ਇਹਨਾਂ ਦੀ ਬਾਣੀ ਹੋਵੇ। ਲੇਕਿਨ ਕਿਉਂਕਿ ਮਹਾਰਾਜ ਪਹਿਲੇ ਪਾਤਸ਼ਾਹ ਇਹਨਾਂ ਸ਼ਲੋਕਾਂ ਦੀ ਖੋਜ ਵਾਸਤੇ ਪਾਕਪਟਨ ਦੇ ਕੋਲ ਹੀ ਇੱਕ ਟਿੱਬਾ ਨਾਨਕਸਰ ਹੈ, ਉੱਥੇ ਟਿੱਬੇ ਦੇ ਕੋਲ ਉਹਨਾਂ ਦਾ ਜਿਹੜਾ ਰਹਿਣ ਸਹਿਣ ਸੀ, ਉੱਥੇ ਉਹ ਤਕਰੀਬਨ 2 ਸਾਲ ਰਹੇ।
ਔਰ ਉੱਥੇ ਉਹਨਾਂ ਨੇ ਵੱਖ-ਵੱਖ ਕੱਲੇ ਇੱਕ ਬਾਬਾ ਫਰੀਦ ਸਾਨੀ ਤੋਂ ਇਕੱਠੇ ਨਹੀਂ ਕੀਤੇ ਹੈ, ਬਲਕਿ ਜਿੱਥੇ ਬਾਬਾ ਫਰੀਦ ਜੀ ਬੋਲਦੇ ਹੁੰਦੇ ਸਨ, ਬਹੁਤ ਸਾਰੇ ਮੀਰ ਆਲਮਾਂ ਤੋਂ ਉਸ ਵੇਲੇ ਦੇ ਜਿਹੜੇ ਸ਼ਲੋਕ ਨੇ ਉਹ ਇਕੱਠੇ ਕੀਤੇ ਹਨ। ਕਿਸੇ ਵੇਲੇ ਫਿਰ ਗੱਲਬਾਤ ਕਰਾਂਗੇ ਕਿ ਸ਼ਲੋਕ ਦਾ ਇਤਿਹਾਸ ਕੀ ਹੈ। ਹਿੰਦੁਸਤਾਨੀ ਪਰੰਪਰਾ ਦੇ ਵਿੱਚ ਸ਼ਲੋਕ ਜਾਂ ਸਲੋਕ ਜਿਹੜਾ ਹੈ ਉਹ ਕਿੱਥੋਂ ਆਇਆ ਹੈ। ਇਹ ਵੀ ਇੱਕ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਨੂੰ ਸਿਨਫ ਵਜੋਂ ਲੈਂਦੇ ਹਨ। ਹਾਲਾਂਕਿ ਸਾਡੇ ਵਿਦਵਾਨ ਇਸ ਬਾਰੇ ਬਹੁਤ ਕਲੀਅਰ ਹਨ ਕਿ ਇਹ ਇੱਕ ਸਿੰਪਲੀ ਸਿਨਫ ਹੈ ਜਿਹੜੀ ਕਿ ਦੋੜਾ ਹੈ, ਔਰ ਦੋੜਾ ਜਿਹੜਾ ਹੈ ਦੋ ਮਿਸਰਿਆਂ ਤੇ ਉੱਤੇ ਮੋਹਿਤ ਹੁੰਦਾ ਹੈ ਤੇ ਦੋ ਮਿਸਰਿਆਂ ਤੇ ਉਹ ਚੱਲਦਾ ਹੈ। ਸੋ ਇਸ ਦੋੜੇ ਦੀ ਜਿਹੜੀ ਵਰਤੋਂ ਹੈ ਜਾਂ ਇਸ ਸ਼ਲੋਕ ਦੀ ਜਿਹੜੀ ਵਰਤੋਂ ਹੈ ਹਿੰਦੁਸਤਾਨੀ ਪਰੰਪਰਾ ਵਿੱਚ ਕਦੋਂ ਸ਼ੁਰੂ ਹੋਈ। ਵੇਦਾਂ ਦੇ ਵਿੱਚ ਵੀ ਜਿਹੜਾ ਹੈ ਸ਼ਲੋਕ ਜਾਂ ਦੋੜੇ ਦਾ ਲਫ਼ਜ਼ ਜਿਹੜਾ ਹੈ ਉਹ ਬਹੁਤ ਥਾਵਾਂ ਤੇ ਮਿਲਦਾ ਹੈ, ਔਰ ਉਸ ਤੋਂ ਬਾਅਦ ਹਿੰਦੁਸਤਾਨੀ ਵੱਖ-ਵੱਖ ਪਰੰਪਰਾਵਾਂ ਵਿੱਚ ਸ਼ਲੋਕ ਦਾ ਜਿਹੜਾ ਸੀ ਸ਼ਬਦ ਮੌਜੂਦ ਹੈ। ਔਰ ਜਦੋਂ ਗੋਰਖਨਾਥ ਚੜਪਤਨਾਥ ਮਛਿੰਦਰਨਾਥ ਦੇ ਸ਼ਲੋਕ ਵੀ ਤੁਸੀਂ ਅਗਰ ਵੇਖੋਗੇ ਤਾਂ ਉਹਨਾਂ ਦੇ ਸ਼ਲੋਕਾਂ ਦੇ ਵਿੱਚ ਵੀ ਇੱਕ ਇਸੇ ਤਰ੍ਹਾਂ ਦੀ ਚਾਸ਼ਨੀ ਜਿਹੜੀ 7ਵੀਂ 8ਵੀਂ ਸਦੀ ਦੇ ਵਿੱਚ ਮੌਜੂਦ ਹਨ, ਉਹ ਇਸ ਤਰ੍ਹਾਂ ਦੀ ਚਾਸ਼ਨੀ ਜਿਹੜੀ ਹੈ ਉਹ ਬਹਰਾਲ ਮੌਜੂਦ ਰਹੀ ਹੈ। ਸੋ ਇਹ ਗੁਰੂ ਸਾਹਿਬ ਨੇ ਉਹਨਾਂ ਦੇ ਪੋਤੇ ਫਰੀਦ ਸਾਨੀ ਕੋਲੋਂ ਬਹੁਤ ਸਾਰੇ ਵਿਦਵਾਨ ਇਸ ਦੇ ਉੱਤੇ ਆਏ ਹਨ ਕਿ ਉਹਨਾਂ ਨੇ ਉੱਥੋਂ ਲਏ ਹੋਏ ਹਨ, ਮੋਸਟਲੀ ਉਹਨਾਂ ਕੋਲੋਂ ਲਏ ਹਨ। ਫਿਰ ਜਿਹੜੇ ਜ਼ਿਕਰ ਤੁਸੀਂ ਕੀਤਾ ਹੈ ਉਹਦੇ ਉੱਤੇ ਮਹੱਲਾ 5ਵਾਂ ਲਿਖਿਆ ਹੈ, ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ ਮੰਦਾ ਕਿਸਨੂੰ ਆਖੀ ਹੈ ਜਾਂ ਤਿਸ ਬਿਨ ਕੋਈ ਨਾ ਹੈ। ਇਹ ਇੱਕ ਸਪੇਸ ਹੈ ਕਿ ਮੁਸਲਿਮ ਧਰਮ ਦੇ ਵਿੱਚ ਇਸ ਚੀਜ਼ ਦੀ ਸਪੇਸ ਹੈ ਕਿ ਜਿਸ ਵੇਲੇ ਸੂਫੀ ਜਾਂ ਤਸਵੁਫ ਦੇ ਵਿੱਚ ਇੱਕ ਗੱਲ ਬਹੁਤ ਸਾਫ਼ ਆ ਜਾਂਦੀ ਹੈ ਕਿ ਉਹ ਉਸ ਹਸਤੀ ਨੂੰ ਕਿਵੇਂ ਲੱਭਦੇ ਹਨ, ਪਰਮਾਤਮਾ ਨੂੰ ਕਿਵੇਂ ਭਾਲਦੇ ਹਨ। ਸੋ ਉਹ ਉਸ ਨੂੰ ਕਈ ਵਾਰੀ 7 ਜ਼ਮੀਨਾਂ 7 ਅਸਮਾਨਾਂ ਦੇ ਵਿੱਚ ਲੱਭਦੇ ਹਨ, ਔਰ ਕਈ ਵਾਰੀ ਉਸ ਨੂੰ ਜਿਹੜਾ ਹੈ ਕਿਸੇ ਜਿਵੇਂ ਗੁਰੂ 5ਵੇਂ ਪਾਤਸ਼ਾਹ ਨੇ ਬਹੁਤ ਸਾਫ਼ ਕਲੀਅਰ ਕਰ ਦਿੱਤਾ ਹੈ ਕਿ ਨਹੀਂ, ਤੁਸੀਂ ਪ੍ਰਮਾਤਮਾ ਨੂੰ ਜਿਹੜਾ ਹੈ ਉੱਤੇ ਅਸਮਾਨਾਂ ਤੇ ਜਾਂ ਥੱਲੇ ਪਾਤਾਲਾਂ ਵਿੱਚ ਨਹੀਂ ਲੱਭ ਸਕਦੇ, ਬਲਕਿ ਉਹਨਾਂ ਨੇ ਸਾਫ਼ ਕਹਿ ਦਿੱਤਾ ਹੈ। ਮਹੱਲਾ 5ਵਾਂ ਦੇ ਉੱਤੇ ਲਿਖਿਆ ਹੋਇਆ ਹੈ ਕਿ ਫਰੀਦਾ ਖਾਲਕ ਖਲਕ ਮੈਂ, ਕਿ ਉਹਨੂੰ ਉੱਥੇ ਨਾ ਲੱਭੋ, ਖਾਲਕ ਖਲਕ ਚ ਬੈਠੀ ਹੈ, ਖਲਕ ਵਸੈ ਰੱਬ ਮਾਹੇ, ਖਲਕ ਵੀ ਜਿਹੜੀ ਹੈ ਉਹ ਘੱਟ ਨਹੀਂ ਹੈ, ਉਹ ਵੀ ਉਸ ਪ੍ਰਮਾਤਮਾ ਦੇ ਵਿੱਚ ਹੀ ਵਸਦੀ ਹੈ। ਮੰਦਾ ਕਿਸ ਨੂੰ ਆਖੀ ਹੈ, ਕਿ ਤੁਸੀਂ ਕਿਸ ਨੂੰ ਭੈੜਾ ਕਿਵੇਂ ਕਹਿ ਸਕਦੇ ਹੋ, ਜਾਂ ਤਿਸ ਬਿਨ ਕੋਈ ਨਾ ਹੈ, ਕਿ ਉਸ ਤੋਂ ਬਿਨਾ, ਉਸ ਪ੍ਰਮਾਤਮਾ ਤੋਂ ਬਿਨਾ ਕੋਈ ਵਜੂਦ ਹੀ ਨਹੀਂ ਹੈ। ਸੋ ਇਹ ਇੱਕ ਜਿੱਥੇ ਜਿੱਥੇ ਵੀ ਜਿਹੜੀ ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਬਾਬਾ ਫਰੀਦ ਜੀ ਦੀ ਜਿਹੜਾ ਕੋਈ ਘਾਟ ਨਜ਼ਰ ਆਉਂਦੀ ਹੈ ਉਸ ਨੂੰ ਗੁਰੂ ਸਾਹਿਬਾਨਾਂ ਨੇ ਪੂਰਾ ਕੀਤਾ ਹੋਇਆ ਹੈ, ਲੇਕਿਨ ਇੱਥੇ ਇਹ ਸਾਫ਼ ਨਜ਼ਰ ਆ ਰਿਹਾ ਹੈ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜਿਸ ਚੀਜ਼ ਦੀ ਭਾਲ ਕਰਦੇ ਸੀ ਬਾਬਾ ਫਰੀਦ ਜੀ, ਉਸ ਭਾਲ ਨੂੰ ਜਿਹੜਾ ਹੈ ਉਹਨਾਂ ਦੇ ਲੱਭ ਕੇ ਤੇ ਉਹਨਾਂ ਨੂੰ ਦੇ ਦਿੱਤਾ ਹੈ। ਸੋ ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਗੁਰੂ ਸਾਹਿਬ ਉਹਨਾਂ ਦਾ ਬਹੁਤ ਖੂਬਸੂਰਤ ਅੰਦਾਜ਼ ਨਾਲ ਜਿਹੜਾ ਹੈ ਉਹ ਜਿੱਥੇ ਉਹ ਕੁਐਸਚਨ ਮਾਰਕ ਕਰਦੇ ਹਨ ਉੱਥੇ ਗੁਰੂ ਸਾਹਿਬ ਉਹਨਾਂ ਦਾ ਬਹੁਤ ਸੋਹਣੇ ਤਰੀਕੇ ਨਾਲ ਜਵਾਬ ਦਿੰਦੇ ਹਨ। ਸੋ ਇਸੇ ਕਰਕੇ ਹੀ ਜਿੱਥੇ ਬਾਬਾ ਫਰੀਦ ਜੀ ਦੇ 112 ਸ਼ਲੋਕ ਹਨ ਉੱਥੇ 18 ਸ਼ਲੋਕ ਸਾਡੇ ਬਾਕੀ ਗੁਰੂ ਸਾਹਿਬਾਨਾਂ ਦੇ ਵੀ ਹਨ। ਔਰ ਇੱਕ ਗੱਲ ਜਿਹੜੀ ਕਿ ਆਉਣ ਵਾਲੀ ਪੀੜ੍ਹੀ ਨੂੰ ਦੱਸਣੀ ਬਹੁਤ ਜ਼ਰੂਰੀ ਹੈ, ਉਹ ਹੈ ਕਿ ਗੁਰੂ ਗ੍ਰੰਥ ਸਾਹਿਬ ਜਿਹੜੀ ਹੈ ਉਹਦਾ ਅਵਤਾਰ ਮਾਨੁਖਤਾ ਲਈ ਹੈ। ਸੋ ਇਹ ਨਹੀਂ ਹੈ ਕਿ ਉਸ ਨੂੰ ਤਕਸੀਮ ਨਾ ਕਰੋ ਇਸ ਉਹਦੇ ਉੱਤੇ ਕਿ ਇਹ ਸਿਰਫ ਸਿੱਖਾਂ ਦੀ ਜਾਂ ਸਿੱਖਾਂ ਦੀ ਗੁਰੂ ਸਾਹਿਬਾਨ ਹਨ ਜਾਂ ਸਿੱਖਾਂ ਦੀ ਧਾਰਮਿਕ ਪੁਸਤਕ ਹੈ, ਇਸ ਨੂੰ ਤਕਸੀਮ ਨਾ ਕੀਤਾ ਜਾਵੇ। ਜਿਵੇਂ ਕਿ ਇੱਕ ਪੁਸਤਕ, ਮੈਂ ਮਾਫੀ ਬਹੁਤ ਹੀ ਸਤਿਕਾਰ ਨਾਲ ਉਹਨਾਂ ਤੋਂ ਮਾਫੀ ਚਾਹਨਾ ਹਾਂ
ਕਿ ਮੁਸਲਮਾਨ ਕਹਾਵਣ ਮੁਸ਼ਕਲ ਕਿ ਉਹਨਾਂ ਦੇ ਵਿੱਚ ਇਹ ਲਿਖਿਆ ਹੋਇਆ ਕਿ ਜਿਹੜਾ ਬਾਬਾ ਫਰੀਦ ਜੀ ਜਿਹੜੇ ਹਨ ਉਹਨੂੰ ਤੁਸੀਂ ਇਸ ਤਰ੍ਹਾਂ ਨਹੀਂ ਗਰਦਾਨ ਸਕਦੇ, ਇਸ ਤਰ੍ਹਾਂ ਨਹੀਂ ਦੱਸ ਸਕਦੇ ਕਿ ਉਹ ਮੁਸਲਮਾਨ ਨਹੀਂ ਸਨ। ਦੇਖੋ ਉਹਨਾਂ ਦੇ ਇੱਕ ਮੁਹੰਮਦ ਸਾਹਿਬ ਦੇ ਜਵਾਈ ਸਨ ਹਜ਼ਰਤ ਅਲੀ ਦੀ ਪੀੜ੍ਹੀ ਵਿੱਚੋਂ ਬਾਬਾ ਫਰੀਦ ਜੀ ਚੱਲਦੇ ਆ ਰਹੇ ਹਨ। ਉਹਨਾਂ ਦੀ ਧਾਰਮਿਕ ਅਵਸਥਾ ਬਹੁਤ ਜ਼ਿਆਦਾ ਹੈ ਲੋਕਾਂ ਦੀ ਇੱਥੇ, ਖਾਸ ਤੌਰ ਤੇ ਪੰਜਾਬ ਦੇ ਵਿੱਚ ਉਹ ਜ਼ਿਆਦਾ ਜੁੜੀ ਹੈ ਹਜ਼ਰਤ ਅਲੀ ਜੀ ਹੋਰਾਂ ਨਾਲ, ਤੇ ਹਜ਼ਰਤ ਅਲੀ ਦੀ ਔਲਾਦ ਜਿਹੜੀ ਹੈ ਉਹ ਬਾਬਾ ਫਰੀਦ ਜੀ ਉਸ ਵੰਸ਼ ਵਿੱਚੋਂ ਹਨ। ਸੋ ਅਗਰ ਤੁਸੀਂ ਇਸ ਨੂੰ ਮੁਸਲਮਾਨ ਨਹੀਂ ਗਰਦਾਨੋਗੇ ਤਾਂ ਫਿਰ ਜਿਹੜੀ ਹੈ ਸਾਡੇ 56% ਪੰਜਾਬੀ ਮੁਸਲਮਾਨ ਹਨ ਉਹ ਸਾਡੇ ਤੋਂ ਵਿਛੜ ਜਾਣਗੇ। ਉਹਨਾਂ ਦਾ ਵਿਸ਼ਵਾਸ ਜਿਹੜਾ ਹੈ ਉਹ ਫਿਰ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਨਹੀਂ ਰਹੇਗਾ। ਸੋ ਬਹੁਤ ਸਾਰੀ ਐਸੀ ਸ਼ਬਦਾਵਲੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਕਿ ਅਰਬੀ ਫਾਰਸੀ ਸ਼ਬਦਾਵਲੀ ਹੈ ਔਰ ਇੱਕ ਬਹੁਤ ਵੱਡੀ ਸ਼ਬਦਾਵਲੀ ਹੈ। ਫਿਰ ਅਸੀਂ ਉਸ ਤੋਂ ਵੀ ਵਿਛੜ ਜਾਵਾਂਗੇ। ਜਿਵੇਂ ਕਿ ਹੁਣ ਬਹੁਤ ਸਾਰੀ ਐਸੀ ਸ਼ਬਦਾਵਲੀ ਦੇ ਜਿਹੜੇ ਅਰਥ ਜਾਂ ਮੀਨਿੰਗਸ ਜਿਹੜੇ ਹਨ ਉਹ ਆਪਣੇ ਉਹਦੇ ਵਿੱਚ ਕੀਤੇ ਜਾਂਦੇ ਹਨ, ਜਿਹੜੇ ਕਿ ਆਪਣੇ ਮਤਲਬ ਨਾਲ ਕੀਤੇ ਜਾਂਦੇ ਹਨ, ਜਿਹੜੇ ਕਿ ਮੇਰਾ ਖਿਆਲ ਹੈ ਕਿ ਇੱਕ ਹੋਰ ਸਿੱਖ ਕੌਮ ਲਈ ਇੱਕ ਢਾਹ ਲੱਗਣ ਵਾਲੀ ਗੱਲ ਹੈ। ਸੋ ਉਹ ਵੀ ਜਿਹੜਾ ਹੈ ਉਹ ਖਤਮ ਹੋਣੇ ਚਾਹੀਦੇ ਹਨ। ਜਿਹੜੇ ਉਸਦੇ ਅਸਲੀ ਮੀਨਿੰਗਸ ਹਨ ਸਾਨੂੰ ਉਹ ਸਾਲ ਜਿਹੜਾ ਹੈ ਉਹ ਲਾਜ਼ਮੀ ਜਾਣਾ ਚਾਹੀਦਾ ਹੈ ਔਰ ਉਸਦੇ ਉੱਤੇ ਖੋਜ ਕਰਨ ਦੀ ਲੋੜ ਹੈ। ਮੈਂ ਸਭ ਦਾ ਧੰਨਵਾਦੀ ਹਾਂ। ਮੇਰਾ ਖਿਆਲ ਹੈ ਕਿ ਮੈਂ ਆਪਣਾ ਟਾਈਮ ਤੋਂ ਵੱਧ ਜਿਹੜਾ ਹੈ ਉਹ ਟਾਈਮ ਲੈ ਲਿਆ ਹੈ, ਖਾਸ ਤੌਰ ਤੇ ਡਾਕਟਰ ਕਿਰਪਾਲ ਸਿੰਘ ਜੀ ਦਾ ਔਰ ਉਹਨਾਂ ਸਾਰਿਆਂ ਮਹਾਨ ਹਸਤੀਆਂ ਦਾ। ਮੈਂ ਜੀ ਤੁਹਾਡੇ ਤੋਂ ਸਿੱਖਣ ਵਾਸਤੇ ਇੱਥੇ ਆਇਆ ਹਾਂ। ਸੋ ਮੈਨੂੰ ਆਂਦਿਆਂ ਸਾਰ ਹੀ ਬੋਲਣ ਦਾ ਕਿਹਾ ਗਿਆ। ਸੋ ਮੈਂ ਸਭ ਦਾ ਧੰਨਵਾਦੀ ਹਾਂ ਔਰ ਅਗਰ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ। Thank you, Dr. Kalyan Singh ji, for your views. Look forward to seeing you more often on this platform. Every Wednesday night ਅਸੀਂ 9 ਵਜੇ ਰਾਤ ਨੂੰ ਸ਼ੁਰੂ ਕਰਦੇ ਹਾਂ। 9 ਤੋਂ 10 ਕਈ ਵਾਰ 5-10 ਮਿੰਟ ਉੱਪਰ ਚਲਾ ਜਾਂਦਾ ਪ੍ਰੋਗਰਾਮ, ਲੇਕਿਨ ਤੁਸੀਂ ਜੁਆਇਨ ਕਰੋ ਸਾਡੇ ਨਾਲ, ਬੜੇ ਤੁਹਾਡੇ ਧੰਨਵਾਦੀ ਹੋਵਾਂਗੇ। ਹੁਣ ਮੈਂ ਪੁੱਛਾਂਗਾ ਗਿਆਨੀ ਧਰਮ ਸਿੰਘ ਉਹਨਾਂ ਨੂੰ ਫਰਮ ਆਸਟ੍ਰੇਲੀਆ। ਹਾਂਜੀ ਗਿਆਨੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪਣੇ ਤੁਸੀਂ ਵਿਊ ਪੁਆਇੰਟ ਦੱਸੋ ਬਾਬਾ ਫਰੀਦ ਜੀ ਦੀ ਲਾਈਫ ਐਂਡ ਲੈਗੇਸੀ ਦੇ ਉੱਤੇ। ਹਾਂਜੀ ਆਪਣੇ ਜਿਹੜੇ ਭਾਈ ਸੁੱਚਾ ਸਿੰਘ ਉਹਨਾਂ ਨੇ ਸ਼ੁਰੂ ਕੀਤਾ ਸੀ ਸ਼ਲੋਕਾਂ ਦੇ ਨਾਲ, 2-3 ਸ਼ਲੋਕ ਪਹਿਲੇ ਕੀਤੇ ਨੇ ਤੁਸੀਂ, ਹੋਰ ਰਾਗ ਸੂਹੀ ਦੇ ਵਿੱਚ ਤੇ ਹੋਰ ਜਿਹੜੇ ਅੰਕਤ ਉਹਨਾਂ ਦੇ 4-5 ਸ਼ਬਦ ਨੇ ਇੱਧਰ ਉੱਧਰ, ਉਹਨਾਂ ਦੇ ਉੱਤੇ ਤੁਸੀਂ ਜ਼ਿਕਰ ਪਾਓ ਤੇ ਆਪਦੇ ਵਿਚਾਰ ਦੱਸੋ ਜੀ ਇਤਿਹਾਸਕ ਪੱਖ ਤੋਂ ਤੇ ਗੁਰਮਤਿ ਦੇ ਨਜ਼ਰੀਏ ਤੋਂ ਬਾਬਾ ਫਰੀਦ ਜੀ ਦੀ ਲਾਈਫ ਐਂਡ ਲੈਗੇਸੀ ਉੱਤੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਣ ਰਿਹਾ ਸਾਂ, ਬੜਾ ਆਨੰਦ ਆਇਆ ਤੇ ਜਿੱਥੋਂ ਤੱਕ ਭਗਤ ਫਰੀਦ ਜੀ ਦੇ ਸ਼ਲੋਕਾਂ ਦਾ ਆਪ ਜੀ ਨੇ ਬੜਾ ਖੂਬ ਜ਼ਿਕਰ ਕੀਤਾ ਹੈ ਕਿ ਉਹਨਾਂ ਦੇ 112 ਸ਼ਲੋਕ ਨੇ, ਜਿਨ੍ਹਾਂ ਦੇ ਨਾਲ 18 ਸ਼ਲੋਕ ਗੁਰੂ ਸਾਹਿਬਾਨ ਜੀ ਦੇ ਨੇ ਤੇ ਉਹਨਾਂ ਦੇ 4 ਸ਼ਬਦ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ, 2 ਰਾਗ ਆਸਾ ਦੇ ਵਿੱਚ ਨੇ ਅਤੇ 2 ਰਾਗ ਸੂਹੀ ਦੇ ਵਿੱਚ ਸ਼ਬਦ ਨੇ। ਔਰ ਇਹ ਮੇਰੇ ਖਿਆਲ 'ਚ ਸਾਰਿਆਂ ਨੂੰ, ਸਾਰੀ ਸੰਗਤ ਨੂੰ ਵੀ ਪਤਾ ਹੋਊ ਕਿ ਰਾਗੀ ਸਿੰਘ ਇਹਨਾਂ ਸ਼ਬਦਾਂ ਦਾ ਅਕਸਰ ਕੀਰਤਨ ਕਰਦੇ ਨੇ। ਤੇ ਉਹ ਸ਼ਬਦ ਹੈਗੇ ਨੇ, ਇੱਕ ਸ਼ਬਦ ਰਾਗ ਆਸਾ ਦੇ ਵਿੱਚ ਹੈਗਾ, ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨਾ ਨਾਮ ਤੇ ਭੋਏ ਭਾਰਥੀਏ। ਇੱਕ ਤੇ ਇਹ ਸ਼ਬਦ ਆ। ਦੂਸਰਾ ਰਾਗ ਆਸਾ ਦੇ ਵਿੱਚ ਹੀ ਆ, ਬੋਲੇ ਸ਼ੇਖ ਫਰੀਦ ਪਿਆਰੇ ਅੱਲਾਹ ਲੱਗੇ। ਇਹਦਾ ਭਾਵ ਆ ਕਿ ਸ਼ੇਖ ਫਰੀਦ ਜੀ ਬੋਲਦੇ ਨੇ, ਕਹਿੰਦੇ ਨੇ ਕਿ ਪਿਆਰੇ ਪ੍ਰਮਾਤਮਾ ਦੇ ਨਾਲ ਤੁਸੀਂ ਜੁੜੋ। ਇਹ ਤਨ ਹੋਸੀ ਸ਼ਾਰ, ਇਹ ਤਨ ਹੋਸੀ ਖਾਕ, ਨਿਮਾਣੀ ਗੌਰ ਕਰੇ ਕਿ ਸਰੀਰ ਤੇ ਰਹਿਣਾ ਨਹੀਂ ਆ। ਆਜ ਮਿਲਾਵਾ ਸ਼ੇਖ ਫਰੀਦ ਟਾਂਕੇ ਮਕੂੰਜੜੀਆਂ, ਮਨੋਂ ਮਚਿੰਦੜੀਆਂ। ਆ ਸਾਰੀ ਦੁਨੀਆ ਨੂੰ ਕੋਈ ਗੱਲ 'ਚ ਸਾਰਾ ਉਪਦੇਸ਼ ਦਿੱਤਾ ਕਿ ਮਨ ਨੂੰ ਮਚਾਉਣ ਵਾਲੀਆਂ ਜਿਹੜੀਆਂ ਹੈਗੀਆਂ ਨੇ ਸੋਚਾਂ ਨੇ, ਬਿਰਤੀਆਂ ਨੇ, ਉਹਨਾਂ ਨੂੰ ਰੋਕ ਲਓ ਤੇ ਇਸੇ ਜਨਮ ਦੇ ਵਿੱਚ ਹੀ ਪਰਮਾਤਮਾ ਦਾ ਮਿਲਾਪ ਹੋ ਸਕਦਾ।
बाकी दो शब्द सूही राग च ने, एक है तप तप लोह लो हाथ मरोरों, बावल होई सो सह लोरों, तैं सह मन में किया रोस, मुझ अवगन सह नाही दोष। इहदियां रहाउ दियां पंक्तियां, तैं साहिब की मैं सार ना जानी, जोबन खोए पाछा पछतानी। ते ਇਹ ਆਮ ਤੌਰ ਤੇ ਰਾਗੀ ਸਿੰਘ ਪੜ੍ਹਦੇ ਹੁੰਦੇ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ। ਇਹ ਰਹਾਉ ਤੋਂ ਅਗਲੀਆਂ ਪੰਕਤੀਆਂ ਨੇ, ਆਪਣੇ ਪ੍ਰੀਤਮ ਕਹੋ ਬਿਰਹਾ ਜਾਲੀ। ਤੇ ਇੱਕ ਸ਼ਬਦ ਆ ਸੂਹੀ ਰਾਗ ਦੇ ਵਿੱਚ ਹੀ ਕਿ ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ, ਭਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ, ਰੰਗ ਨਾ ਲਾਏ ਕਸੁੰਭੜਾ ਜਲ ਜਾਸੀ ਢੋਲਾ। ਤੇ ਇਸ ਸ਼ਬਦ ਦੀ ਖੂਬਸੂਰਤੀ ਇਹ ਆ ਕਿ ਇਹਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸ਼ਬਦ ਆ ਇੱਕ ਕਿ ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ ਦੇ ਨਾਲ ਹੀ ਗੁਰੂ ਨਾਨਕ ਸਾਹਿਬ ਜੀ ਦਾ ਹੈਗਾ ਸ਼ਬਦ ਜਪ ਤਪ ਕਾ ਬੰਦ ਬੇੜਲਾ, ਜਿਤ ਲੰਘੈ ਵਿਹੇਲਾ, ਨਾ ਸਰਵਰ ਨਾ ਉਛਲੈ ऐसा पंथ सुहेला, तेरा एको नाम बचीठा, रत्ता मेरा चोला हर रंग ढोला। ते क्योंकि इत्थे हथ ना लाए कसुंबड़े दी गल आ, ते गुरु जी ने उत्थे करता मजीठ दा ते परमात्मा दा नाम। ते इस करके ये चार शब्द भगत फरीद जी दे ने और सारे ही बड़े कमाल दे ने। तो जिथों तक मैं एक मिनट होर लेना चाहूंगा कि ਜਿਹੜੀ ਗੱਲ ਚੱਲ ਰਹੀ ਸੀ ਕਿ ਭਗਤ ਫਰੀਦ ਜੀ ਦੇ ਸ਼ਲੋਕਾਂ ਚ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਸਪਸ਼ਟ ਕੀਤਾ ਆ, ਤੇ ਮੈਂ ਇੱਥੇ ਇੱਕ ਬੇਨਤੀ ਕਰ ਦੇਵਾਂ ਕਿ ਉਹਨਾਂ ਨੇ ਇਕੱਲਾ ਫਰੀਦ ਜੀ ਦੇ ਸ਼ਲੋਕਾਂ ਨੂੰ ਨਹੀਂ, ਗੁਰੂ ਸਾਹਿਬ ਜੀ ਨੇ ਆਪ ਵੀ ਆਪਣੇ ਪਹਿਲੇ ਗੁਰੂ ਸਾਹਿਬਾਨ ਜੀ ਦੇ ਜੇ ਕਿਤੇ ਕੋਈ ਭੁਲੇਖਾ ਪੈਣ ਦੀ ਗੁੰਜਾਇਸ਼ ਹੈ ਤੇ ਉਹਦੀ ਵੀ ਸੁਧਾਈ ਕੀਤੀ ਆ। ਕਿਉਂਕਿ ਜਿਹੜਾ 119 ਨੰਬਰ ਸ਼ਲੋਕ ਹੈ ਭਗਤ ਕਬੀਰ ਜੀ ਦਾ, ਤਨ ਤਪੈ ਤਨੂਰ ਜਿਉ ਬਾਲਣਾ ਹੱਡ ਬਲਨ, ਪੈਰੀ ਥੱਕਾਂ ਸਿਰ ਜੁਲਾ ਜੇਮੂ ਫਿਰੀ ਮਿਲਨ। ਤੇ ਉਹਦੇ ਉੱਤਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਉਹਨੂੰ ਖੋਲ ਕੇ ਕੀਤਾ ਕਿ ਤਨ ਨਾ ਤਪਾਏ ਤਨੂਰ ਜਿਉ ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ ਅੰਦਰ ਫਿਰੀ ਨਿਹਾਲ। ਤੇ ਇਹਦੇ ਨਾਲ ਹੀ ਗੁਰੂ ਚੌਥੇ ਪਾਤਸ਼ਾਹ ਜੀ ਦਾ ਅਗਲਾ ਸ਼ਲੋਕ ਆ 21 ਨੰਬਰ, ਕਿਉਂਕਿ 20 ਗੁਰੂ ਨਾਨਕ ਦੇਵ ਜੀ ਦਾ, ਹਉ ਟੁੰਡੇਂਦੀ ਸੱਜਣਾ ਸੱਜਣ ਮਹਿੰਡਾ ਨਾਲ, ਨਾਨਕ ਅਲਖ ਨਾ ਲਖਿਆ ਗੁਰਮੁਖ ਦੇ ਅਧਿਕਾਰ। 122 ਨੰਬਰ ਫਿਰ ਮਹਲੇ ਤੀਸਰੇ ਗੁਰੂ ਅਮਰਦਾਸ ਜੀ ਦਾ ਕਿ ਹੰਸਾਂ ਦੇਖ ਤਰੰਦਿਆਂ ਬੱਗਾਂ ਆਇਆ ਜਾਓ, ਡੁੱਬ ਮੋਏ ਬਗ ਬੱਪੜੇ ਸਿਰ ਤਲ ਉੱਪਰ ਪਾਉ। ਤੇ ਇਹਦਾ ਮਤਲਬ ਕਿ ਤਨ ਤਮੂਰ ਨੂੰ ਤਨੂਰ ਵਾਂਗੂ ਤਪਾਉਂਦਿਆਂ ਕਿਸੇ ਨੂੰ ਤਪੱਸਿਆ ਕਰਦਿਆਂ ਵੇਖ ਕੇ ਕੋਈ ਦੂਸਰਾ ਕਾਰਨ ਲੱਗ ਪਵੇ। ਤੇ ਇਹ ਹੰਸਾਂ ਨੂੰ ਤਰਦਿਆਂ ਵੇਖ ਕੇ ਬਗਲਿਆਂ ਦੀ ਰੀਸ ਕਰਨ ਦੇ ਨਾਲ ਤਸ਼ਬੀਹ ਕੀਤੀ ਗੁਰੂ ਜੀ ਨੇ। ਪਰ ਅਗਲੇ ਚ ਫਿਰ ਗੁਰੂ ਅਮਰਦਾਸ ਜੀ ਇਸੇ ਦੀ ਫਿਰ ਸੁਧਾਈ ਕਰ ਦਿੰਦੇ ਨੇ, ਇਹਨੂੰ ਹੋਰ ਖੋਲ ਦਿੰਦੇ ਨੇ ਕਿ ਮੈਂ ਜਾਣਿਆ ਵੱਡ ਹੰਸ ਹੈ ਤਾਂ ਮੈਂ ਕੀਤਾ ਸੰਗ, ਜੇ ਜਾਣਾ ਬੱਗ ਬੱਪੜਾ ਤਾਂ ਜਨਮ ਨਾ ਭੇੜੀ ਅੰਗ। ਚੌਥੇ ਪਾਤਸ਼ਾਹ ਜੀ ਫਿਰ ਇਹਨੂੰ ਹੋਰ ਖੋਲ ਦਿੰਦੇ ਆ ਕਿ ਕਿਆ ਬੱਗ ਬੱਪੜਾ ਹੈ, ਕਿਆ ਹੰਸ ਕਿਆ ਬਗਲਾ ਸੌਰੀ ਜਾ ਕੋ ਨਦਰ ਧਰੇ, ਜੇ ਤਿਸ ਭਾਵੈ ਨਾਨਕਾ ਕਾਗੋਂ ਹੰਸ ਕਰੇ। ਤੇ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ 121 ਨੰਬਰ ਸ਼ਲੋਕ ਗੁਰੂ ਅਮਰਦਾਸ ਜੀ ਨੇ ਕਿਹਾ ਸੀ। ਤੇ ਉਹਨੂੰ ਹੋਰ ਖੋਲ ਦਿੱਤਾ ਵੀ ਬਗਲਾ ਜਾਂ ਹੰਸ ਜਿਹੜਾ ਆ ਗੁਰਮੁਖ ਜਾਂ ਮਨਮੁਖ, ਇਹ ਵੀ ਆਪਣੇ ਵੱਸ ਚ ਨਹੀਂ, ਪਰਮਾਤਮਾ ਜਿਹਨੂੰ ਭਾਵੇਂ ਕਾਗ ਨੂੰ ਵੀ ਹੰਸ ਕਰ ਸਕਦੇ। ਹਾਂਜੀ, Thank you, Bhai Sir ji. Beautifully expressed. I appreciate your viewpoint further. इस टॉपिक ਦੇ ਉੱਤੇ। ਹਾਂਜੀ, ਹੁਣ ਮੈਂ ਪੁੱਛਾਂਗਾ ਹਾਂਜੀ ਆਪਣੇ ਇਧਰ ਭੈਣ ਜੀ ਦਲਜੀਤ ਕੌਰ ਸਾਹਿਬ, ਜਗਤਾਰ ਸਿੰਘ ਜੀ, ਤੁਹਾਡੇ ਵਿਊਪੁਆਇੰਟ ਭਗਤ ਫਰੀਦ ਜੀ ਦੀ ਬਾਣੀ ਜੋ ਇਹ ਹਿੱਸਾ ਹਾਲ ਤੱਕ ਕਵਰ ਨਹੀਂ ਹੋਇਆ ਉਹਨਾਂ ਦੇ ਜੀਵਨ ਦੇ ਉੱਤੇ, ਪਲੀਜ਼। ਹਾਂਜੀ, ਤੁਸੀਂ ਅਨਮਿਊਟ ਕਰੋ, ਅਨਮਿਊਟ ਕਰ ਲਓ। बुरे दा भला कर गुस्सा मन ना हंडाए, देही रोग ना लगे पल्ले सब किछ पाए। गुस्सा जड़ा है
ਸਾਰਾ ਪਤੀਲੀ ਕਹਿੰਦੇ ਨੇ ਉਬਲਦੀ ਆ ਆਪਣੇ ਹੀ ਕੰਢੇ ਜਾਲ ਲੈਂਦੀ ਆ, ਪੰਜਾਬੀ ਚ ਕਹਿੰਦੇ ਆ। ਗੁੱਸਾ ਜਿਹੜਾ ਉਹ ਹੈ ਤਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਪੰਜੇ ਹੀ ਬਹੁਤ ਬੁਰੇ, ਪਰ ਗੁੱਸਾ ਜਿਹੜਾ ਉਹ ਇੰਨਾ ਆਪਣੇ ਆਪ ਨੂੰ ਜਲਾ ਦਿੰਦਾ, ਤੁਹਾਡਾ ਮਨ ਤੇ ਤਨ ਦੋਨੋਂ ਜਲ ਜਾਂਦੇ ਨੇ ਜਦ ਤੁਸੀਂ ਆਪਣੇ ਤੇ ਕਾਬੂ ਨਹੀਂ ਪਾਉਂਦੇ। ਪਰ ਜੇ ਵੀ ਕਿਸੇ ਨਾਲ ਵੈਰ ਨਾ ਕਮਾਓ, ਬੁਰਿਆਂ ਦਾ ਵੀ ਭਲਾ ਕਰੋ, ਜਾਂ ਉਹਨਾਂ ਨੇ ਇਹ ਵੀ ਕਿਹਾ ਸੀ ਜੋ ਤੈ ਮਾਰਨ ਮੁਕੀਆਂ ਤਿਨਾ ਨਾ ਮਾਰੈ ਘੁੰਮ, ਆਪਣੜਾ ਕਰ ਜਾਏ ਕਿਆ ਪੈਰ ਤਿਨਾ ਦੇ ਚੁੰਮ। ਇਹਦਾ ਮਤਲਬ ਤਾਂ ਇਹੀ ਸੀ ਨਾ ਬਈ ਬੁਰਿਆਂ ਦਾ ਵੀ ਜੇ ਤੁਸੀਂ ਭਲਾ ਕਰੋਗੇ ਤਾਂ ਕੋਈ ਤੁਹਾਡੇ ਨਾਲ ਵੈਰ ਕਮਾਉਂਦਾ ਤਾਂ ਤੁਸੀਂ ਉਹ ਜਦ ਦੇਖੂਗਾ ਤੁਹਾਡੇ ਵਿੱਚ ਇੰਨੀ ਨਿਮਰਤਾ ਸ਼ਾਂਤੀ ਆ, ਤਾਂ ਉਹਦਾ ਜਿਹੜਾ ਆਪਣੇ ਆਪ ਹੀ ਉਹ ਬੁਰਾ ਬੰਦਾ ਵੀ ਆ ਜਿਹੜਾ ਉਹ ਭਲਾ ਹੋ ਜੂ, ਉਹ ਅੱਛਾ ਬਣ ਜੂਗਾ। ਸੋ ਤੁਹਾਡੀ ਦੇਹ ਨੂੰ ਰੋਗ ਨਹੀਂ ਲੱਗੂਗਾ, ਤੁਹਾਡਾ ਸਰੀਰਕ ਤੌਰ ਤੇ ਵੀ ਤੁਸੀਂ ਖੁਸ਼ ਰਹੋਗੇ। ਤੇ ਨਿਮਰਤਾ, ਉਹਨਾਂ ਨੇ ਕਿਹਾ ਨਿਮਰਤਾ ਵਾਲਾ ਸੁਭਾਅ ਹੋਣਾ ਚਾਹੀਦਾ, ਮਿੱਠਾ ਬੋਲਣਾ ਚਾਹੀਦਾ, ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ, ਇੱਕ ਫਿੱਕਾ ਨਾ ਗੱਲ ਆਏ, ਸਭ ਦਾ ਮੈਂ ਸੱਚਾ ਧਣੀ, ਹਿਆਉ ਨਾ ਠਾਹੀ ਕਹਿ ਠਾਹੀ ਮਾਨਕ ਸਭ ਅਮੋਲ ਵੇ। ਹਾਂਜੀ, ਤੇ ਸਾਰੇ ਹੀ ਇਨਸਾਨ ਜਿਹੜੇ ਆ, ਹਰ ਇੱਕ ਇਨਸਾਨ ਵਿੱਚ ਚੰਗਿਆਈ ਛੁਪੀ ਹੁੰਦੀ ਆ। ਜਿੰਨਾ ਵੀ ਕੋਈ ਬੁਰੇ ਤੋਂ ਬੁਰਾ ਵੀ ਆ, ਉਹਦੇ ਅੰਦਰ ਵੀ ਚੰਗਿਆਈਆਂ ਜ਼ਰੂਰ ਹੋਣਗੀਆਂ। ਚੰਗਿਆਈਆਂ ਨੂੰ ਤੁਸੀਂ ਗ੍ਰਹਿਣ ਕਰ ਲਓ, ਬੁਰਾਈਆਂ ਨੂੰ ਛੱਡ ਦਿਓ ਜੇ ਕਿਸੇ ਵਿੱਚ ਤੁਹਾਨੂੰ ਲੱਗਦੀਆਂ ਨੇ। ਤੇ ਪਰ ਕਿਸੇ ਨਾਲ ਫਿੱਕਾ ਨਾ ਬੋਲੋ, ਸਾਰਿਆਂ ਨਾਲ ਮਿਠਾਸ ਨਾਲ ਬੋਲੋ, ਕਿਉਂਕਿ ਸਾਰੇ ਜਿਹੜੇ ਇਨਸਾਨ ਨੇ ਰੱਬ ਦਾ ਰੂਪ ਨੇ ਤੇ ਉਹਨਾਂ ਦੇ ਨਾਲ ਸਾਰੇ ਚੰਗਿਆਈਆਂ ਨੇ। ਠੀਕ ਹੈ ਜੀ। ਇਵੇਂ ਮਹਾਰਾਜ ਕਹਿੰਦੇ ਨੇ, ਗੁਰੂ ਨਾਨਕ ਦੇਵ ਨੇ ਕਿਹਾ ਨਾਨਕ ਫਿੱਕਾ ਬੋਲੀਆ ਤਨ ਮਨ ਫਿੱਕਾ ਹੋਏ। ਜਾਂ ਈਵਨ ਫਰੀਦ ਜੀ ਨੇ ਵੀ ਕਿਹਾ ਸੀ ਨਾ, ਨਿਵਨ ਸੋਖਣ ਖਬਨ ਗੁਣ ਜੇਬਾ ਮਣੀਆਂ ਮੰਤ, ਇਹ ਤਰਾ ਭੈਣੇ ਵੇਸ ਕਰ ਤਾਂ ਵਸਾ ਵੀ ਕੰਤ। ਤੁਸੀਂ ਵਿਆਹ ਸ਼ਾਦੀ ਵੇਲੇ ਪੜ੍ਹ ਲੈਂਦੇ ਆ, ਕਦੇ ਉਦੋਂ ਗੱਲਾਂ ਪੜ੍ਹਨ ਲਈ, ਲੜਕੀ ਨੂੰ ਸੁਣਾਉਣ ਲਈ ਨਹੀਂ। ਇਹ ਤਾਂ ਸਾਡੇ ਸਾਰੇ ਜੀਵ ਰੂਪੀ ਇਸਤਰੀਆਂ ਦੇ ਲਈ, ਇਹ ਸਾਰੀ ਮਨੁੱਖਤਾ ਲਈ ਉਪਦੇਸ਼ ਆ ਇਹ, ਵੀ ਇਹ ਜਿਹੜੇ ਗੁਣ ਆ ਨਾ ਜੀ, ਜਿਹੜੇ ਬਈ ਨਿਮਰਤਾ ਮਨ ਦੇ ਵਿੱਚ ਲਿਆਉਣੀ, ਸਹਾਰਨਾ ਕਿਸੇ ਨੂੰ, ਤੇ ਫੇਰ ਜਿਹੜਾ ਹੈ ਜਿਹੜਾ ਮਿੱਠਾ ਬੋਲਣਾ, ਇਹ ਤਾਂ ਬਹੁਤ ਚੰਗੀ ਗੱਲ ਆ। ਇਹ ਜਿਹੜੇ ਗੁਣ ਨੇ ਇਹੀ ਨੇ, ਇਹ ਤਰ੍ਹਾਂ ਭੈਣੇ ਵੇਸ ਕਰ, ਏਦਾਂ ਦਾ ਜੀਵਨ ਬਣਾ, ਏਦਾਂ ਦਾ ਜੀਵਨ ਦੇ ਵਿੱਚ ਸੁਭਾਅ ਬਣਾ ਉਹਦਾ, ਤਾਂ ਤੂੰ ਆਪਦੇ ਜਿਹੜਾ ਪਤੀ ਪਰਮੇਸ਼ਰ ਹੈ ਨਾ, ਇਹ ਜੀਵ ਰੂਪੀ ਇਸਤਰੀਏ, ਤੂੰ ਆਪਦੇ ਪਤੀ ਪਰਮੇਸ਼ਰ ਨੂੰ ਉਹਦੇ ਦਾ ਪਿਆਰ ਤੇ ਉਹਦੀ ਪ੍ਰਸੰਨਤਾ ਲੈ ਸਕੇਂਗੀ। ਇਹ ਹੈ ਸਾਡੇ ਲਈ ਉਪਦੇਸ਼। ਹਾਂਜੀ, ਤੁਸੀਂ ਭਾਜੀ ਜਗਤਾਰ ਸਿੰਘ ਜੀ, ਤੁਸੀਂ ਕੁਝ ਕਹਿਣਾ ਚਾਹੋਗੇ? ਇਸੇ ਲਾਈਨ ਤੇ ਹੀ ਹੈ ਜੀ। ਇਹਨਾਂ ਦੇ ਹੋਰ ਸ਼ਲੋਕ ਜਿਹੜੇ, ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ, ਆਪਣੇ ਆਪ ਨੂੰ ਕਿੰਨਾ ਉਹਨਾਂ ਨੇ ਨੀਵਾਂ ਕਰਕੇ ਦੱਸਿਆ ਵੀ ਲੋਕ ਸਾਰੇ ਚੰਗੇ ਨੇ, ਮੈਨੂੰ ਲੋਕ ਦਰਵੇਸ਼ ਕਹਿੰਦੇ ਨੇ, ਪਰ ਮੈਂ ਹੈ ਨਹੀਂਗਾ, ਮੇਰੇ ਤਾਂ ਕਾਲੇ ਕੱਪੜੇ ਨੇ, ਕਾਲਾ ਮੈਂਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ, ਲੋਕ ਕਹਿਣ ਦਰਵੇਸ਼। ਤੇ ਏਦਾਂ ਹੀ ਅੱਗੇ ਫਿਰ ਇੱਕ ਹੋਰ ਇਹਨਾਂ ਦਾ ਸ਼ਲੋਕ ਹੈਗਾ, ਗਲੀਆਂ ਚਿੱਕੜ ਦੂਰ ਘਰ ਨਾਲ ਪਿਆਰੇ ਨੇਹੋ, ਦਿਲਾਂ ਦਾ ਭੇਜੇ ਕੰਬਲੀ ਰਹਾਂ ਤਾਂ ਟੁੱਟੇ ਨੇਹੋ। ਸੋ ਕਈ ਇਹਨਾਂ ਦੇ ਸ਼ਲੋਕ 112, ਕਈ 134 ਸ਼ਲੋਕ ਵੀ ਕਹਿੰਦੇ ਨੇ। ਪਰ ਗੱਲ ਇਹ ਹੈ ਕਿ ਗੁਰੂ ਸਾਹਿਬਾਨ ਨੇ, ਗੁਰੂ ਅਰਜਨ ਦੇਵ ਜੀ ਨੇ 15 ਭਗਤਾਂ ਦੀ ਬਾਣੀ ਵਿੱਚ ਇਨਕਲੂਡ ਕੀਤੀ, ਜਿਹੜੀ ਕਿ ਬਾਣੀ ਜਿਹੜੀ ਹੈ ਇਨ ਕਨਸੋਨੈਂਸ ਵਿਦ ਦੀ ਫਿਲਾਸਫੀ ਆਫ ਸਿੱਖੀਜ਼ਮ, ਉਹ ਉਹਨਾਂ ਨੇ ਇਨਕਲੂਡ ਕਰ ਲਈ। ਬੇਸ਼ੱਕ ਉਹ ਹਿੰਦੂ ਸੀਗੇ ਭਗਤ ਜਾਂ ਮੁਸਲਮਾਨ ਸੀ, ਜਿਵੇਂ ਹੁਣ ਇਹ ਸੁੰਨੀ ਮੁਸਲਮਾਨ ਸੀਗੇ, ਲੇਕਿਨ ਇਹਨਾਂ ਦੀ ਇੰਨੀ ਵਧੀਆ ਇਹਨਾਂ ਦੇ ਵਿਚਾਰ ਸੀਗੇ ਲਿਖੇ ਹੋਏ ਮੋਨੋਥੀਸਟਿਕ ਫਿਲਾਸਫੀ ਤੇ ਇਹਨਾਂ ਦੀ ਜਿਹੜੀ ਬਾਣੀ ਆ ਉਹ ਇਨਕਲੂਡ ਕੀਤੀ। ਸੋ ਇਹਨਾਂ ਦੇ ਚੰਗੇ ਕੰਮ, ਇਹਨਾਂ ਦੇ ਚੰਗੀ ਲਿਖਾਈ ਦੇ ਦੇਖ ਕੇ, ਪਹਿਲੀ ਗੱਲ ਤਾਂ ਇਹ ਵੀ ਹੈ ਨਾਲ ਪੰਜਾਬੀ 'ਚ ਇਹਨਾਂ ਨੇ ਕਾਫੀ ਲਿਖੇ ਨੇ। ਹੋਰ ਜਿੰਨੇ ਵੀ ਭਗਤ ਨੇ ਉਹ ਕਾਫੀ ਅਰੈਬਿਕ ਦੇ ਵਿੱਚ ਜਾਂ ਹੋਰ ਲੈਂਗੁਏਜਿਸ ਵਿੱਚ, ਲੇਕਿਨ ਇਹਨਾਂ ਨੇ ਪੰਜਾਬੀ ਨੂੰ ਵੀ ਕਾਫੀ ਮਹੱਤਤਾ ਦਿੱਤੀ ਹੈ। ਹਾਂਜੀ, ਐਕਚੁਅਲੀ ਜਿਹੜੀ 12ਵੀਂ ਤੇ 13ਵੀਂ ਸਦੀ ਸੀ ਨਾ, ਉਹਨਾਂ ਦਿਨਾਂ ਦੇ ਵਿੱਚ ਜਿਹੜੀ ਬੋਲੀ ਸੀ, ਜਿਹੜੀ ਆਮ ਭਾਸ਼ਾ ਸੀ, ਜਿਹੜੇ ਇਹਨਾਂ ਦੇ ਸ਼ਲੋਕ ਨੇ, ਇਹ ਤਾਂ ਲੋਕਾਂ ਦੇ ਮੂੰਹਾਂ ਦੇ ਉੱਤੇ ਚੜੇ ਹੋਏ ਸੀ, ਕਿਉਂਕਿ ਇਹ ਆਮ ਭਾਸ਼ਾ ਦੇ ਵਿੱਚ ਜਨਤਾ ਨੂੰ ਸੰਬੋਧਨ ਕੀਤੇ ਸੀ ਉਪਦੇਸ਼ ਦੇਣ ਲਈ, ਤਾਂ ਕਿ ਜੀਵਨ ਉੱਚਾ ਸੁੱਚਾ ਉੱਚੇ ਕਿਰਦਾਰ ਵਾਲਾ ਬਣ ਸਕੇ। ਫਰੀਦਕੋਟ ਦਾ ਜਿਹੜਾ ਪਹਿਲਾ ਨਾਂ ਸੀ ਮੋਖਮਪੁਰ ਸੀਗਾ, ਤੇ ਇਹਨਾਂ ਦੇ ਕੰਮ ਤੇ ਦੇਖ ਕੇ, ਇਹਨਾਂ ਦੀ ਗੱਲਾਂ ਸੁਣ ਕੇ ਉਸ ਸ਼ਹਿਰ ਦਾ ਨਾਮ ਉਹਨਾਂ ਨੇ ਫਰੀਦਕੋਟ ਰੱਖ ਦਿੱਤਾ। ਹਾਂਜੀ, ਇਸੇ ਤਰੀਕੇ ਨਾਲ ਹੋਰ ਕਈ ਕਾਲਜਿਸ ਨੇ, ਉਹਨਾਂ ਫਰੀਦਕੋਟ ਯੂਨੀਵਰਸਿਟੀ ਬਣ ਗਈ, ਉਹ ਵੀ ਮੇਰਾ ਖਿਆਲ ਹੈ ਫਰੀਦਕੋਟ 'ਚ ਹੀ ਹੈ।
ਸੋ ਇਹਨਾਂ ਦੇ ਹਾਂਜੀ। ਕੰਮ ਨੂੰ ਬਹੁਤ ਸ਼ਲਾਘਾ ਕੀਤੀ ਹੈ। ਤੇ ਬਸ ਮੈਂ ਇੰਨਾ ਕੀ ਕਹਿਣਾ ਚਾਹੂੰਗਾ ਕਿ ਇਹਨਾਂ ਦੇ ਮਨ ਦੇ ਵਿੱਚ ਫੋਰਗਿਵਨੈਸ, ਪ੍ਰੇਮ ਪਿਆਰ ਤੇ ਇੱਕੋ ਰੱਬ ਦੀ ਜਿਹੜੀ ਹੈ ਉਸਤਤ ਕਰਨੀ, ਉਸ ਦੇ ਬਾਰੇ ਇਹਨਾਂ ਨੇ ਕਾਫੀ ਲਿਖਿਆ। ਬਾਕੀ ਜਿੱਥੇ ਕਿਤੇ ਕਿਤੇ ਸ਼ੱਕ ਹੁੰਦਾ ਸੀਗਾ ਜਾਂ ਲੋਕਾਂ ਨੂੰ ਵੀ ਕੋਈ ਭੁਲੇਖਾ ਪੈਂਦਾ ਸੀ ਤਾਂ ਗੁਰੂ ਸਾਹਿਬਾਂ ਨੇ ਨਾਲ ਹੀ ਉਹਨਾਂ ਦਾ ਜਵਾਬ ਵੀ ਦਿੱਤਾ ਹੋਇਆ। ਹਾਂਜੀ, ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਡਾਕਟਰ ਇੰਦਰਜੀਤ ਸਿੰਘ ਵਾਸੂ ਜੀ, ਤੁਸੀਂ ਵੀ ਅਗਲੇ 5-6 ਮਿੰਟਾਂ ਲਈ ਆਪਦੇ ਵਿਚਾਰ ਦੱਸੋ ਜੀ। ਹਾਂਜੀ, ਜਿਹੜੀ ਚੀਜ਼ ਅਸੀਂ ਨਹੀਂ ਕਵਰ ਕੀਤੀ, ਨਵੀਂ ਚੀਜ਼ ਪੇਸ਼ ਕਰੋ ਜੀ, ਕਿਉਂਕਿ ਗਿਆਨ ਤਾਂ ਬਹੁਤ ਗੂੜਾ ਹੈ, ਡੂੰਘਾਈ ਨੂੰ ਅਸੀਂ ਹਾਂਜੀ। ਸਾਰੇ ਸੱਜਣਾ ਨੇ ਬਹੁਤ ਹੀ ਅੱਛੀ ਤਰ੍ਹਾਂ ਵਿਚਾਰ ਵਟਾਂਦਰਾ ਕੀਤਾ ਹੈ। ਬਾਬਾ ਫਰੀਦ ਜੀ ਦਾ ਜੋ ਇੱਕ ਸ਼ਲੋਕ ਹੈ, ਉਹ ਕਹਿੰਦੇ ਨੇ ਕਿਸੇ ਹੋਰ ਇਨਸਾਨ ਦਾ ਆਸਰਾ ਨਾ ਮੈਨੂੰ ਤੱਕਣਾ ਪਵੇ, ਫਰੀਦਾ ਬਾਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰਖਸੀ ਜਿਉ ਸਰੀਰੋ ਲੈ। ਯਾਨੀ ਮੌਤ ਸਮਾਨ ਹੈ ਕਿਸੇ ਦਾ ਆਸਰਾ ਤੱਕਣਾ। ਇਸੇ ਤਰ੍ਹਾਂ ਰੁੱਖਾ ਸੁੱਖਾ ਇੱਕ ਹੈ, ਰੁੱਖੀ ਸੁੱਕੀ ਖਾ ਕੇ ਠੰਡਾ ਪਾਣੀ ਪੀਓ, ਇਹ ਹੈ ਦਰਵੇਸ਼ਾਂ ਦਾ ਜੀਵਨ। ਦੇਖ ਪਰਾਈ ਚੋਪੜੀ ਨਾ ਤਰਸਾਏ ਜੀ, ਪਰਾਈ ਚੋਪੜੀ ਦੇਖ ਕੇ ਤੇ ਦਿਲ ਦੇ ਵਿੱਚ ਖਿਆਲ ਆ ਜਾਣਾ, ਇਹ ਵੀ ਫਰੀਦਾ ਜਿਹੜਾ ਦਰਵੇਸ਼ੀ ਦੇ ਅਗੇਂਸਟ ਹੈ। ਸੋ ਇਸ ਤਰ੍ਹਾਂ ਉਹਨਾਂ ਨੇ ਇੱਕ ਜਿਹੜਾ ਸ਼ਲੋਕ ਹੈ, ਮਤ ਹੁੰਦੀ ਹੋਏ ਇਆਣਾ, ਜੇ ਸੂਝਵਾਨ ਹੈ ਤੇ ਸੂਝ ਦਾ ਵਿਖਾਲਾ ਨਾ ਕਰੇ, ਤਾਣ ਹੁੰਦੇ ਹੋਏ ਨਿਤਾਣਾ, ਇਹ ਜ਼ੋਰ ਵਾਲਾ ਹੈ ਤੇ ਕਿਸੇ ਨਾਲ ਧੱਕਾ ਨਾ ਕਰੇ, ਤੇ ਕੁਝ ਵੀ ਦੇਣ ਜੋਗਾ ਨਾ ਹੋਵੇ ਤਾਂ ਵੀ ਆਪਣਾ ਹਿੱਸਾ ਵੰਡ ਦੇਵੇ। ਮਤ ਹੁੰਦੀ ਹੋਏ ਆਣਾ, ਤਾਣ ਹੁੰਦੇ ਹੋਏ ਨਿਤਾਣਾ, ਅਣਹੁੰਦਾ ਆ ਵੰਡਾਏ, ਕੋ ਐਸਾ ਭਗਤ ਸਦਾ ਹੈ। ਔਰ ਇੱਕ ਗੱਲ ਉਹਨਾਂ ਨੇ ਜਿਹੜੀ ਜ਼ਿਕਰ ਕੀਤਾ ਹੈ ਕਿ ਅੰਦਰਲੀ ਤੇ ਬਾਹਰਲੀ ਜੀਵਨ ਦਾ ਦੁਫੇੜ ਜੋ ਹੈ, ਅੰਦਰੋਂ ਹੋਣਾ ਤੇ ਬਾਹਰੋਂ ਹੋਰ ਹੋਣਾ। ਔਰ ਜਿਵੇਂ ਕਿ ਆਮ ਤੌਰ ਤੇ ਪਖੰਡ ਔਰ ਭੇਖ ਦਾ ਪਖੰਡ ਬਹੁਤ ਚੱਲਦਾ ਹੈ, ਫਰੀਦਾ ਕੰਨ ਮਸੱਲਾ ਸੂਫ ਗੱਲ, ਵੇ ਮੋਢੇ ਦੇ ਤਾਂ ਮਸੱਲਾ ਹੈ, ਸਾਫ ਹੈ, ਤੇ ਗਲ ਵਿੱਚ ਬੜੇ ਕਾਲੇ ਰੰਗ ਦੇ ਕੱਪੜੇ ਵੀ ਪਾਏ ਹੋਏ ਨੇ, ਬੜਾ ਸੰਤ ਵੀ ਲੱਗਦਾ। ਦਿਲ ਕਾਤੀ ਗੁੜਵਾਚ, ਦਿਲ ਵਿੱਚ ਛੁਰੀ ਹੈ ਔਰ ਮੂੰਹ ਦੇ ਵਿੱਚ ਗੁੜ ਦੇ ਵਿੱਚ ਜੀਭ ਗੁੜ ਵਰਗੀ ਤੇ ਪੁੰਜ ਦਿਲ ਵਿੱਚ ਛੁਰੀ। ਇਸ ਤਰ੍ਹਾਂ ਦੇ ਦਰਵੇਸ਼ ਜਿਹੜੇ ਨੇ, ਇਸ ਤਰ੍ਹਾਂ ਦੇ ਇਨਸਾਨ, ਔਰ ਉਹ ਬੜਾ ਕਲੀਅਰ ਕਰਦੇ ਨੇ, ਬਾਹਰ ਦਿਸੇ ਚਾਨਣਾ ਦਿਲ ਅੰਧਿਆਰੀ ਰਾਤ। ਪਰ ਉਹ ਜਿਹੜੇ ਕੱਪੜੇ ਪਾਏ ਹੁੰਦੇ ਨੇ, ਬੜੇ ਐ ਚਿੱਟੇ ਚਿੱਟੇ ਕੱਪੜੇ। ਰਾਜਨੀਤਿਕ ਨੇਤਾਵਾਂ ਦਾ ਇੰਨਾ ਪਖੰਡ ਹੈ ਕਿ ਵਧੀਆ ਤੋਂ ਵਧੀਆ ਉਹਨਾਂ ਦਾ ਜਿਹੜਾ ਕੱਪੜੇ ਨੇ, ਚਿੱਟੇ ਕੱਪੜੇ, ਔਰ ਉਹਨਾਂ ਦੇ ਕਾਲੇ ਦਿਲ ਜਿਹੜੇ ਨੇ, ਉਹ ਬਾਬਾ ਫਰੀਦ ਨੇ ਸਾਨੂੰ ਪਹਿਲੇ ਹੀ ਦੱਸਦੇ ਸੀ ਵੀ ਏਦਾਂ ਦੇ ਬੰਦੇ ਵੀ ਦੁਨੀਆ 'ਚ ਹੋਣਗੇ। ਬਾਹਰ ਦਿਸੇ ਚਾਨਣਾ ਦਿਲ ਅੰਧਿਆਰੀ ਰਾਤ। ਤੇ ਇੱਕ ਉਹ ਕਹਿੰਦੇ ਨੇ ਵੀ ਜੇ ਤੂੰ ਅਕਲ ਲਤੀਫ ਹੈ, ਕਾਲੇ ਲਿਖ ਨਾ ਲਿਖ, ਤੂੰ ਬਹੁਤਾ ਵਿਦਵਾਨ ਹੈ ਤੇ ਭੈੜੇ ਕੰਮ ਕਰਨੇ ਛੱਡ ਦੇ। ਕਾਲੇ ਕੰਮ ਜਿਹੜੇ ਨੇ, ਜਿਹੜੇ ਇਨਸਾਨੀਅਤ ਦੇ ਦਾਗ ਨੇ, ਆਪ ਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਇੱਥੋਂ ਇਨਸਾਨ ਦੀ ਸ਼ਖਸੀਅਤ ਦੀ ਉਸਾਰੀ ਜਿਹੜੀ ਹੈ, ਉਹ ਆਪਣੇ ਅੰਦਰੋਂ ਹੋਣੀ ਹੈ ਤੇ ਅੰਦਰ ਬੁੱਕਲ ਵਿੱਚ ਝਾਤੀ ਮਾਰਨੀ ਚਾਹੀਦੀ ਹੈ। ਤੇ ਫਰੀਦਾ ਜਿੰਨੀ ਕਮੀ ਨਾ ਹੈ ਗੁਣ ਤੇ ਕਮੜੇ, ਯਾਨੀ ਭੈੜੇ ਕੰਮ ਦੀ ਲਿਸਟ ਬਣਾ ਲੈ ਇੱਕ ਦਿਨ ਤੇ ਉਹ ਕੰਮ ਕਰਨੇ ਛੱਡ ਦੇ। ਮਦ ਸ਼ਰਮਿੰਦਾ ਥੇਵੇਂ ਸਾਈਂ ਦੇ ਦਰਬਾਰ, ਉਹ ਦਰਬਾਰ 'ਚ ਵਹੀ ਲਈ ਖਲੋਤਾ ਹੈ ਤੇਰੇ ਲਈ। ਇਸ ਕਰਕੇ ਫਰੀਦਾ ਲੋੜੇ ਦਾਖ ਬਜੌਰੀਆਂ, ਬਜੌਰ ਦੇ ਇਲਾਕੇ ਦੀਆਂ ਦਾਖਾਂ ਚਾਹੁੰਦਾ। ਆਮ ਕਿਸਾਨ ਜੱਟ ਕਿੱਕਰ ਬੀਜੇ ਜੱਟ, ਕਿੱਕਰ ਬੀਜਦੇ ਚਾਹੁੰਦੇ ਬਜੌਰ ਦੇ ਇਲਾਕੇ ਦੀਆਂ ਦਾਖਾਂ ਮਿਲ ਜਾਣ। ਹੰਡੇ ਉਨ ਕਤਾਇਂਦਾ ਤੇ ਉਨ ਕਤਾਉਂਦਾ ਫਿਰਦਾ ਤੇ ਕਹਿੰਦਾ ਪੈਦਾ ਲੋੜੇ ਪੱਟ ਰੇਸ਼ਮ ਦੇ ਕੱਪੜੇ ਪਹਿਨ ਲਵਾਂ। ਇਹ ਮਿੱਤਰਾ ਏਦਾਂ ਨਹੀਂ ਹੋਣਾ। ਤੇ ਬਾਬੇ ਫਰੀਦ ਜਿਹੜਾ ਉਹ ਬਹੁਤ ਹੀ ਸਰੀਰ ਦੀ ਹਕੀਕਤ ਦਾ ਕਵੀ ਹੈ। ਫਰੀਦਾ ਰੁੱਤ ਫਿਰੀ ਵਣ ਕੰਬਿਆ, ਕਿ ਪੱਤ ਝੜੇ ਚੜ ਪਾਏ
ਤੇ ਚਾਰੇ ਕੁੰਡਾਂ ਢੁੰਡੀਆਂ ਰਹਿਣ ਕਿਥਾਉ ਨਾ ਹੈ ਤੇ ਦੰਦ ਜਿਹੜੇ ਨੇ ਚੱਬਣ ਤੇ ਚੱਲਣ ਪੈਰ ਤੇ ਰਤਨ ਅੱਖਾਂ ਤੇ ਸੁਣੀਰ ਕੰਨ, ਇਹ ਸਾਰੇ ਹੀ ਜਵਾਬ ਦੇ ਜਾਂਦੇ ਨੇ। ਇਹ ਮੌਤ ਦੇ ਵਰੰਟ ਆਉਣੇ ਸ਼ੁਰੂ ਹੋ ਜਾਂਦੇ ਨੇ। ਇਸ ਕਰਕੇ ਬਾਬੇ ਫਰੀਦ ਦੀ ਬਾਣੀ ਜਿਹੜੀ ਹੈ ਉਹ ਸਮੇਂ ਦੀ ਚੇਤਨਾ ਬਹੁਤ ਹੈ, ਸਮੇਂ ਨੂੰ ਸਫਲ ਕਰਨਾ। ਔਰ ਫਰੀਦਾ ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸਮ ਤੇ ਫਰੀਦ ਲੇਖਾ ਰੱਬ ਮੰਗੇ ਸੀਆ ਤੂੰ ਆਹੋਂ ਕਿਹੜੇ ਕੰਮ। ਤੋ ਜੀਵਨ ਨੂੰ ਵਿਅਰਥ ਨਹੀਂ ਗਵਾਣਾ। ਜਿਵੇਂ ਬਾਬਾ ਬਲਵੰਤ ਹੋਏ ਨੇ ਅੱਜ ਕੱਲ ਦੇ ਕਵੀ, ਉਹ ਕਹਿੰਦੇ ਨੇ ਨਹੀਂ ਮੌਤ ਨੇ ਜਦ ਇੱਕ ਪਲ ਵੀ ਦੇਣਾ ਤਾਂ ਇੱਕ ਪਲ ਵੀ ਆਪਣਾ ਹੈ, ਕਿਉਂ ਮੌਤ ਕਰਨਾ। ਇਸ ਕਰਕੇ ਵਾਟ ਹਮਾਰੀ ਖਰੀ ਉਡੀਣੀ, ਇਹ ਭਗਤੋ ਇਹ ਦੁਨੀਆ ਦੇ ਸੰਤੋ ਆਹ ਵਾਟ ਸੰਤਾਂ ਦੀ ਹੈ। ਵਾਟ ਹਮਾਰੀ ਖਰੀ ਉਡੀਣੀ, ਖਨਿਓ ਤਿੱਖੀ ਬਹੁਤ ਪੀਣੀ। ਇਹ ਖੰਡੇ ਤੋਂ ਤਿੱਖਾ ਮਾਰਗ ਹੈ, ਉਸ ਉੱਪਰ ਹੈ ਮਾਰਗ ਮੇਰਾ। ਸ਼ੇਖ ਫਰੀਦਾ ਪਨ ਸਮਾਰ ਸਵੇਰਾ। ਇਮੀਡੀਏਟਲੀ ਸਵੇਰੇ ਸਵੇਰੇ ਆਪਣੇ ਪੰਥ ਨੂੰ, ਆਪਣੇ ਰਸਤੇ ਨੂੰ ਸੰਭਾਲ ਲੈ। ਤੇ ਖੰਡਿਓ ਤਿੱਖਾ ਮਾਰਗ ਹੈ, ਸਰੀਰ ਦੀਆਂ ਇੱਛਾਵਾਂ, ਇਹ ਕਾਮ ਕ੍ਰੋਧ ਲੋਭ ਹੰਕਾਰ ਦਾ ਸਿਲਸਿਲਾ ਜਿਹੜਾ ਇਸ ਨੂੰ ਸਮੇਟ ਲੈ, ਨਹੀਂ ਤੇ ਭਗਤ ਨਹੀਂ ਬਣ ਸਕੇਗਾ। ਆਓ ਬਾਬੇ ਫਰੀਦ ਨੂੰ, ਇਹ ਫਰੀਦ ਕਿੱਥੇ ਹੈ। ਧੰਨਵਾਦ ਜੀ, ਬਹੁਤ ਬਹੁਤ ਥੈਂਕ ਯੂ ਜੀ, ਥੈਂਕ ਯੂ ਡਾਕਟਰ ਵਾਸੂ, ਬਹੁਤ ਅੱਛਾ। ਹਾਂਜੀ ਸਰਦਾਰ ਮੋਲਕ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੋਗੇ ਜਿਹੜੀ ਚੀਜ਼ ਹਲੇ ਤੱਕ ਨਹੀਂ ਕਵਰ ਕੀਤੀ ਬਾਬਾ ਫਰੀਦ ਜੀ ਦੀ ਲਾਈਫ ਤੇ ਲੈਗੇਸੀ ਦੇ ਉੱਤੇ? ਤੁਸੀਂ ਵੀ ਆਪਦੇ ਦੱਸੋ ਵਿਚਾਰ ਅਗਲੇ 3-4 ਮਿੰਟਾਂ ਲਈ। ਜੀ ਮੈਂ ਮਹਿਸੂਸ ਕੀਤਾ ਕਿ ਬਾਬਾ ਜੀ ਦੀ ਜਿਹੜੀ ਹੈ ਲਾਈਫ ਕਿਸ ਤਰ੍ਹਾਂ ਉਹਨਾਂ ਜ਼ਿੰਦਗੀ ਸ਼ੁਰੂ ਹੋਈ, ਉਸ ਤੇ ਮੈਂ ਥੋੜੀਆਂ ਗੱਲਾਂ ਬਾਤਾਂ ਕਰਾਂਗਾ। ਬਾਬਾ ਜੀ ਦਾ ਜਿਹੜਾ ਜਨਮ ਸੀਗਾ 569 ਹਿਜਰੀ ਨੂੰ ਰਮਜ਼ਾਨ ਦੀ ਪਹਿਲੀ ਤਰੀਕ ਨੂੰ ਹੋਇਆ, ਜਿਹੜੀ ਇਕਵੈਲੈਂਟ ਟੂ ਅਵਰ ਆਪਣਾ ਸਨ 1173 ਨੂੰ ਉਹਨਾਂ ਦਾ ਜਨਮ ਹੋਇਆ। ਉਹਨਾਂ ਦੀ ਮਾਤਾ ਮਰੀਮ ਸੀ, ਪਿਤਾ ਜਮਾਲਉਦੀਨ ਸੀ ਤੇ 16 ਸਾਲ ਦੀ ਉਮਰ ਵਿੱਚ ਉਹ ਮਾਤਾ ਪਿਤਾ ਜੀ ਦੇ ਨਾਲ ਹੱਜ ਤੇ ਜਾਂਦੇ ਨੇ। ਤੇ ਜਦੋਂ ਉੱਥੇ ਜਾਂਦੇ ਨੇ, ਉੱਥੇ ਉਹਨਾਂ ਨੂੰ ਦਿੱਲੀ ਦੇ ਖਵਾਜਾ ਕੁਤਬੁੱਦੀਨ ਬਖਤਿਆਰ ਉਸੀ ਮਿਲ ਪੈਂਦੇ ਨੇ। ਉਹਨਾਂ ਤੋਂ ਬੜੇ ਪ੍ਰਭਾਵਿਤ ਹੁੰਦੇ ਨੇ ਤੇ ਮਾਤਾ ਪਿਤਾ ਦੀ ਆਗਿਆ ਨਾਲ ਉਹਨਾਂ ਦੇ ਮੁਰੀਦ ਬਣ ਜਾਂਦੇ ਨੇ। ਉਹਨਾਂ ਨਾਲ ਅਜੋਦਨ, ਜਿਸ ਦਾ ਬਾਅਦ ਵਿੱਚ ਨਾਮ ਪਾਕਪਤਨ ਹੋ ਜਾਂਦਾ, ਉਹਨਾਂ ਨਾਲ ਆ ਜਾਂਦੇ ਨੇ। ਤੇ ਕੁਤਬੁੱਦੀਨ ਜੀ ਇਹਨਾਂ ਨੂੰ ਇੰਨਾ ਪਿਆਰ ਕਰਦੇ ਸੀਗੇ ਕਿ ਜਿੰਨੀ ਕੁ ਉਹਨਾਂ ਨੇ ਵਿੱਦਿਆ ਦੇਣੀ ਸੀ, ਦੇਣ ਦੇ ਬਾਅਦ ਇਹਨਾਂ ਨੂੰ ਹਾਂਸੀ ਤੇ ਸਿਰਸਾ ਉੱਚ ਤਾਲੀਮ ਵਾਸਤੇ ਭੇਜ ਦਿੰਦੇ ਨੇ। ਉੱਥੋਂ ਕਾਫੀ ਕੁਝ ਸਿੱਖ ਸਿਖਾ ਕੇ ਆ ਕੇ ਫਿਰ ਬਾਬਾ ਜੀ ਦੀ ਸੇਵਾ 'ਚ ਲੱਗ ਜਾਂਦੇ ਨੇ। ਇਹਨਾਂ ਨੂੰ ਕਹਿ ਦੇਣਾ ਕਿ ਜੰਗਲ ਵਿੱਚ ਪੁੱਠੇ ਲਟਕੇ ਸੀਗੇ ਜਾਂ ਇਸ ਤਰ੍ਹਾਂ ਗ੍ਰਿਸ਼ਤੀ ਨਹੀਂ ਸੀ। ਨਹੀਂ, ਇਹਨਾਂ ਦੇ 6 ਬੇਟੇ ਤੇ 2 ਬੇਟੀਆਂ ਸਨ। ਤੇ ਕੁਤਬੁੱਦੀਨ ਤੋਂ ਬਾਅਦ ਇਹ ਆਪਣਾ ਜਿਹੜਾ ਉਹਨਾਂ ਦੀ ਗੱਦੀ ਤੇ ਬੈਠ ਜਾਂਦੇ ਨੇ ਤੇ ਇਹ 93 ਸਾਲ ਦੀ ਉਮਰ ਤੱਕ ਜੀਂਦੇ ਰਹਿੰਦੇ ਨੇ। ਤੇ 1266 ਵਿੱਚ ਜਦੋਂ ਇਹ ਸੱਚਖੰਡ ਨੂੰ ਕਹਿ ਲਈਏ ਜਾਂ ਇਹਨਾਂ ਦੇ ਜਿਹੜਾ ਸਥਾਨ ਉੱਥੇ ਕਹਿ ਲਈਏ ਜਾਂਦੇ ਨੇ, ਉਸੇ ਆਪਣੇ ਵੱਡੇ ਬੇਟੇ ਨੂੰ ਸ਼ੇਖ ਬਦਰੁਦੀਨ ਸੁਲੇਮਾਨ ਨੂੰ ਗੱਦੀ ਤੇ ਬਿਠਾ ਦਿੰਦੇ ਨੇ। ਜਿਹੜੇ ਗੁਰੂ ਨਾਨਕ ਦੇਵ ਜੀ ਨੂੰ ਤੀਸਰੀ ਉਦਾਸੀ ਵਿੱਚ ਮਿਲਦੇ ਨੇ ਸ਼ੇਖ ਬ੍ਰਹਮ, ਉਹ 11ਵੇਂ ਬਾਬਾ ਫਰੀਦ ਸੀਗੇ ਤੇ ਉਹਨਾਂ ਨੇ 42 ਸਾਲ ਇਸ ਗੱਦੀ ਦੀ ਸੇਵਾ ਕੀਤੀ, 1510 ਤੋਂ ਲੈ ਕੇ 1552 ਤੱਕ। ਇਹਨਾਂ ਦੇ ਸ਼ਲੋਕ ਜਿਸ ਤਰ੍ਹਾਂ ਆਪਾਂ ਪਹਿਲਾਂ ਸੁਣ ਚੁੱਕੇ ਹਾਂ 112 ਸਨ, 4 ਸ਼ਬਦ ਸਨ ਤੇ 112 ਸ਼ਲੋਕਾਂ ਵਿੱਚ ਗੁਰੂ ਨਾਨਕ ਦੇਵ ਜੀ ਨੇ 4 ਸ਼ਲੋਕ ਆਪਣੇ ਵਿੱਚ ਐਡ ਕੀਤੇ ਤੇ 5 ਸ਼ਲੋਕ ਗੁਰੂ ਅਮਰਦਾਸ ਜੀ ਨੇ ਜਿੱਥੇ ਤੇ ਲੱਗਾ ਕਿ ਕਿਤੇ ਭੁਲੇਖਾ ਨਾ ਪੈ ਜਾਵੇ ਸੰਗਤਾਂ ਨੂੰ, ਉਹਨਾਂ ਨੇ ਐਡ ਕੀਤੇ। 1 ਸ਼ਲੋਕ ਗੁਰੂ ਰਾਮਦਾਸ ਜੀ ਮਹਾਰਾਜ ਨੇ। ਉਸ ਦੇ ਬਾਅਦ ਵੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਵੇਖਿਆ ਕਿ ਕਈ ਥਾਵਾਂ ਤੇ ਸ਼ਾਇਦ ਭੁਲੇਖੇ ਪੈ ਜਾਣ, 8 ਸ਼ਲੋਕ ਫਿਰ ਉਹਨਾਂ ਨੇ ਕੀਤੇ। ਇਸ ਤਰ੍ਹਾਂ 18 ਸ਼ਲੋਕ ਵਿੱਚ ਐਡ ਹੋਣ ਦੇ ਬਾਅਦ 130 ਸ਼ਲੋਕ ਬਾਬਾ ਫਰੀਦ ਜੀ ਦੇ ਬਣਦੇ ਨੇ। ਹਾਂਜੀ ਹਾਂਜੀ, ਹਰ ਗੁਰੂ ਹਾਂਜੀ ਇਹੀ ਜ਼ਿਕਰ ਅੱਗੇ ਆ ਚੁੱਕਿਆ। ਹਾਂਜੀ ਵੀ ਟੋਟਲ 130 ਸ਼ਲੋਕ ਨੇ, 130 ਦੇ ਵਿੱਚ 112 ਫਰੀਦ ਜੀ ਦੇ ਨੇ, ਬਾਕੀ ਗੁਰੂ ਸਾਹਿਬਾਂ ਦੇ ਦੂਸਰੇ ਨੇ।
ਥੈਂਕ ਯੂ ਜੀ, ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਧੰਨਵਾਦ। ਸਮੇਂ ਦੀ ਸ਼ਾਰਟੇਜ ਕਰਕੇ ਆਈ ਨੀਡ ਟੂ ਜਸਟ ਪਲੀਜ਼ ਸਟੇ ਬਰੀਫ। ਅੱਗੇ ਹੁਣ ਮੈਂ ਪੁੱਛਾਂਗਾ ਡਾਕਟਰ ਕੁਲਵਿੰਦਰ ਸਿੰਘ ਹੁਣਾਂ ਨੂੰ। ਹਾਂਜੀ, ਤੁਸੀਂ ਦੱਸੋ ਆਪਦੇ ਵਿਚਾਰ ਇਹਨਾਂ ਉੱਤੇ, ਖਾਸ ਕਰਕੇ ਇਸ ਲਾਈਟ ਤੋਂ ਕਵਰ ਕਰੋ ਤੁਸੀਂ ਵੀ ਤੇ ਕਿਵੇਂ ਦੇਖੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੇ ਸਿੱਖੀਜ਼ਮ ਦੇ ਵਿੱਚ ਇਟ ਵਾਸ ਨੈਵਰ ਵਿਦ ਦ ਫੇਥ ਅਦਰ ਫੇਥ, ਚਾਹੇ ਕੋਈ ਵੀ ਫੇਥ ਹੋਵੇ, ਪਰ ਇੱਥੇ ਕਿਵੇਂ ਇੱਕ ਸੂਫੀ ਮੁਸਲਮਾਨ ਫਕੀਰ ਦਰਵੇਸ਼ ਉੱਚੀ ਸੁੱਚੀ ਬਿਰਤੀ ਵਾਲੇ ਬੰਦੇ ਨੂੰ ਮਹਾਰਾਜ ਨੇ ਉਹਨਾਂ ਨਾਲ ਰਿਲੇਸ਼ਨਸ਼ਿਪ ਹੋਇਆ। ਤੇ ਇਸੇ ਰਿਲੇਸ਼ਨਸ਼ਿਪ ਦੇ ਵਿੱਚ ਵੀ ਤੁਸੀਂ ਅੱਗੇ ਦੇਖੋ ਗੁਰੂ ਗੋਬਿੰਦ ਸਿੰਘ ਜੀ ਨੇ ਨਬੀ ਖਾਂ, ਗਨੀ ਖਾਂ, ਉਧਰੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਈਂ ਮੀਆਂ ਮੀਰ, ਜਿਹੜੇ ਕਿ ਉਹ ਵੀ ਹਜ਼ਰਤ ਮੁਹੰਮਦ ਸਾਹਿਬ ਦੇ ਬੜੀ ਇੱਕ ਬੜੀ ਉੱਚੀ ਪਦਵੀ ਦੇ ਉੱਤੇ ਬਿਰਾਜਮਾਨ ਸੀ। ਤੇ ਲੇਕਿਨ ਰਾਜ ਦਰਬਾਰ ਦੇ ਵਿੱਚ ਵੀ ਉਹਨੂੰ ਇੱਕ ਵਾਰ ਕਹਿੰਦੇ ਔਰੰਗਜ਼ੇਬ ਨੂੰ ਕੁੱਤੇ ਨੇ ਕਿਹਾ ਕਿ ਸਾਈਂ ਮੀਆਂ ਮੀਰ ਨੂੰ ਵੀ ਤੂੰ ਦਰਵਾਜ਼ੇ ਤੇ ਪਹਿਰੇਦਾਰ ਕਿਉਂ ਲੱਗੇ ਨੇ, ਮੇਰੇ ਵਰਗਾ ਬਾਦਸ਼ਾਹ ਵੀ ਨਹੀਂ ਆ ਸਕਦਾ, ਰੋਕ ਰੱਖਦੇ ਨੇ। ਉਹ ਕਹਿੰਦੇ ਤਾਂ ਕਿ ਤੇਰੇ ਅੱਗੇ ਕੁੱਤੇ ਅੰਦਰ ਨਾ ਆ ਸਕਣ। ਇਸ ਤਰ੍ਹਾਂ ਦੀ ਜ਼ਰੂਰਤ ਸੀ ਸਾਈਂ ਮੀਆਂ ਮੀਰ ਦੇ ਵਿੱਚ। ਜਿਹੜਾ ਰੱਬ ਦਾ ਪਿਆਰਾ ਹੁੰਦਾ ਨਾ ਜੀ, ਉਹ ਕੋਈ ਡਰਦਾ ਨਹੀਂ ਕਿਸੇ ਤੋਂ। ਪਰ ਤੁਸੀਂ ਆਪਦੇ ਵਿਚਾਰ ਦੱਸੋ ਵੀ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਗੁਰਸਿੱਖ ਥਾਟ ਨੂੰ ਤੇ ਕਿਸ ਤਰ੍ਹਾਂ ਸਾਡੀ ਜਿਹੜੀ ਕਮਿਊਨਿਟੀ ਆ ਤੇ ਮੁਸਲਮਾਨ ਕਮਿਊਨਿਟੀ ਨਾਲ ਸਾਡਾ ਰਿਲੇਸ਼ਨਸ਼ਿਪ ਆ, ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਕਿਸ ਤਰ੍ਹਾਂ ਦੀ ਲਾਈਟ ਦੇ ਵਿੱਚ ਹੋਣਾ ਚਾਹੀਦਾ, ਇਸ ਤਰ੍ਹਾਂ ਕੋਈ ਸਬਕ ਦੱਸੋ ਸਾਨੂੰ ਕਮਿਊਨਿਟੀ ਨੂੰ। ਤੁਸੀਂ ਵੀ ਡਾਕਟਰ ਕੁਲਵਿੰਦਰ ਸਿੰਘ ਜੀ, ਬੜੇ ਸਿਆਣੇ ਹੋ ਤੁਸੀਂ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ। ਹਾਂਜੀ, ਦੇਖੋ ਜਦੋਂ ਵੀ ਅਸੀਂ ਵਿਚਾਰ ਦਿੰਦੇ ਆ ਤੇ ਜ਼ਰੂਰੀ ਨਹੀਂ ਹੁੰਦਾ ਕਿ ਮੇਰੇ ਵਿਚਾਰ ਠੀਕ ਹੋਣ, ਲੇਕਿਨ ਐਟਲੀਸਟ ਓਨੈਸਟੀ ਇੰਨੀ ਹੋਣੀ ਜ਼ਰੂਰੀ ਹੁੰਦੀ ਹੈ ਕਿ ਮੈਂ ਆਪਣੀ ਦਿਲ ਦੀ ਗੱਲ, ਮਨ ਦੀ ਗੱਲ ਖੁੱਲ੍ਹ ਕੇ ਕਰਾਂ। ਸੋ ਇਹਦੇ ਵਿੱਚ ਜੋ ਤੁਸੀਂ ਸਵਾਲ ਪੁੱਛਿਆ, ਗੁਰਬਾਣੀ ਤੋਂ ਹੀ ਜਿਹੜੀ ਵਿਚਾਰ ਪੈਦਾ ਹੋਈ ਸੀ, ਗੁਰੂ ਗ੍ਰੰਥ ਸਾਹਿਬ ਜੀ ਬਾਰੇ ਮਾਰੇ ਆਪਾਂ ਗੱਲ ਕਰਾਂਗੇ। ਜਿਸ ਤਰ੍ਹਾਂ ਦਾਸ ਨੂੰ ਲੱਗਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜਿਹੜੀ ਅਲੱਗ-ਅਲੱਗ ਭਗਤਾਂ ਦੀ ਬਾਣੀ ਲਿਖੀ ਹੋਈ ਹੈ, ਅਸੀਂ ਆਮ ਤੌਰ ਤੇ ਇਸ ਵਿਚਾਰ ਸੋਚ ਲੈਂਦੇ ਹਾਂ ਕਿ ਗੁਰੂ ਸਾਹਿਬਾਂ ਨੇ ਉਹ ਬਾਣੀ ਦੀਆਂ, ਪਰ ਇਹ ਵੀ ਹੋ ਸਕਦਾ ਹੈ ਕਿ ਗੁਰੂ ਸਾਹਿਬਾਂ ਨੇ ਜਿਹੜੇ ਭਗਤਾਂ ਦੀ ਅਵਸਥਾ ਸੱਚਖੰਡ ਵਿੱਚ ਪਹੁੰਚੀ, ਜਿਹੜੇ ਆਤਮ ਪੱਤਰ ਤੇ ਜਿਨ੍ਹਾਂ ਨੇ ਇੱਕ ਨੂੰ ਦੇਖਿਆ ਸਾਰੇ ਸੰਸਾਰ ਦੇ ਵਿੱਚ, ਗੁਰੂ ਸਾਹਿਬਾਂ ਨੇ ਉਹਨਾਂ ਦੀ ਬਾਣੀ ਸਾਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰ ਲਈ। ਜਿਸ ਤਰ੍ਹਾਂ ਪਿੱਛੇ ਦਾ ਇੱਕ ਸ਼ਲੋਕ ਜ਼ਿਕਰ ਆਇਆ ਸੀ ਕਬੀਰ ਜੀ ਦੇ ਵਿੱਚ, ਵੀ ਕਬੀਰ ਜੀ ਦਾ ਸ਼ਲੋਕ ਹੈਗਾ ਭਈ ਭਾਵੇਂ ਲੰਬੇ ਕੇਸ ਕਰ, ਭਾਵੇਂ ਘਰ ਦਾ ਮੁੰਡਾ ਹੈ। ਇਸੇ ਤਰ੍ਹਾਂ ਜਿਹੜੀ ਗੁਰਬਾਣੀ ਹੈ, ਗੁਰਬਾਣੀ ਦੇ ਵਿੱਚ ਅਸੀਂ ਜਿਹੜੇ ਸਾਡੇ ਬਾਹਰੀ ਕਰਮ ਹੁੰਦੇ ਨੇ ਨਾ, ਇਹ ਸਟਾਰਟਿੰਗ ਅਵਸਥਾ ਹੁੰਦੀ ਹੈ। ਜਿਸ ਤਰ੍ਹਾਂ ਸਕੂਲ ਚ ਡਰੈਸ ਤੋਂ ਸ਼ੁਰੂ ਨੇ, ਉਹ ਹਰ ਧਰਮ ਦੀ ਡਰੈਸ ਅਲੱਗ ਹੋ ਸਕਦੀ ਹੈ, ਪਰ ਬੜੇ ਸਿੱਖਾਂ ਦਾ ਮੈਂ ਵਿਚਾਰ ਸੁਣਨ ਚ ਜਦੋਂ ਵਿੱਚ ਡਿਸਕਸ਼ਨ ਹੁੰਦੀਆਂ ਆਉਂਦਾ ਹੈ ਕਿ ਠੀਕ ਹੈ, ਜਿਹੜਾ ਵੀ ਕੋਈ ਹੋਏਗਾ ਉਹਨੂੰ ਅਖੀਰ ਤੇ ਸਿੱਖ ਧਰਮ ਦੇ ਐਮਬ੍ਰੇਸ ਜਾਣਾ ਪਏਗਾ, ਜੇਕਰ ਉਹ ਸੱਚਖੰਡ ਜਾਣਾ ਚਾਹੁੰਦਾ। ਤੇ ਮੈਨੂੰ ਲੱਗਦਾ ਹੈ ਕਿ ਨਹੀਂ, ਸੱਚਖੰਡ ਦੇ ਦਰਵਾਜ਼ੇ ਜਦੋਂ ਦਾ ਸੰਸਾਰ ਬਣਿਆ, ਸੰਸਾਰ ਲਈ ਖੁੱਲੇ, ਤੇ ਸਿੱਖ ਧਰਮ ਦੀ ਜਿਹੜੀ ਹੋਂਦ ਹੈ, ਜੇ ਅਸੀਂ ਇਤਿਹਾਸਿਕ ਤੌਰ ਤੇ ਦੇਖੀਏ ਤੇ ਹੋਂਦ ਹੈਗੀ ਹੈ। ਸੋ ਜਿਹੜੇ ਵੀ ਭਗਤਾਂ ਨੇ, ਉਹ ਜਿਸ ਤਰ੍ਹਾਂ ਕੋਈ ਬੋਲੇ ਰਾਮ ਰਾਮ, ਕੋਈ ਖੁਦਾਈ, ਕੋਈ ਸੇਵੀ ਕੁਸਈਆਂ, ਕੋਈ ਲਾਏ, ਸਾਰੀਆਂ ਗੱਲਾਂ ਲਿਖ ਕੇ ਅਖੀਰਲੀ ਪੰਕਤੀ ਚ ਕੀ ਕਹਿਤਾ ਹੈ, ਕੋ ਨਾਨਕ ਜਿਨ ਹੁਕਮ ਪਛਾਤਾ। ਜਿਹੜੀ ਫਾਈਨਲ ਸਟੇਜ ਹੁਕਮ ਤੇ ਆਣੀ ਹੈ, ਜਿਨਨੇ ਵੇਖਿਆ ਕਿ ਹਰ ਚੀਜ਼ ਪ੍ਰਮਾਤਮਾ ਦੇ ਹੁਕਮ ਚ ਹੋ ਰਹੀ ਹੈ, ਪ੍ਰਭ ਸਾਹਿਬ ਦਾ ਦਿਨ ਤੇਰ ਜਾਂਦਾ। ਇਸੇ ਤਰ੍ਹਾਂ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਗੱਲ ਹੋ ਰਹੀ ਸੀ, ਸ਼ਲੋਕਾਂ ਦੀ ਗੱਲ ਹੋ ਰਹੀ ਸੀ। 112 ਸ਼ਲੋਕ ਫਰੀਦ ਜੀ ਦੇ ਨੇ ਤੇ 18 ਸ਼ਲੋਕ ਬਾਕੀ ਐਡ ਹੋਏ ਨੇ। ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕੰਪੀਲੇਸ਼ਨ ਹੈਗੀ ਹੈ ਨਾ, ਇਹ ਗੁਰੂ ਸਾਹਿਬ ਤੋਂ ਐ ਸੱਚ ਨਹੀਂ ਚੱਲਦੀ ਆ, ਕਿਉਂਕਿ ਜਿਹੜੀ ਇਹਨਾਂ ਦੀ ਗਿਣਤੀ ਹੈ, ਇਹ ਗਿਣਤੀ ਵੀ ਗੁਰੂ ਸਾਹਿਬਾਂ ਨੇ ਨਹੀਂ ਕੀਤੀ ਹੋਈ। ਇਹ ਤੇ ਕੇਵਲ ਜਿਹੜੀ ਗਿਣਤੀ ਇਸ ਲਈ ਕੀਤੀ ਗਈ ਕਿ ਕੱਲ ਨੂੰ ਕੋਈ ਸ਼ਰਾਰਤ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਐਕਸਟਰਾ ਸ਼ਬਦ ਐਂਟਰ ਕਰਨ ਦੀ ਜਾਂ ਇਹਦੇ ਚ ਕੋਈ ਸ਼ਲੋਕ ਕੱਟਣ ਦੀ ਕੋਸ਼ਿਸ਼ ਨਾ ਕਰੇ। ਤੇ ਜਿਸ ਤਰ੍ਹਾਂ ਵਿਚਾਰ ਆ ਰਿਹਾ ਸੀ ਕਿ ਫਰੀਦ ਜੀ ਦੇ ਸ਼ਲੋਕ ਤੋਂ ਬਾਅਦ ਉਹਦੀ ਦੂਸਰਾ ਸ਼ਬਦ ਤੀਸਰੇ ਗੁਰੂ ਸਾਹਿਬ ਦਾ ਆਉਂਦਾ ਹੈ, ਫਿਰ ਚੌਥੇ ਪਾਤਸ਼ਾਹ ਦਾ ਆਉਂਦਾ ਹੈ, ਫਿਰ ਦੂਜੇ ਪਾਤਸ਼ਾਹ ਦਾ ਆ ਜਾਂਦਾ ਹੈ। ਇਹ ਚੀਜ਼ ਸਾਨੂੰ ਕਲੀਅਰ ਕਰਦੀ ਹੈ ਕਿ ਇਹ ਸਮੇਂ ਨਾਲ ਨਹੀਂ ਚੱਲੀ। ਜਿਹੜੇ ਮਿਲਦੇ ਸ਼ਲੋਕ ਸਨ, ਉਹਨਾਂ ਨੂੰ ਇਕੱਠੇ ਲਿਖ ਦਿੱਤਾ ਗਿਆ ਤਾਂ ਜੋ ਉਹਨਾਂ ਦੇ ਅਰਥ ਨੂੰ ਸਮਝਣ ਵਿੱਚ ਸੁਖਿਆਈ ਹੋ ਜਾਵੇ। ਸੋ ਏਦਾਂ ਹੁਣ ਫਰੀਦ ਜੀ ਦਾ ਇੱਕ ਸ਼ਲੋਕ ਮੈਂ ਯਾਦ ਕਰ ਰਿਹਾ ਸੀ, ਜਿੱਦਾਂ ਗੱਲ ਹੋ ਰਹੀ
ਵੀ ਅੰਦਰੋਂ ਲੱਭਣਾ ਹੈ ਕਿ ਬਾਹਰੋਂ ਲੱਭਣਾ ਹੈ। ਜੋ ਗੁਰਬਾਣੀ ਚਾਹੁੰਦਾ ਨਾ, ਗਾਵੇ ਕੋ ਜਾਪੈ ਵਿਸੈ ਦੂਰ, ਗਾਵੇ ਕੋ ਵੇਖੈ ਹਾਦਰਾ ਹਦੂਰ। ਤੂੰ ਚਾਹੇ ਉਹਨੂੰ ਦੂਰ ਤੋਂ ਦੂਰ ਦੇਖ ਲੈ, ਸਤਵੇਂ ਅਸਮਾਨ 'ਚ ਜਾਂ ਕਰੋੜਾਂ ਅਸਮਾਨਾਂ ਪਰੇ ਦੇਖ ਲੈ, ਤੇ ਚਾਹੇ ਹਿਰਦੇ 'ਚ ਦੇਖ ਲੈ। ਜੇ ਹਿਰਦੇ 'ਚ ਦੇਖਣਾ ਸ਼ੁਰੂ ਕਰੇਗਾ, ਅਖੀਰ ਤੇ ਤੁਹਾਨੂੰ ਸਾਰੀ ਬ੍ਰਹਮੰਡ 'ਚ ਦਿਸਣਾ ਸ਼ੁਰੂ ਹੋ ਜਾਏਗਾ। ਤੇ ਜੇ ਸ੍ਰਿਸ਼ਟੀ ਤੋਂ ਸ਼ੁਰੂ ਕਰੇਗਾ, ਅਖੀਰ ਤੇ ਤੁਹਾਨੂੰ ਆਪਣੇ ਅੰਦਰ ਵੀ ਦਿਸਣਾ ਸ਼ੁਰੂ ਹੋ ਜਾਏਗਾ। ਸੋ ਝਗੜਾ ਇਸ ਗੱਲ ਦਾ ਨਹੀਂ ਕਿ ਕਿੱਥੇ ਦੇਖਣਾ ਹੈ, ਉਹਨੂੰ ਦੇਖਣ ਦੀ ਕੋਸ਼ਿਸ਼ ਕਰਨੀ ਹੈ। ਝਗੜਾ ਇਸ ਚੀਜ਼ ਦਾ ਮੇਨ ਇਸ਼ੂ ਹੈ। ਸੋ ਇਹਦੇ ਵਿੱਚ ਫਰੀਦ ਦਾ ਸ਼ਲੋਕ ਆਉਂਦਾ ਨਾ ਵੀ ਕੰਧੀ ਵਹਿ ਨਾ ਢਾਏ ਤੋਂ ਵੀ ਲੇਖਾ ਨਾ। ਹਾਂਜੀ, ਉਹ ਕਹਿੰਦੇ ਵੀ ਹੜ ਆ ਰਿਹਾ ਸੀ, ਤੇ ਜਿਹੜੀ ਪਹਿਲੀ ਪੰਕਤੀ ਅਸੀਂ ਸੋਚਦੇ ਵੀ ਕਵੀ ਅਰਥ ਵੀ ਫਰੀਦ ਜੀ ਨੇ ਕਿਹਾ ਨਹੀਂ ਤੂੰ ਭੁੱਲ ਗਿਆ ਮੈਂ। ਪਹਿਲੀ ਲਾਈਨ ਵਿੱਚ ਫਰੀਦ ਜੀ ਸਾਡੇ ਆਮ ਮਨੁੱਖ ਦੇ ਮਨ ਦੀ ਅਵਸਥਾ ਦੱਸਦੀ ਹੈ ਕਿ ਆਮ ਬੰਦੇ ਸੋਚਦੇ ਹੋਣਗੇ ਵੀ ਯਾਰ ਕੀ ਹੋ ਰਿਹਾ, ਇੰਨੀ ਨੁਕਸਾਨ ਹੋਈ ਜਾ ਰਿਹਾ, ਦੁਨੀਆ ਤਬਾਹ ਹੋਈ ਜਾ ਰਹੀ ਹੈ। ਹਾਂਜੀ, ਤੇ ਉਹ ਕਹਿਣਗੇ ਦਰਿਆ ਕਰਦਾ, ਪਰ ਉਹ ਕਹਿੰਦੇ ਅਗਲੀ ਪੰਕਤੀ ਜਵਾਬ ਦੇ ਦਿੱਤਾ, ਉਹਨੂੰ ਕਲੀਅਰ ਕਰਤਾ ਕਿ ਜਦ ਵਹਿਨ ਦਾਉ ਗੋਗਰੈ ਜਿੱਧਰ ਰੱਬ ਜਾਏ। ਇਹ ਜਿਹੜਾ ਦਰਿਆ ਹੈ ਇਹ ਵੀ ਹੁਕਮ ਚ ਚੱਲ ਰਿਹਾ, ਜਿੱਥੇ ਪਰਮਾਤਮਾ ਨੂੰ ਭੇਜਣਾ ਕਹਿੰਦਾ ਉੱਥੇ ਹੀ ਜਾ ਰਿਹਾ। ਸੋ ਫਾਇਦਾ ਹੋ ਰਿਹਾ ਜਾਂ ਨੁਕਸਾਨ ਹੋ ਰਿਹਾ, ਇਹ ਨਹੀਂ ਕਿ ਅਸੀਂ ਕੋਸ਼ਿਸ਼ ਨਹੀਂ ਕਰਨੀ, ਪਰ ਅਸੀਂ ਨਾਲ ਦੇ ਨਾਲ ਹੁਕਮ ਨੂੰ ਵੀ ਰਿਅਲਾਈਜ਼ ਕਰਨਾ ਹੈ ਕਿ ਹਰ ਚੀਜ਼ ਹੁਕਮ ਦੇ ਵਿੱਚ ਹੀ ਹੈ। ਕਿਉਂ? ਸੰਸਾਰ ਦੀਆਂ ਸਾਰੀਆਂ ਚੀਜ਼ਾਂ ਸਾਡੇ ਹਿਸਾਬ ਸਿਰ ਸਾਡੇ ਕੰਟਰੋਲ 'ਚ ਨਹੀਂ ਹੈ। ਸੋ ਇਸੇ ਤਰ੍ਹਾਂ ਫਰੀਦ ਜੀ ਦਾ ਸ਼ਲੋਕ ਆਉਂਦਾ ਹੈ ਵੀ ਫਰੀਦਾ ਹੱਦ ਕਾਬੇ ਹੋ ਜਾਏ ਆ ਕੇ ਮਿਲੇਗਾ, ਕਿਉਂਕਿ ਜਿੱਦਾਂ ਅਸੀਂ ਕਹਿੰਦੇ ਹਾਂ ਵੀ ਦਰਬਾਰ ਸਾਹਿਬ ਦੇ ਦਰਸ਼ਨ ਬੜੇ ਉੱਚੇ, ਹੱਜ ਕਾਬਾ ਬੜਾ ਵੱਡਾ ਮੰਨਿਆ ਜਾਂਦਾ ਮੁਸਲਮਾਨਾਂ 'ਚ। ਪਰ ਦਲੇਰੀ ਦੇਖੋ, ਉਹ ਕਹਿੰਦੇ ਮੈਨੂੰ ਤੇ ਅੱਗੇ ਪਰਮਾਤਮਾ ਮਿਲਿਆ ਤੇ ਮੇਰੇ ਨਾਲ ਲੜ ਪਿਆ, ਸਾਈਂ ਮੁਝਸੇ ਲੜ ਪੜਿਆ, ਫਿਰ ਤੂੰ ਕਿੱਥੋਂ ਤੁਰਿਆ ਜਾਂਦਾ ਮੈਂ, ਤੈਨੂੰ ਹੱਜ ਕਾਬੇ ਕੀ ਮਿਲਣਾ? ਸਾਈਂ ਮੁਝਸੇ ਲੜ ਪੜਿਆ, ਤੁਝ ਕਿਵੇਂ ਫਰਮਾਈ ਹੈ। ਸੋ ਭਗਤਾਂ ਦੀ ਜਿੰਨੇ ਭਗਤ ਹੁੰਦੇ ਨੇ ਉਹ ਦਲੇਰ ਹੁੰਦੇ ਨੇ, ਉਹ ਸਿਰਫ ਪਰਮਾਤਮਾ ਦੇ ਡਰ ਦੇ ਅੰਦਰ ਹੁੰਦੇ ਨੇ, ਤੇ ਸਾਰੀ ਸ੍ਰਿਸ਼ਟੀ ਨਾਲ ਪਿਆਰ ਕਰ ਦਿੰਦੇ ਨੇ। ਇਸੇ ਤਰ੍ਹਾਂ ਫਰੀਦ ਜੀ ਦੇ ਸ਼ਲੋਕ ਆਉਂਦੇ ਨੇ ਪ੍ਰੇਮ ਬਾਰੇ ਕਿ ਇੱਕ ਸਿੱਧੇ ਵਿਆਹ ਲਤਾੜੀਏ ਤਾਂ ਸਾਈਂ ਦੇ ਦਰਬਾਰੀਏ। ਇੰਨੀ ਨਿਮਰਤਾ ਅੰਦਰ ਹੋਣੀ ਚਾਹੀਦੀ ਹੈ। ਤੇ ਦੂਜੇ ਪਾਸੇ ਕੀ ਹੈ? ਸਭਨਾ ਮਨ ਮਾਣਕ ਠਾਹਣ ਜੰਗਵਾ, ਜੇ ਤੋਂ ਪ੍ਰਿਆ ਦੀ ਸਿੱਖ ਕਿਆ ਉਹ ਨਾ ਠਾਹੇ ਕੰਟਾ। ਜੇ ਪਿਆਰੇ ਦੀ ਸਿੱਖ ਹੈਗੀ ਤੇ ਪਹਿਲਾਂ ਸਭ ਤੋਂ ਧਿਆਨ ਰੱਖੀ ਕਿ ਸਾਰਿਆਂ ਹਿਰਦਿਆਂ ਚੋਂ ਵਸਦਾ ਹੈ, ਕਿਸੇ ਹਿਰਦੇ ਨੂੰ ਦੁਖਾਈ ਨਾ। ਥੈਂਕ ਯੂ ਜੀ, ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹਾਂਜੀ, ਹੁਣ ਮੈਂ ਪੁੱਛਾਂਗਾ ਡਾਕਟਰ ਕਿਰਪਾਲ ਸਿੰਘ ਉਹਨਾਂ ਨੂੰ। ਹਾਂਜੀ ਵੀਰ ਜੀ, ਤੁਸੀਂ ਦੱਸੋ ਆਪਣੇ ਵਿਚਾਰ, ਤੇ ਉਸ ਤੋਂ ਬਾਅਦ ਅਸੀਂ ਲਵਾਂਗੇ ਸਰਦਾਰ ਜਸਵੀਰ ਸਿੰਘ ਹੁਣੀ। ਤੁਸੀਂ ਰੈਡੀ ਰਹੋ ਜੀ। ਹਾਂਜੀ ਵੀਰ ਜੀ, ਡਾਕਟਰ ਕਿਰਪਾਲ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਸਾਰੇ ਵਿਚਾਰ ਸੁਣ ਕੇ ਬੜਾ ਮੈਨੂੰ ਆਨੰਦ ਆ ਰਿਹਾ। ਸੋ ਰੀਅਲੀ ਦਿਸ ਇਜ਼ ਵੰਡਰਫੁਲ। ਅਗੇਨ ਸਪੈਸ਼ਲ ਥੈਂਕਸ ਫॉर ਡਾਕਟਰ ਕਲਿਆਣ ਸਿੰਘ ਜਿਹੜੇ ਸਾਡੇ ਨਾਲ ਜੁੜੇ ਨੇ ਪਾਕਿਸਤਾਨ ਦੇ ਵਿੱਚੋਂ, ਤੇ ਪ੍ਰੋਫੈਸਰ ਨੇ ਉੱਥੇ ਪੰਜਾਬੀ ਦੇ, ਤੇ ਉਹਨਾਂ ਦੀ PhD ਵੀ ਇਸ ਪਾਸੇ ਹੈ, ਇਨਸਾਨੀਅਤ ਦਾ ਕੀ ਐਸਪੈਕਟ ਹੈਗਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਤੇ ਮੈਂ ਅਰਜ਼ ਇਹ ਕਰਨਾ ਕਿ ਦੇਖੋ ਹੁਣ ਭਗਤ ਜਿਹੜੇ ਸ਼ੇਖ ਫਰੀਦ ਜੀ, ਉਹਨਾਂ ਦੀ ਬਾਣੀ ਤੋਂ ਸਾਨੂੰ ਜਿਵੇਂ ਤੁਸੀਂ ਸਾਰਿਆਂ ਨੇ ਫਰਮਾਇਆ ਬਹੁਤ ਸਿੱਖਿਆ ਮਿਲਦੀ ਹੈ, ਪਰ ਹੁਣ ਇਹ ਸਿੱਖਿਆ ਦੀ ਕੀ ਰੈਲੇਵੈਂਸ ਹੈ ਸਾਡੀ ਜ਼ਿੰਦਗੀ ਦੇ ਵਿੱਚ ਇਸ ਵੇਲੇ? ਮੈਨੂੰ ਇੱਕ ਸਟੋਰੀ ਯਾਦ ਆਈ ਹੈ, ਉਹਨਾਂ ਨੂੰ ਕਹਿੰਦੇ ਨੇ ਬਾਬਾ ਫਕੀਰ ਸ਼ਕਰਗੰਜ। ਮੈਂ ਜਿਹੜੀ ਕਹਾਣੀ ਸੁਣੀ ਸੀ ਉਹ ਸੀ ਕਿ ਵੀ ਉਹਨਾਂ ਦੀ ਮਾਂ ਨੇ ਇਸ ਪਾਸੇ ਕਿ ਵੀ ਮੇਰਾ ਪੁੱਤਰ ਜਿਹੜਾ ਨਮਾਜ਼ ਪੜ੍ਹੇ ਤੇ ਧਾਰਮਿਕ ਖਿਆਲਾਤ ਹੋਣ ਵਾਸਤੇ ਉਹਨਾਂ ਨੂੰ ਕਹਿੰਦੀ ਸੀ ਤੂੰ ਨਮਾਜ਼ ਪੜ੍ਹ ਬੇਟਾ, ਤੇ ਜਿਹੜੇ ਨਾ ਤੈਨੂੰ ਜਿਹੜਾ ਪਰਮਾਤਮਾ ਉਹ ਸ਼ੱਕਰ ਦਊਗਾ, ਅੱਲਾ ਸ਼ੱਕਰ ਦਊਗਾ। ਤੇ ਉਹ ਰੱਖ ਦਿੰਦੀ ਸੀ ਥੱਲੇ ਉਹ ਸ਼ੱਕਰ। ਜਦੋਂ ਨਮਾਜ਼ ਪੜ੍ਹਦੇ ਬੜੇ ਖੁਸ਼ ਹੋਣੇ ਉਹਨਾਂ ਨੇ ਲੈ ਕੇ। ਛੋਟੀ ਛੋਟੀ ਜਦੋਂ ਆਦਤ ਪੈ ਗਈ ਉਹਨਾਂ ਦੀ ਤੇ ਉਹਨਾਂ ਦਾ ਵਿਸ਼ਵਾਸ ਬਣਦਾ ਗਿਆ। ਇੱਕ ਵਾਰੀ ਉਹ ਚਲੀ ਗਈ ਕਿਤੇ ਗ੍ਰਾਂ ਤੇ ਉਹ ਭੁੱਲ ਗਈ ਸ਼ੱਕਰ ਰੱਖਣੀ। ਹੁਣ ਬੜਾ ਅਫਸੋਸ ਆਵੇ ਹੁਣ ਇਹਦੇ ਮਨ 'ਚ ਕੀ ਅਸਰ ਪਊਗਾ ਫਰੀਦ ਦੇ ਕਿ ਬਈ ਉਸਨੇ ਇਹ ਤਾਂ ਮੇਰੇ ਨਾਲ ਠੱਗੀ ਕਰਦੀ ਰਹੀ ਹੈ ਮੇਰੀ ਮਾਂ, ਜਿਹੜੇ ਨੇ ਅੱਜ ਕਿਉਂ ਨਹੀਂ ਹੈ। ਤੇ ਜਦੋਂ ਉਹ ਦੇਖਿਆ ਉਹਨਾਂ ਨੇ ਤੇ ਉਹਨੇ ਨੇ ਜਦੋਂ ਦੀ ਮਾਂ ਘਰੇ ਆਉਂਦੀ ਆ ਤੇ ਉਹਨੂੰ ਬੜਾ ਪ੍ਰੇਮ ਦੇ ਨਾਲ ਗੱਲ ਕਰ ਦਿੰਦੇ, ਕਹਿੰਦੇ ਮਾਂ ਤੇਰਾ ਲੱਖ ਲੱਖ ਵਾਰ ਸ਼ੁਕਰ ਹੈ, ਤੂੰ ਮੈਨੂੰ ਇਸ ਪਾਸੇ ਲਾਉਣ ਦੇ ਲਈ ਇਹ ਸ਼ੱਕਰ ਜਿਹੜੀ ਰੱਖਦੀ ਰਹੀ ਹੈ ਨਾ, ਤੇ ਇਹਦਾ ਮੈਂ ਤੇਰਾ ਬਹੁਤ ਧੰਨਵਾਦੀ ਹਾਂ। ਤੂੰ ਮੈਨੂੰ ਸਿੱਧੇ ਰਸਤੇ ਪਾਇਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਭਾਵ ਮੇਰਾ ਕਹਿਣ ਦਾ ਇਹ ਆ, ਸਾਨੂੰ ਸਬਕ ਮਿਲਦਾ ਕਿ ਵੀ ਅਸੀਂ ਵੀ ਜਦੋਂ ਆਪਣੇ ਬੱਚਿਆਂ ਦੇ ਨਾਲ, ਆਪਣੇ ਗ੍ਰੈਂਡ ਚਿਲਡਰਨ ਨਾਲ ਗੱਲ ਕਰਦੇ ਹਾਂ ਜਾਂ ਹੋਰਨਾਂ ਦੇ,
ਜਦੋਂ ਅਸੀਂ ਚੀਜ਼ਾਂ ਦਿੰਦੇ ਆ ਨਾ, ਬਰਥਡੇ ਗਿਫਟ ਹੋ ਗਈ ਜਾਂ ਇਹ ਕੋਈ ਹੋਰ ਤਿਉਹਾਰ ਆ ਗਿਆ, ਵਿਸਾਖੀ ਦਾ ਦਿਨ, ਇਸ ਤਰੀਕੇ ਨਾਲ ਇਹ ਚੀਜ਼ਾਂ ਨੂੰ ਜੋੜਿਆ ਕਰੀਏ ਉਹ ਜਦੋਂ ਅਸੀਂ ਉਹਨਾਂ ਨੂੰ ਗਿਫਟਸ ਵਗੈਰਾ ਦਿੰਦੇ ਆ, ਤਾਂ ਕਿ ਉਹਨਾਂ ਦੇ ਸ਼ਰਧਾ ਜਿਹੜਾ ਉਹਨਾਂ ਦਾ ਫੇਥ ਆ ਹੋਰ ਵੀ ਡਿਵੈਲਪ ਹੋਵੇ। ਤੇ ਨਾਲੇ ਜਦੋਂ ਲਿੰਕ ਬਣ ਜਾਂਦਾ ਨਾ ਵੀ ਆ ਮੇਰੇ ਟਰਾਊਜ਼ਰ ਜਿਹੜੇ ਵਿਸਾਖੀ ਤੇ ਮੈਨੂੰ ਮਿਲੇ ਸੀ, ਵਿਸਾਖੀ ਦੀ ਯਾਦ ਬਣ ਗਈ। ਇਸੇ ਤਰ੍ਹਾਂ ਜੇ ਕੋਈ ਹੋਰ ਕਿਸੇ ਚੀਜ਼ ਦੀ ਗੱਲਬਾਤ ਹੋ ਗਈ ਕਿ ਵੀ ਮੇਰਾ ਉਹ ਜਦੋਂ ਬਰਥਡੇ ਕੇਕ ਕੱਟਿਆ ਸੀ ਨਾ, ਉਹ ਨਾਲ ਉਹ ਸ਼ਬਦ ਪੜ੍ਹਦੇ ਹੁੰਦੇ ਸੀ ਗੁਰੂ ਅਰਜਨ ਦੇਵ ਜੀ ਦੇ, ਜਿਹੜਾ ਗੁਰੂ ਅਰਜਨ ਨੇ ਲਿਖਿਆ ਵੀ ਮੇਰੀ ਮਾਂ ਮੈਨੂੰ ਇਸ ਤਰ੍ਹਾਂ ਅਸੀਸਾਂ ਦਿੰਦੀ ਸੀ, ਪੂਤਾ ਮਾਤਾ। ਇਸੇ ਤਰ੍ਹਾਂ ਹੀ ਹੋਰ ਅਨੇਕਾਂ ਗੱਲਾਂ ਨੇ। ਜਦੋਂ ਅਸੀਂ ਖੇਲਾਂ ਖੇਡਦੇ ਹਾਂ ਕਿ ਵੀ ਕਿਵੇਂ 10ਵੇਂ ਪਾਤਸ਼ਾਹ ਜੀ ਨੂੰ ਤੀਰਅੰਦਾਜ਼ੀ ਤੇ ਹੋਰ ਇਸ ਤਰ੍ਹਾਂ ਦੀਆਂ ਨੇਜ਼ਾਬਾਜ਼ੀ ਤੇ ਇਸ ਤਰ੍ਹਾਂ ਕਿਵੇਂ ਗਰੁੱਪ ਆਰਗੇਨਾਈਜ਼ ਕਰਦੇ ਹੁੰਦੇ ਸੀ ਜਦੋਂ ਪਟਨਾ ਸਾਹਿਬ ਦੇ ਵਿੱਚ ਸੀ। ਸੋ ਇਹ ਸਾਰੀਆਂ ਜਿਹੜੀਆਂ ਸਾਡੀ ਕਹਾਣੀਆਂ ਨੇ ਨਾ ਬਾਬਾ ਫਰੀਦ ਜੀ ਵਾਂਗੂ, ਇਹਨਾਂ ਨੂੰ ਯੂਜ਼ ਕਰਨ ਦੀ ਲੋੜ ਹੈ। ਸਿਰਫ ਪੜ੍ਹੀਏ ਹੀ ਨਾ, ਇਹਨਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਕੇ ਬਾਣੀ ਦੇ ਨਾਲ ਨਾਲ ਇਹਨਾਂ ਨੂੰ ਸੋਸ਼ਲ ਤਰੀਕੇ ਦੇ ਵਿੱਚ ਵੀ ਲੈ ਕੇ ਆਈਏ ਜ਼ਿੰਦਗੀ ਦੇ ਵਿੱਚ, ਤਾਂ ਕਿ ਉਹਨਾਂ ਦਾ ਕੋਈ ਸਾਡੇ ਤੇ ਅਸਰ ਬਣੇ। ਜਿਵੇਂ ਹੁਣ ਸਾਡੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਦਿਨ ਹੁੰਦੇ ਨੇ, ਜਾਂ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਦੇ ਦਿਨ ਹੁੰਦੇ ਆ, ਲੋਕ ਕੀ ਆ ਉਹੀ ਗੱਲ, ਲੰਗਰ ਵਧੀਆ ਤੋਂ ਵਧੀਆ ਪੱਕੇ ਖਾਣੇ। ਕਿਸੇ ਨੇ ਇਹ ਸੋਚਿਆ ਉਹਨਾਂ ਨੂੰ ਕਿਵੇਂ ਪਤਾ ਲੱਗੂਗਾ ਕਿ ਵੀ ਇਹ ਉਹਨਾਂ ਨੇ ਕਿੰਨਾ ਤਕਲੀਫਾਂ ਕੱਟੀਆਂ। ਤੁਸੀਂ ਇਹ ਦੇਖੋ ਜਿਹੜੇ ਲੋਕ ਰੋਜ਼ੇ ਕੱਟਦੇ ਨੇ ਜਾਂ ਕੋਈ ਹੋਰ ਇਸ ਤਰ੍ਹਾਂ, ਈਵਨ ਇੱਥੇ ਕ੍ਰਿਸਚੀਅਨਿਟੀ ਦੇ ਵਿੱਚ ਵੀ ਉਹ ਉਸ ਦਿਨ ਉਹ ਆਪਣਾ ਇੱਕ ਮੀਲ ਜਾਂ ਭੁੱਖੇ ਰਹਿੰਦੇ ਨੇ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਵੀ ਕੀ ਤਕਲੀਫਾਂ ਦੇ ਵਿੱਚ ਹੀ ਉਹ ਸਾਡੇ ਵੱਡੇ ਵਡੇਰੇ ਗਏ ਨੇ, ਜਿਨ੍ਹਾਂ ਦੀ ਬਜ਼ੁਰਗ ਅਸੀਂ ਇੱਥੇ ਆ। ਸਾਡਾ ਉਹੀ ਹੀ ਰਹਿੰਦਾ, ਚਾਹੇ ਕੋਈ ਸ਼ਹੀਦੀ ਦਾ ਦਿਨ ਆ ਤਾਂ ਵੀ ਉਹੀ ਗੱਲ, ਜੇ ਸਾਡੇ ਹੈਗਾ ਗਮੀ ਦਾ ਦਿਨ ਤਾਂ ਵੀ ਉਹੀ ਗੱਲ। ਸਾਨੂੰ ਸਬਕ ਸਿਖਾਉਣ ਦੇ ਲਈ ਥੋੜੀਆਂ ਜਿਹੀਆਂ ਚੇਂਜਸ ਲਿਆਉਣ ਦੀ ਲੋੜ ਆ ਆਪਣੀ ਜ਼ਿੰਦਗੀ ਦੇ ਵਿੱਚ, ਜਿਵੇਂ ਫਕੀਰ ਜੀ ਦੀ ਮਾਂ ਨੇ ਉਹਨੂੰ ਆਪਣੇ ਇਸ ਪਾਸੇ ਵੱਲ ਆਇਆ। ਸੋ ਮੇਰੀ ਇਹੀ ਅਰਜ਼ ਹੈ ਕਿ ਸਿਰਫ ਅਸੀਂ ਵਿਚਾਰਾਂ ਨੂੰ ਇੰਪਲੀਮੈਂਟ ਕਿਵੇਂ ਕਰੀਏ ਤਾਂ ਕਿ ਸਾਡੇ ਜਿਹੜੇ ਹੈਗੇ ਨੇ ਜੀਵਨ ਦੇ ਵਿੱਚ ਕੁਝ ਸੁਧਾਰ ਪੈਦਾ ਹੋ ਸਕਣ। ਗਾਂ ਦੀ ਗਾਂ, ਨਹੀਂ ਤਾਂ ਫਿਰ ਲਿਪ ਸਰਵਿਸ ਹੀ ਹੋਗੀ ਚੀਜ਼ਾਂ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। Thank you ਜੀ for the perspective and the lesson learned and what we need to do. ਹਾਂਜੀ ਵੀਰ ਜੀ, ਸਰਦਾਰ ਜਸਵੀਰ ਸਿੰਘ ਜੀ, ਤੁਸੀਂ ਮੇਰਾ ਖਿਆਲ ਆ, ਹਾਂਜੀ ਤੁਸੀਂ ਆਪਣੇ ਵਿਚਾਰ ਦੱਸੋ ਜੀ, ਕੋਈ ਆਸਪੈਕਟ ਕਵਰ ਕਰੋ ਜਿਹੜਾ ਨਹੀਂ ਕੀਤਾ ਹਾਲੇ ਤੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਇੰਨਾ ਕੁਛ ਕਹਿ ਦਿੱਤਾ, ਮੈਂ ਤਾਂ ਬਹੁਤ ਅਗਿਆਨੀ ਹਾਂ, ਬਿਲਕੁਲ ਗਿਆਨ ਨਹੀਂ ਹੋਤਾ। ਤੇ ਗੱਲ ਤੁਸੀਂ ਸ਼ੁਰੂ ਕੀਤੀ ਸੀ ਰਵਿੰਦਰ ਸਿੰਘ ਜੀ ਕਿ ਮੁਸਲਮਾਨ ਧਰਮ ਔਰ ਮੈਂਸ਼ਨ ਕੀਤਾ ਸੀ। ਇੱਕ ਗੱਲ ਨੂੰ ਸਮਝਣਾ ਪਏਗਾ, ਗੁਰੂ ਗ੍ਰੰਥ ਸਾਹਿਬ ਜਾਂ ਗੁਰੂ ਨਾਨਕ ਦੀ ਬਾਣੀ ਜਿਹੜੀ ਹੈ ਉਹ ਕਿਸੇ ਧਰਮ ਦਾ ਕੋਈ ਜ਼ਿਕਰ ਹੈ ਹੀ ਨਹੀਂ। It's a non-religious philosophy for the humankind, for the well-being of human being. It's a ਮਾਨਵਵਾਦੀ ਕਹਿ ਲਓ, ਬਾਣੀ ਦੇ ਸ਼ਬਦ ਕਹਿ ਲਓ, ਜਾਂ ਮਨੁੱਖੀ ਜੀਵਨ ਦਾ ਇੱਕ ਚੰਗਾ ਰਾਹ ਹੈ। ਉਹਨੂੰ ਕਿਸ ਤਰ੍ਹਾਂ ਉਸ ਅਕਾਲ ਪੁਰਖ ਨਾਲ ਜੁੜਨਾ ਹੈ, ਭਾਵੇਂ ਮੁਸਲਮਾਨ ਹੈ, ਭਾਵੇਂ ਹਿੰਦੂ ਹੈ, ਭਾਵੇਂ ਕੋਈ ਹੈ। ਔਰ ਸ਼ੁਰੂ ਵਿੱਚ ਕਹਿ ਦਿੱਤਾ ਸੀ ਜਦੋਂ ਉਹਨਾਂ ਨੂੰ ਰੈਵੋਲੂਸ਼ਨ ਹੋਈ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ, ਤੇ ਉਹਨਾਂ ਦੇ ਮਨ 'ਚ ਮਿੱਤਰਾ ਕੋਈ ਸੀ ਨਹੀਂ। ਇਹ ਤਾਂ ਅਸਾਂ ਆਪਸ ਵੰਡੀਆਂ ਪਾ ਲਈਆਂ ਨੇ ਜੀ, ਇਹ ਸਿੱਖਾਂ ਦਾ ਜੀ, ਇਹ ਸਿੱਖ ਨਹੀਂ ਹਨ ਜੀ, ਇਹ ਪੁਰਾਣੇ ਹਨ ਜੀ। ਤਾਂ ਇਹ ਗੱਲ ਦਾ ਬੇਸਿਕਲੀ ਹੀ ਕਨਸੈਪਟ ਸੋਚਣਾ ਹੀ ਗਲਤ ਹੈ ਕਿ ਜੋ ਮੁਸਲਮਾਨ ਹੈ ਜਾਂ ਕੋਈ ਹਿੰਦੂ ਹੈ ਜਾਂ ਜੋ ਸਿਰਫ ਨਾਲ ਆਪਣਾ ਹਮੇਸ਼ਾ ਰਹੇ ਨੇ ਬਾਬਾ ਮਰਦਾਨਾ ਜੀ, ਸੋ ਸਾਰੀ ਉਮਰ ਉਹਨਾਂ ਨਾਲ ਇਕੱਠੇ ਰਹੇ ਨੇ। ਸੋ ਗੱਲ ਉਹਦਾ ਗੱਲ ਰੈਲੇਵੈਂਟ ਹੀ ਨਹੀਂ ਹੈ ਕਿ ਮੁਸਲਮਾਨਾਂ ਨਾਲ ਕਿਵੇਂ ਟ੍ਰੀਟ ਕਰਨਾ ਹੈ, ਕਿਉਂਕਿ ਇਹ ਸ਼ਬਦ ਇੱਕ ਗੁਰਗ੍ਰੰਥ ਸਾਰਾ ਹੀ ਸਭ ਵਾਸਤੇ ਹੈ। ਔਰ ਹੁਣ ਪਾਕਿਸਤਾਨ ਦੇ ਵਿੱਚ ਵੀ ਇਸ ਦਾ ਇੰਟਰਸਟ ਵਧੀ ਜਾ ਰਿਹਾ। ਡਾਕਟਰ ਸਾਹਿਬ ਨੂੰ ਪਤਾ ਹੈ, ਤੁਸੀਂ ਵੀ ਵੀਰ ਜੀ ਕੱਲ ਸੀਗੇ ਗਰੁੱਪ ਦੇ ਨਾਲ, ਆਸਮਾ ਕਾਦਰੀ ਜਿਹੜੀ ਹੈਗੇ ਨੇ ਉਹਨਾਂ ਨੇ ਕੀ ਕੁਝ ਕੀਤਾ ਹੈ। ਉਹਨਾਂ ਨੇ ਬੁੱਕ ਲਿਖੀ ਹੈ ਗੁਰੂ ਨਾਨਕ ਔਰ ਸ਼ੇਖ ਫਰੀਦ ਦੇ ਨਾਲ ਇਕੱਠਾ ਕਿੱਸਾ ਉਹਨਾਂ ਨੇ ਕੰਪੇਅਰ ਕੀਤਾ ਹੈ। ਸੋ ਉਹ ਗੱਲ ਹੈ। ਬਾਕੀ ਜੋ ਫਿਲਾਸਫੀ ਦੀ ਗੱਲ ਹੈ, ਮੈਨੂੰ ਯਾਦ ਆ ਗਿਆ, ਸਲੋਕ ਦੇਖਿਆ ਮੈਂ ਤੇ ਖਿਆਲ ਆ ਗਿਆ ਜੋ ਆਪਣਾ ਗੁਰਬਾਣੀ 'ਚ ਹੈ, ਮਿੱਟੀ ਮੁਸਲਮਾਨ ਕੀ ਪੇੜੇ ਪਈ ਕਮਿਆਰ, ਅੱਗੋਂ ਪਤਾ ਹੀ ਹੈ। ਇਸ ਤਰ੍ਹਾਂ ਹੀ ਕਹਿੰਦੇ ਦੇਖ ਫਿਰਦਾ ਮਿੱਟੀ ਖੁੱਲੀ, ਮਿੱਟੀ ਉੱਤੇ ਮਿੱਟੀ ਡੁੱਲੀ, ਮਿੱਟੀ ਹੱਸੇ ਮਿੱਟੀ ਰੋਏ, ਅੰਤ ਮਿੱਟੀ ਦਾ ਮਿੱਟੀ ਹੋਏ। ਨਾ ਕਰ ਬੰਦਿਆ ਮੇਰੀ 4 ਦਿਨਾਂ ਦਾ ਮੇਲਾ ਇਹ ਦੁਨੀਆ, ਫਿਰ ਇੱਕ ਦਿਨ ਬਣ ਜਾਣਾ ਮਿੱਟੀ ਦੀ।
ਮਿੱਟੀ ਤੋਂ ਭਾਵ ਹੈ ਜਿਸ ਤਰ੍ਹਾਂ ਕਿ ਜੋ ਮੁਸਲਮਾਨੀ ਜੋ ਉਹਨਾਂ ਦਾ ਰੀਤ ਰਿਵਾਜ ਹੈ ਉਹ ਬਾਡੀ ਨੂੰ ਦਬਾ ਦਿੰਦੇ ਨੇ, ਲੇਕਿਨ ਜੋ ਅਸੀਂ ਉਹਨਾਂ ਨੂੰ ਕਿਵੇਂ ਕਰਦੇ ਰਹੇ ਹਾਂ, ਲੇਕਿਨ ਉਹਨਾਂ ਦੇ ਵਿਚਾਰ ਵਿੱਚ ਤਾਂ ਕੋਈ ਫਰਕ ਨਹੀਂ ਹੈ, ਕੋਈ ਡਿਫਰੈਂਸ ਨਹੀਂ ਹੈ। ਸੋ ਇਹ ਜੋ ਹੈ ਇਹ ਵਿਚਾਰ ਜੋ ਗੁਰਬਾਣੀ ਜੀ ਕਿਹਾ ਗਿਆ ਮਿੱਟੀ ਮੁਸਲਮਾਨ ਕੀ, ਬਿਲਕੁਲ ਉਹਦੇ ਨਾਲ ਮਿਲਦਾ ਜੁਲਦਾ ਹੈ। ਸੋ ਉਹ ਸ਼ੇਖ ਫਰੀਦ ਜੋ ਸੀ ਉਹ ਤਸਲੀਮ ਚਿਸ਼ਤੀ ਦੀ ਜੋ ਸਕੂਲ ਆਫ ਥਾਟ ਸੀਗਾ ਉਹਨਾਂ ਦੇ ਨਾਲ ਸੀਗੇ, ਕੋਈ ਉਹਨਾਂ ਦੇ ਪੈਰੋਕਾਰ ਸੀ, ਉਹਨਾਂ ਕੋਲ ਉਹਨਾਂ ਨੇ ਲਿਆ ਹੋਇਆ ਸੀ। ਔਰ ਇਸ ਤਰ੍ਹਾਂ ਜੋ ਨਿਜ਼ਾਮੁਦੀਨ ਸ਼ੇਖ ਨਿਜ਼ਾਮੁਦੀਨ ਸੀ ਉਹ ਉਹਨਾਂ ਦਾ ਅੱਗੋਂ ਫਰਦਰ ਚੇਲਾ ਹੋਇਆ। ਸੋ ਮੋਸਟਲੀ ਇਹ ਸੂਫੀ ਹੀ ਵਿਚਾਰਧਾਰਾ ਹੈ। ਹਾਂਜੀ, ਥੋੜੇ ਡਿਫਰੈਂਸ ਹੋਣਗੇ, ਲੇਕਿਨ ਜੋ ਸੂਫੀ ਹੈ ਉਹ ਜ਼ਿਆਦਾ ईरान ਤੋਂ ਚੱਲੀ हुई विचारधारा है। और हिंदुस्तान के कॉन्टेक्स्ट में जो चेंजेस भी हो गई होंगी, लेकिन बाई लार्ज वो एक सूफी थैंक यू जी, थैंक यू। मेरा तो सिर्फ यही सीगा मतलब कहने था जो मैं किसी रिलेशनशिप कम्युनिटी ने नाट के मुसलमानों नाल मेरा तो यही देखो मुसलमान समय दी हुकूमत चाहे मुसलमान सी चाहे हिंदू पहाड़ी राजे सी, सिखां दा विरोध जां सिखां ने हमेशा सच हक आजादी इंसानियत ते मनुखता दे भले लई आवाज बुलंद कीती। ਉਹਦੇ ਵਿੱਚ ਸਰਕਾਰ ਕਿਹੜੀ ਹੈ, ਕੋਈ ਵੀ ਸੀ, ਚਾਹੇ ਉਹ ਬ੍ਰਾਹਮਣਾਂ ਦੀ ਸੀ, ਚਾਹੇ ਉਹ ਹਿੰਦੂਆਂ ਦੀ ਸੀ, ਚਾਹੇ ਉਹ ਪਹਾੜੀ ਰਾਜਿਆਂ ਦੀ ਸੀ, ਚਾਹੇ ਦੂਜੇ ਪਾਸੇ ਚਾਹੇ ਉਹ ਮੁਗਲਾਂ ਦੀ ਸਰਕਾਰ ਸੀ, ਜਿਹੜੀ ਵੀ ਸਰਕਾਰ ਸੀ, ਕਿਉਂਕਿ ਇੱਥੇ ਤਾਂ ਸਿਰਫ ਜੀ ਇਹ ਤਾਂ ਸੀ ਨਾ ਸ਼ਸਤਰ ਕਿਸੇ ਉਹ ਗਰੀਬ ਦੀ ਰੱਖਿਆ ਜਰਮਾਨੀ ਦੀ ਭਖਿਆ, ਬਸ ਆਹ ਇੱਕ ਉਦੇਸ਼ ਸੀਗਾ ਜਿਹੜਾ ਮਹਾਰਾਜ ਦਾ। ਸਾਨੂੰ ਇਸ ਭਾਵਨਾ ਨੂੰ ਲੈ ਕੇ ਰਿਗਾਰਡਲੈਸ ਕੌਣ ਹੈ ਕਿਵੇਂ ਹੈ, ਸਾਨੂੰ ਜਿਹੜੇ ਕਮਿਊਨਿਟੀ ਰਿਲੇਸ਼ਨਸ ਦੇ ਵਿੱਚ ਜਿਹੜੀ ਹੈ ਐਕਸਪੈਂਸ਼ਨ ਕਰਨ ਦੀ ਲੋੜ ਹੈ। ਸਾਨੂੰ ਆਪਦੇ ਵਿਚਾਰ ਦਾਇਰੇ ਨੂੰ ਸੋਚ ਨੂੰ ਵਧਾਉਣ ਦੀ ਲੋੜ ਹੈ। ਜਿਵੇਂ ਲਾਤੀ ਤੁਸੀਂ ਦੱਸਿਆ ਬਿਊਟੀਫੁਲ ਲੈਕਚਰ ਗਿਵਨ ਬਾय ਡਾਕਟਰ ਆਸਮਾ ਕਾਦਰੀ ਤੇ ਅੱਜ ਸਦਾ ਕਲਿਆਣ ਸਿੰਘ ਹੁਣੀ ਬੋਲੇ ਨੇ। ਇਸ ਤਰ੍ਹਾਂ ਬੜੇ ਲੋਕੀ ਨੇ ਜਿਹੜੇ ਬੜੇ ਬੜੇ ਧਰਮਾਂ ਦੇ ਅਲੱਗ-ਅਲੱਗ ਜਿਹੜੇ ਆਪਣੇ ਵਿਚਾਰ ਲੈ ਰਹੇ, ਸਾਨੂੰ ਉਹਨਾਂ ਨੂੰ ਗੁਰੂ ਨਾਨਕ ਦੇ ਥਾਟ ਥੱਲੇ ਅੰਬਰੇਸ ਕਰਨ ਦੀ ਲੋੜ ਆ। ਲੈ ਕੇ ਤਾਂ ਅਸੀਂ ਆਪਦੇ ਧਰਮ ਨੂੰ ਵੱਧਦਾ ਫੁੱਲਦਾ ਜੀਵੀਏ ਦੇਖੀਏ ਤੇ ਅਸੀਂ ਉਹਦੇ ਵਿੱਚ ਆਪ ਵੀ ਹਿੱਸਾ ਬਣੀਏ ਤਾਂ ਕਿ ਉਹਨਾਂ ਨੂੰ ਵੀ ਅਸੀਂ ਗਲਬਕੜੀ ਪਾਈਏ। ਇਸ ਪੁਆਇੰਟ ਆਫ ਵਿਊ ਤੋਂ ਮੈਂ ਕਹਿਣਾ ਚਾਹੁੰਦਾ। ਇਸ ਤਰ੍ਹਾਂ ਮੇਘਰਾਜ ਸਿੰਘ ਜੀ ਸਾਡਾ ਟਾਈਮ ਹੋ ਗਿਆ, ਵੀਰ ਜੀ ਸਦਾ ਸੁੱਚਾ ਸਿੰਘ ਜੀ ਗਿਆਨੀ ਜੀ ਮੈਂ ਤੁਹਾਡੇ ਤੋਂ ਖਿਮਾ ਮੰਗਦਾ ਕਿਉਂਕਿ ਤੁਸੀਂ ਕਿਹਾ 10:02 ਹੋ ਗਏ ਆ, ਆਪਾਂ ਇਹਨੂੰ ਸ਼ਾਰਟ ਕਰਦੇ ਆ, ਸੌਰੀ ਇਹਦਾ। ਸਾ ਮੇਘਰਾਜ ਸਿੰਘ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਅੱਜ ਦੇ ਪ੍ਰੋਗਰਾਮ ਦੇ ਬਾਰੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਕੇ ਸਾਰੇ ਵਿਦਵਾਨਾਂ ਨੇ ਮਤਲਬ ਕਿੰਨੀ ਚੰਗੀਆਂ ਗੱਲਾਂ ਕੀਤੀ। ਡਾਕਟਰ ਕਿਰਪਾਲ ਸਿੰਘ ਜੀ ਜਿਹੜੀ ਬਾਰ-ਬਾਰ ਗੱਲ ਕਰਦੇ ਆ ਨਾ ਵੀ ਇਹਨੂੰ ਪ੍ਰੈਕਟੀਕਲ ਦੇ ਵਿੱਚ ਜਦੋਂ ਤੱਕ ਨਹੀਂ ਲਿਆ ਆਣਗੇ ਉਦੋਂ ਤੱਕ ਕੋਈ ਫਰਕ ਨਹੀਂ ਪੈਣਾ ਵਾਲਾ, ਤੇ ਪ੍ਰੈਕਟੀਕਲ ਦੇ ਵਿੱਚ ਲਾਉਣ ਦੀ ਬਹੁਤ ਜ਼ਰੂਰੀ ਹੈ। ਮਤਲਬ ਬਾਬਾ ਫਰੀਦ ਜੀ ਬਹੁਤ ਸਾਰੇ ਜਿਹੜਾ ਅੱਜ ਸਿਸਟਮ ਹੈ ਨਾ, ਅੱਜ ਦੇ ਸਿਸਟਮ ਦੇ ਅੰਦਰ ਇਹ ਚੱਲਦਾ ਕਿ ਕਿਹੜਾ ਧਰਮ ਸਭ ਤੋਂ ਵੱਡਾ ਹੈ, ਤੇ ਜੇ ਸਿੱਖਾਂ ਨੂੰ ਪੁੱਛਦੇ ਸਿੱਖ ਕਹਿੰਦੇ ਸਾਡਾ ਧਰਮ ਵੱਡਾ, ਮੁਸਲਮਾਨਾਂ ਨੂੰ ਪੁੱਛੋ ਉਹ ਕਹਿੰਦੇ ਸਾਡਾ ਧਰਮ ਵੱਡਾ। ਲੇਕਿਨ ਬਾਬਾ ਫਰੀਦ ਜੀ ਮਤਲਬ ਸਾਰੇ ਤਕਰੀਬਨ ਇਹ ਕਹਿੰਦੇ ਵੀ ਬਾਬਾ ਫਰੀਦ ਜੀ ਨੇ 2 ਲਾਈਨ 'ਚ ਇਹਨੂੰ ਡਿਫਾਈਨ ਕੀਤਾ ਕਿ ਧਰਮ ਕਿਹੜਾ ਵੱਡਾ ਕਿਹੜਾ ਛੋਟਾ। ਉਹ ਕਹਿੰਦੇ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, यानी कि सच बोलना धर्म है, झूठ बोलना अधर्म है, स्पष्ट कर जाना। ते सच बोलना ही मतलब जो सिखां दे गुरु ग्रंथ साहब वो सिर्फ सच्चाई दा पैगाम वो पूरे संसार दे ਲਈ ਹੈ, ਇਹਨੂੰ ਫੈਲਾਉਣ ਦੀ ਲੋੜ ਹੈ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਅੱਛਾ ਅੱਗੇ ਦੱਸੋ ਵੀ ਅਗਲੇ ਥੈਂਕ ਯੂ ਜੀ ਸਾਰਿਆਂ ਦਾ ਤੁਹਾਡਾ ਜਿਹੜਾ ਵਿਊ ਪੁਆਇੰਟ ਮੈਂ ਆਉਣਾ ਜੀ। ਆਪਾਂ ਅਗਲੇ ਹਫਤੇ ਬਿਫੋਰ ਆਈ ਕਨਕਲੂਡ ਮੈਂ ਆਲ ਕਮ ਬੈਕ ਟੂ ਯੂ ਸੱਜ। ਹਾਂਜੀ ਜਸਵੀਰ ਸਿੰਘ ਜੀ ਤੁਸੀਂ ਬੋਲੋ ਵੀਰ ਜੀ ਪਹਿਲਾਂ। मेरा एक छोटा सवाल है कि देखो शेख फरीद जो सन वो गुरु नानक तो बहुत पहले हुए हैं, कितने साल में डेट्स याद नहीं है लेकिन बहुत पहले हुए हैं। सो गुरु साहब ਨੂੰ ਉਹਨਾਂ ਦੀ ਬਾਣੀ ਕਿਵੇਂ ਲੱਭੀ, ਕਿਵੇਂ ਪਤਾ ਲੱਗਿਆ ਉਹਨਾਂ ਬਾਰੇ? ਇਸ ਦਾ ਇੱਕ ਸ਼ਾਇਦ ਡਾਕਟਰ ਵਿਕ ਸਾਹਿਬ ਦੱਸ ਸਕਣ ਕੁਝ ਇਹਦਾ ਇਤਿਹਾਸ। ਹਾਂਜੀ ਇਹਦੇ ਬਾਰੇ ਪਹਿਲਾਂ ਇੱਕ ਜ਼ਿਕਰ ਹੋ ਗਿਆ ਸੀ ਜੀ, ਕਿਉਂਕਿ ਇਹਨਾਂ ਦਾ ਜਨਮ ਹੋਇਆ ਸੀ 1173 ਦੇ ਵਿੱਚ ਤੇ ਫਿਰ 1200 ਕੁਛ ਇਸ ਤਰ੍ਹਾਂ ਦੇ ਵਿੱਚ, ਬੜੇ ਪਹਿਲਾਂ ਗੁਰੂ ਨਾਨਕ ਦੇਵ ਜੀ ਤੋਂ। ਪਰ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਸ਼ੇਖ ਬ੍ਰਹਮ ਦੇ ਨਾਲ ਜਦੋਂ ਉਦਾਸੀ ਦੇ ਵੇਲੇ ਜਾਂਦੇ, ਤੀਸਰੀ ਚੌਥੀ ਉਦਾਸੀ ਦੇ ਵੇਲੇ, ਉਦੋਂ ਜਦੋਂ ਵਿਚਾਰ ਉਹਨਾਂ ਨਾਲ ਹੁੰਦੇ ਨੇ, ਉੱਥੋਂ ਸ਼ੇਖ ਫਰੀਦ ਜੀ ਦੀ ਬਾਣੀ ਪ੍ਰੋਫੈਸਰ ਸਾਹਿਬ ਸਿੰਘ ਦੇ ਮੁਤਾਬਕ, ਅਗੇਨ ਉਹਨਾਂ ਦਾ ਜਿਹੜਾ ਵਿਊ ਪੁਆਇੰਟ ਆ, ਪ੍ਰੋਫੈਸਰ ਸਾਹਿਬ ਸਿੰਘ ਕਹਿੰਦੇ ਨੇ ਉਦੋਂ ਜਿਹੜੀ ਬਾਣੀ ਹੈ ਜਿਹੜੀ ਇਕੱਠੀ ਕੀਤੀ, ਉਹ ਜਿਹੜੀ ਬਾਣੀ ਸੀਗੀ ਉਹਨਾਂ ਦੀ ਬਾਣੀ
ਫਿਰ ਉਹਨਾਂ ਨੇ ਉਹੀ ਬਾਣੀ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਕੋਲੇ ਜਿਹੜੀ ਸੀ ਬਾਣੀ ਸੀਗੀ ਲਿਖੀ ਹੋਈ ਆਪਦੀ ਇਕੱਠੀ ਕੀਤੀ ਹੋਈ, ਉਹ ਗੁਰੂ ਅੰਗਦ ਦੇਵ ਜੀ ਨੂੰ ਦਿੱਤੀ, ਗੁਰੂ ਅੰਗਦ ਦੇਵ ਜੀ ਤੋਂ ਗੁਰੂ ਅਮਰਦਾਸ ਜੀ ਨੂੰ। ਇਸ ਤਰ੍ਹਾਂ ਹੋ ਦਾ ਬਾਣੀ ਦਾ ਜਿਹੜਾ ਇਕੱਠ ਸੀਗਾ ਇਟ ਵਾਸ ਟ੍ਰਾਂਸਫਰਡ ਐਂਡ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਸਿੱਖ ਬ੍ਰਹਮ ਦੇ ਕੋਲੋਂ ਹੈ ਜੀ। ਉਹ ਉਹਦੀਆਂ ਭਾਈ ਵੀਰ ਸਿੰਘ ਉਹਨਾਂ ਨੇ ਦੋ ਇਹਨਾਂ ਦੇ ਬੜੀਆਂ ਸਟੋਰੀਜ਼ ਵੀ ਲਿਖੀਆਂ ਨੇ, ਗੁਰੂ ਨਾਨਕ ਚਮਤਕਾਰ ਦੇ ਵਿੱਚ ਪੜ੍ਹੀਆਂ ਜਾ ਸਕਦੀਆਂ ਨੇ। ਅੱਜ ਸਾਡੇ ਕੋਲ ਟਾਈਮ ਹੈ ਨਹੀਂ, ਮੈਂ 1-2 ਮਿੰਟ ਫੋਕਸ ਕਰਨੇ ਚਾਹੁੰਦਾ, 5 ਮਿੰਟ ਉੱਤੇ ਹੋ ਗਿਆ, ਗੁਸਤਾਖੀ ਮਾਫ। ਵੀ ਅਗਲੇ ਹਫਤੇ ਕਿਹੜਾ ਟੌਪਿਕ ਤੁਸੀਂ ਲੈਣਾ ਚਾਹੋਗੇ? I suggest 15 ਅਗਸਤ ਆ ਰਹੀ ਹੈ, ਇੰਡੀਪੈਂਡੈਂਸ ਡੇ ਹਿੰਦੁਸਤਾਨ ਦਾ। ਸਾਨੂੰ ਆਜ਼ਾਦੀ ਦੀ ਕਨਸੈਪਟ ਸਿੱਖੀ ਦੇ ਵਿੱਚ ਕੀ ਹੈ? ਸਿੱਖੀ ਦੇ ਵਿੱਚ ਆਜ਼ਾਦੀ ਦੀ ਕਨਸੈਪਟ ਕੀ ਹੈ? ਗੁਰੂ ਸਾਹਿਬ ਨੇ ਕਿਹਨੂੰ ਕੀ ਸਿਖਾਇਆ? ਆਜ਼ਾਦ ਕਿਹਨੂੰ ਕਹਿੰਦੇ ਨੇ ਤੇ ਕਿਸ ਤਰ੍ਹਾਂ ਅਸੀਂ ਕਰ ਰਹੇ ਹਾਂ ਤੇ ਕਿਹੜੀ ਥਾਂ ਅਸੀਂ ਖੜੇ ਹਾਂ ਇਸ ਵੇਲੇ, ਤੇ ਸਾਨੂੰ ਫਿਊਚਰ ਦੇ ਲਈ ਕੀ ਕਰਨਾ ਚਾਹੀਦਾ ਤਾਂ ਕਿ ਗੁਰਮਤ ਅਨੁਸਾਰ ਅਸੀਂ ਉਹ ਆਜ਼ਾਦੀ ਦਾ ਜੀਵਨ ਬਤੀਤ ਕਰ ਸਕੀਏ। I suggest we discuss that topic next week. ਕਿਸੇ ਹੋਰ ਦਾ ਕੋਈ ਵਿਚਾਰ ਜੀ ਇਸ ਉੱਤੇ? ਸਾਰੇ ਸਹਿਮਤ ਹੋ? ਠੀਕ ਹੈ ਜੀ। ਮੈਂ ਕਹਾਂਗਾ ਕਿ ਵੰਡ ਦੇ ਦਰਦ ਨੂੰ ਮਹਿਸੂਸ ਕਰਨ ਦੀ ਲੋੜ ਹੈ। ਬਹੁਤ ਸਾਰੀਆਂ ਐਸੀ ਕਹਾਣੀਆਂ ਨੇ ਸਾਡੇ ਵੰਡ ਦੇ ਉੱਤੇ। ਆਫਟਰ ਕੋਈ ਨਹੀਂ, ਨੈਕਸਟ ਕਿਸੇ ਵੇਲੇ ਵੀ ਮੌਕਾ ਮਿਲੇ, ਮੈਂ ਡਾਕਟਰ ਕਿਰਪਾਲ ਸਿੰਘ ਦੀ ਨਾਲ ਵੀ ਸਹਿਮਤ ਹਾਂ ਕਿ ਉਹਨਾਂ ਦੀ ਆਜ਼ਾਦੀ ਦੇ ਉੱਤੇ, ਲੇਕਿਨ ਵੰਡ ਦਾ ਇੱਕ ਦਰਦ ਹੈ, ਉਸ ਦਰਦ ਨੂੰ ਹਜੇ ਤੱਕ ਕਬੂਲ ਨਹੀਂ ਕੀਤਾ ਗਿਆ। ਅਸੀਂ ਉਸ ਦਰਦ ਨੂੰ ਇੱਥੇ ਬਹੁਤ ਭੁਗਤੇ ਆਏ, ਸਾਡੇ ਵੱਡਿਆਂ ਨੇ ਭੁਗਤੇ ਆਏ, ਬਹਰਹਾਲ ਉਸ ਨੂੰ ਬਿਆਨ ਕਰਨਾ ਬਹੁਤ ਜ਼ਰੂਰੀ ਹੈ। ਚਲੋ ਠੀਕ ਹੈ, ਅਗਲੇ ਹਫਤੇ ਫਿਰ ਤੁਸੀਂ ਜੇ ਸਾਰੇ ਜਣੇ ਇਸ ਗੱਲ ਤੇ ਸਹਿਮਤ ਆ, ਆਪਾਂ ਅਗਲੇ ਹਫਤੇ ਟੌਪਿਕ ਲਵਾਂਗੇ। ਯੂ ਪਲੀਜ਼ ਜੁਆਇਨ ਅਸ, ਤੇ ਤਾਂ ਕਿ ਤੁਸੀਂ ਉਹ ਜਿਹੜਾ ਜਿੱਥੇ ਆਜ਼ਾਦੀ ਹੋਈ ਇੱਕ ਪਾਸੇ, ਦੂਸਰੇ ਆਜ਼ਾਦੀ ਦੇ ਨਾਲ ਸਿੱਖਾਂ ਦੀ ਬਰਬਾਦੀ ਵੀ ਹੋਈ, ਆਪਾਂ ਵੀ ਕਰਾਂਗੇ ਉੱਥੇ ਸਾਡੇ ਨਾਲ ਕੀ ਕੁਛ ਕੀਤਾ, ਕੀ ਵਾਅਦੇ ਕੀਤੇ, ਕੀ ਸਾਡਾ ਰੋਲ ਰਿਹਾ ਇਹ ਆਜ਼ਾਦੀ ਲਿਆਉਣ ਦੇ ਵਿੱਚ, ਕਿੱਥੇ ਤੱਕ ਸਾਨੂੰ ਕੀ ਕੁਛ ਬਾਅਦ ਦੇ ਵਿੱਚ ਸਾਨੂੰ ਉਹ ਖਤਾ ਵੀ ਖਾਣੀ ਪਈ ਤੇ ਕੀ ਕੁਛ ਅਸੀਂ ਗਵਾਇਆ ਵੀ। ਹਾਂਜੀ, ਉਹਦੇ ਉੱਤੇ ਆਪਾਂ ਲੇਖਾ ਜੋਖਾ ਕਰਾਂਗੇ ਅਗਲੇ ਹਫਤੇ। ਤੁਸੀਂ ਵੀ ਆਪਣਾ ਵੰਡ ਦੇ ਬਾਰੇ ਵਿਊ ਪੁਆਇੰਟ ਦੇਣਾ। ਇਟਸ ਅ ਡਾਰਕ ਚੈਪਟਰ ਇਨ ਦ ਗ੍ਰੇਟਰ ਇੰਡੀਆਜ਼ ਹਿਸਟਰੀ। ਇੰਨੇ ਜਿਹੜੇ 14 million people got migrated, never ever happened in the history of the world which I have seen. ਇੰਨੇ ਕਦੇ ਨਹੀਂ ਹੋਏ। Let's have Dr. Kalyan Singh as a keynote speaker for the next program, ਜਿਹਦੇ ਵਿੱਚ ਕਿ ਇਹ ਦੇ ਵਿੱਚ ਇਸ ਟੌਪਿਕ ਤੇ ਡਿਸਕਸ ਕਰਨ ਤੇ ਫਿਰ ਅਸੀਂ ਸਵਾਲ ਜਵਾਬ ਪੁੱਛ ਸਕਦੇ ਹਾਂ ਇਹਨਾਂ ਨੂੰ। ਡਾਕਟਰ ਇਜਾਜ਼ਤ ਹੋਵੇ ਤਾਂ ਜੋ ਹਰਵੀਰ ਦਾ ਪ੍ਰੋਗਰਾਮ ਹੈ ਅਗਲਾ, ਹਾਂਜੀ, ਉਹ ਇੰਸਪਾਇਰ ਟੀਵੀ ਤੇ ਉਹ ਵੀ ਇਸੇ ਸਬਜੈਕਟ ਤੇ ਹੀ ਹੈ। ਠੀਕ ਹੈ ਜੀ, that too. ਉਹਨਾਂ ਨੂੰ ਵੀ ਫਿਰ ਇਨਵਾਈਟ ਕਰ ਲਿਓ ਜੀ। ਉਹਨਾਂ ਦਾ ਕਿਸ ਦਿਨ ਹੈ? ਉਹਨਾਂ ਦਾ ਪ੍ਰੋਗਰਾਮ ਥਰਸਡੇ ਹੋਏਗਾ ਮੇਰਾ ਖਿਆਲ। ਥਰਸਡੇ ਹੋਏਗਾ, ਹਾਂਜੀ। ਅੱਛਾ, ਠੀਕ ਹੈ। ਆਪਾਂ ਉਹਨਾਂ ਬੁੱਧਵਾਰ ਵੀ ਅਟੈਂਡ ਕਰ ਲਈਏ। ਬੁੱਧਵਾਰ ਦੇ ਵਿੱਚੋਂ ਤੁਹਾਨੂੰ ਕੋਈ ਲੱਗੇ, ਆਪਾਂ ਉਦੋਂ ਪਲੀਜ਼ ਰਿਮਾਈਂਡ ਮੀ, ਵੀ ਵਿਲ ਮੇਕ ਐਨ ਅਨਾਉਂਸਮੈਂਟ, ਤਾਂ ਕਿ ਸਾਡੇ ਵਿੱਚੋਂ ਵੀ ਜਿਹੜੇ ਸੱਜਣ ਨੇ ਉਸ ਪ੍ਰੋਗਰਾਮ ਨੂੰ ਅਟੈਂਡ ਕਰ ਸਕਣ। We may not we may cover X, Y, Z, A, B, C. She may cover P, Q, R, other aspects. It's always good to know more, ਹਾਂਜੀ। ਉਹਦੇ ਵਿੱਚ ਇੱਕ ਡਾਕਟਰ ਗੁਨੀਤਾ ਭੱਲਾ ਹੈਗੀ ਨੇ, ਜਿਹਨੇ 1947 ਪਾਰਟੀਸ਼ਨ ਹਲਕਾ ਹੀ ਬਣਾਇਆ, ਜਿਹਦਾ ਮੈਂ ਵੀ ਡੋਨਰ ਫਾਊਂਡਰ ਹੈਗਾ। ਨਾਲੇ ਇੱਕ ਹੋਰ ਸੱਜਣ ਨੇ, ਨਾਮ ਮੈਨੂੰ ਭੁੱਲ ਗਿਆ, ਮੁਸਲਿਮ ਪਾਕਿਸਤਾਨ ਤੋਂ ਨੇ, ਉਹ ਵੀ ਜੁਆਇਨ ਕਰਨਗੇ। ਠੀਕ ਹੈ ਜੀ, ਹਾਂਜੀ। ਬਹੁਤ ਅੱਛਾ, ਡਿਟੇਲ ਮੈਂ ਡਾਕਟਰ ਸਾਹਿਬ ਨੂੰ ਦੇ ਦੇਵਾਂਗਾ। ਡਾਕਟਰ ਸਾਹਿਬ ਨੂੰ ਪਤਾ ਹੈ ਕਿ ਡਾਕਟਰ ਸਾਹਿਬ ਜਾਣ। ਠੀਕ ਹੈ ਜੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਨੂੰ ਇੱਕ ਵਾਰ ਫੇਰ ਬਹੁਤ ਬਹੁਤ ਤੁਹਾਡਾ ਧੰਨਵਾਦ। ਜੀ ਆਇਆਂ ਨੂੰ ਤੇ ਸਰੋਤਾਂ ਨੂੰ, ਜਿਨ੍ਹਾਂ ਨੇ ਵੀ ਸੁਣਿਆ। ਅੱਜ ਦੇ ਜੀਵਨ ਦੇ ਵਿੱਚੋਂ ਅਸੀਂ ਇਹ ਸਬਕ ਸਿੱਖੀਏ, ਜੋ ਅਸੀਂ ਸਿੱਖਿਆ ਭਗਤ ਜੀ ਦੀ ਲਾਈਫ ਐਂਡ ਲੈਗੇਸੀ ਦੇ ਵਿੱਚੋਂ, ਗੁਰਮਤਿ ਦੇ ਨਜ਼ਰੀਏ ਤੋਂ, ਅਸੀਂ ਉਹਨੂੰ ਜਿੱਥੇ ਆਪਣੇ ਜੀਵਨ 'ਚ ਵੀ ਲੈ ਕੇ ਆਈਏ, ਹੋਰਨਾਂ ਨੂੰ ਵੀ ਆਪਦੇ ਸਰਕਲ ਦੇ ਵਿੱਚ ਦਸੀਏ, ਵਧੀਏ, ਫੁੱਲੀਏ, ਫੈਲਾਈਏ, ਤਾਂ ਕਿ ਜਿਹੜੀ ਸੁਗੰਧੀ ਹੈ, ਹਾਂਜੀ, ਇਹ ਸੁਗੰਧੀ ਜਿਹੜੀ ਹੋਰ ਵੀ ਫੈਲ ਸਕੇ। ਲੋਕਾਂ ਦਾ ਜੀਵਨ ਹੈ ਜਿਹੜਾ ਗੁਰਮਤਿ ਦੇ ਨਜ਼ਰੀਏ ਤੋਂ, ਜਿੱਥੇ ਸਾਡਾ ਆਪਣਾ ਚਾਨਣ ਮੜਾ ਬਣੇ, ਆਪਣਾ ਪਰਿਵਾਰ ਦਾ, ਪਿਆ ਸੰਸਾਰ ਦਾ ਵੱਧ ਕੇ ਜਿਹੜਾ ਇਹ ਵੀ ਹੋ ਸਕੇ, ਭਲੇ ਵਾਲੇ ਪਾਸੇ ਰਹਿ ਕੇ ਜੀਵਨ ਹੈ ਜਿਹੜਾ ਮਹਾਰਾਜ ਦੇ ਸਹੀ ਗੁਰਮਤਿ ਦੇ ਅਕਸ਼ ਉੱਤੇ ਅਸੀਂ ਜੀਵਨ ਜੀ ਸਕੀਏ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਵਿਚਾਰ ਨੇ ਜੀ, ਜਿੰਨੇ ਵੀ ਸਪੀਕਰਸ ਬੋਲੇ ਨੇ, ਦਿਸ ਇਜ਼ ਨਾਟ ਦਾ ਅਫੀਸ਼ੀਅਲ ਪਾਲਿਸੀ ਆਫ ਵੌਇਸ ਆਫ ਮਾਨਵਤਾ ਪ੍ਰੋਗਰਾਮ। ਇਹਨਾਂ ਦੇ ਆਪੋ ਆਪਣੇ ਵਿਚਾਰ ਹੈ, ਇਹਨਾਂ ਨੂੰ ਮੁਬਾਰਕ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। Thank you, Dr. Kalyan Singh, for specially joining us.
Yes.